ਨਾਮ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਮਾਤਾ ਜੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਚੜ੍ਹਦੀਆਂ ਕਲਾ ਬਖਸ਼ੇ। ਨਾਮ ਦਾ ਨਿਰਤ ਅੱਜ ਆਪਾਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ। ਸ਼ੁਕਰ ਹੈ ਜੀ ਆਇਓ। ਵਾਹਿਗੁਰੂ ਜੀ ਦਾ ਖਾਲਸਾ। ਉਹ ਇਹਨੇ ਚੱਲ ਬਹਾਨਾ ਬਣਾਉਂਦਾ 5000 ਦਾ। ਉਹ ਸਾਡੇ ਨਾ ਬੜਾ ਤਕੜਾ ਸਮਾਗਮ ਹੁੰਦਾ ਪੂਰੀ ਵਾਲਿਆਂ ਦੇ ਸੰਤਾਂ ਦੇ। ਉਹ ਬਾਹਰੋਂ ਆਉਂਦੇ ਫਿਰ ਦੇਸਾਂ ਦੇਸਾਂ ਚ ਮਹਾਤਮਾ। ਤੇ ਕੱਲ ਮੈਂ ਉੱਥੇ ਚੰਗੀ ਥਕਾਵਟ ਹੋ ਗਈ ਸਰੀਰ ਨੂੰ। ਤਾਂ ਦੇ ਨੀ ਇਹਦੇ ਭਾਣੇ ਕਈ ਪੈਸਾ ਕਰਕੇ ਨੀ ਮਾਤਾ ਮਤਲਬ ਮੇਰੇ ਗਵਾਚ ਕੇ ਤੇ ਤਾਂ ਨੀ ਮਾਤਾ ਬੈਣ ਦੇ। ਨਹੀਂ ਕੋਈ ਨਹੀਂ। ਮੈਂ ਭਰਾ ਮੈਂ ਥੱਕ ਗਈ। ਚਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਆਪਾਂ 969 ਅੰਗ ਤੋਂ ਸ਼ਬਦ ਲੈ ਰਹੇ ਹਾਂ। ਜਿਹੜੇ ਲੜੀਵਾਰ ਆਪਾਂ ਨੇ ਜਿਹੜਾ ਹੈਗਾ ਮਹਾਰਾਜ ਨੇ ਜਿਹੜਾ ਹੈਗਾ ਇਹ ਭਗਤਾਂ ਦੀ ਬਾਣੀ ਆਪਾਂ ਨੂੰ ਜਿਹੜੀ ਹੈਗੀ ਆ ਉਹਦੀ ਵਿਚਾਰ ਬਖਸ਼ੀ ਹੈ। ਮਹਾਰਾਜ ਦਾ ਕੋਟ ਅਨਕੋਟ ਧੰਨਵਾਦ ਹੈ ਜੀ। ਅਤੇ 969 ਅੰਗ 'ਤੇ ਕਬੀਰ ਜੀ ਦਾ ਸ਼ਬਦ ਲੈ ਰਹੇ ਹਾਂ ਆਪਾਂ। ਇਹ ਬਾਣੀ ਚ ਰਾਮਕਲੀ ਰਾਗ ਹੈਗਾ ਇਹਦੇ ਵਿੱਚ ਔਰ ਸੀਰੀਅਲ ਵਾਈਜ਼ ਤੀਸਰਾ ਸ਼ਬਦ ਹੈ ਕਬੀਰ ਜੀ ਦਾ। 6 ਬੰਦਾਂ ਦਾ ਸ਼ਬਦ ਹੈਗਾ। ਤੂੰ ਮੇਰੋ ਮੇਰ ਪਰਬਤ, ਤੂੰ ਮੇਰੋ ਮੇਰ ਪਰਬਤ ਸੁਆਮੀ, ਹੋਟ ਗਹੀ ਮੈਂ ਤੇਰੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਹੋਟ ਗਹੀ ਮੈਂ ਤੇਰੀ। ਹੁਣ ਦੇਖੋ ਇਹ ਬਾਣੀ ਤਾਂ ਹੈ ਚੌਥੇ ਪਦ ਦੀ ਬ੍ਰਹਮ ਬਾਣੀ ਹੈਗੀ ਆ। ਇਹ ਜਿਹੜੀ ਹੈਗੀ ਅੱਖਰ ਜਿਹੜੇ ਹੈਗੇ ਆਪਾਂ ਨੇ ਦੁਨੀਆ ਦੇ ਲੈਣੇ ਆ। ਅੱਖਰ ਜਿਹੜੇ ਹੈਗੇ ਆਪਣੀ ਤ੍ਰਿਗੁਣੀ ਦੀ ਮਾਇਆ ਦੇ ਵਿੱਚ ਜਿਹੜੇ ਅੱਖਰ ਜਿਹੜੇ ਸੰਸਾਰ ਦੇ ਅੱਖਰ ਸੰਸਾਰ ਦੇ ਵਿੱਚ ਜਿਹੜੀ ਬੋਲੀ ਹੈਗੀ ਔਰ ਬੋਲੀ ਜਿਹੜੀ ਹੈਗੀ ਬ੍ਰਹਮ ਨੂੰ ਬੋਲੀ ਦੇ ਵਿੱਚ ਕਿਵੇਂ ਸਮੇਟ ਸਕਦੀ ਆ। ਇਹ ਬ੍ਰਹਮ ਗਿਆਨ ਨੂੰ ਬੋਲੀ ਦੇ ਵਿੱਚ ਕਿਵੇਂ ਲਿਆ ਸਕਦੀ ਹੈ। ਬੋਲੀ ਤਾਂ ਲਿਮਿਟਿਡ ਹੈਗੀ ਆ, ਇਹਦੇ ਵਿੱਚ ਬ੍ਰਹਮ ਗਿਆਨ ਨਹੀਂ ਆ ਸਕਦਾ। ਹੁਣ ਇੱਥੋਂ ਕਹਿ ਰਹੇ ਮਹਾਰਾਜ ਤੂੰ ਮੇਰੋ ਮੇਰ ਪਰਬਤ ਸੁਆਮੀ, ਹੋਟ ਗਹੀ ਮੈਂ ਤੇਰੀ। ਹੁਣ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਵਾਸਤੇ ਜਿਹੜਾ ਹੈਗਾ ਉਹਨੇ ਹਮੇਸ਼ਾ ਰਹਿਣਾ ਆ। ਉਹਦਾ ਆਸਰਾ ਜਿਹੜਾ ਹੈਗਾ ਉਹਨੂੰ ਕੋਈ ਮਿਟਾ ਨਹੀਂ ਸਕਦਾ ਉਹਦੇ ਆਸਰੇ ਨੂੰ। ਹੁਣ ਪਰਬਤ ਸੰਸਾਰ ਦੇ ਵਿੱਚ ਜਿਹੜਾ ਹੈਗਾ ਸਭ ਤੋਂ ਤਾਕਤਵਰ ਪਰਬਤ ਹੈਗਾ। ਪਰਬਤ ਦਾ ਐਗਜ਼ਾਮਪਲ ਦੇ ਸਕਦੇ ਆ। ਹਾਲਾਂਕਿ ਪਰਬਤ ਵੀ ਜਿਹੜੇ ਹੈਗੇ ਜਦ ਧਰਤੀ ਗਾਇਬ ਹੋ ਜਾਂਦੀ ਹੈ ਪਰਬਤ ਕਿੱਥੇ ਰਹਿੰਦੇ ਆ। ਪਰ ਜਿਹੜਾ ਐਗਜ਼ਾਮਪਲ ਤਾਂ ਦੇਣਾ ਹੈ ਕੋਈ ਨਾ ਕੋਈ। ਤੂੰ ਮੇਰੋ ਮੇਰ ਪਰਬਤ ਸੁਆਮੀ, ਹੋਟ ਗਹੀ ਮੈਂ ਤੇਰੀ। ਹੇ ਮੇਰੇ ਮਾਲਕਾ ਤੂੰ ਮੇਰਾ ਜਿਹੜਾ ਹੈਗਾ ਐਸਾ ਆਸਰਾ ਆ ਜਿਹੜਾ ਕਿ ਕਦੀ ਵੀ ਜਿਹੜਾ ਹੈਗਾ ਮੈਨੂੰ ਮੈਂ ਕਦੀ ਵੀ ਨਹੀਂ ਜਾਣ ਵਾਲਾ, ਹਮੇਸ਼ਾ ਰਹਿਣ ਵਾਲਾ ਹੈਗਾ ਆ। ਹਮੇਸ਼ਾ ਹੀ ਤੂੰ ਮੇਰਾ ਆਸਰਾ, ਮੈਂ ਤੇਰਾ ਆਸਰਾ ਲਿਆ, ਮੈਂ ਤੇਰੀ ਓਟ ਲਈ ਆ। ਕਿਉਂਕਿ ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਨਾ ਤਾਂ ਤੂੰ ਡੋਲਣ ਵਾਲਾ ਆ ਨਾ ਕਿਤੇ ਤੂੰ ਜਾਣ ਵਾਲਾ ਆ ਔਰ ਤੇਰਾ ਸਹਾਰਾ ਲਿਆ, ਇਸ ਕਰਕੇ ਮੈਂ ਵੀ ਨਹੀਂ ਡੋਲ ਸਕਦਾ, ਮੈਂ ਵੀ ਨਹੀਂ ਡਿੱਗ ਸਕਦਾ। ਰੱਖ ਲੀਨੀ ਹਰ ਮੇਰੀ, ਤੂੰ ਮੇਰੀ ਜਿਹੜੀ ਹੈਗੀ ਆ ਇਸ ਸੰਸਾਰ ਦੇ ਵਿੱਚ ਇਹ ਖੇਡ ਜਿਹੜੀ ਪਾਈ ਹੋਈ ਆ, ਤੂੰ ਆਪ ਹੀ ਮੈਨੂੰ ਜਿਹੜਾ ਹੈਗਾ ਗੁੜਤੀ ਦੇ ਕੇ, ਤੂੰ ਆਪ ਹੀ ਮੈਨੂੰ ਜਿਹੜਾ ਹੈ ਰਸਤਾ ਦਿਖਾ ਕੇ ਜਿਹੜਾ ਹੈ ਬ੍ਰਹਮ ਗਿਆਨ ਦੇ ਕੇ ਜਿਹੜੀ ਹੈਗੀ ਮੇਰੀ ਜਿਹੜੀ ਇੱਜ਼ਤ ਲੋਕ ਪਰਲੋਕ ਦੇ ਵਿੱਚ ਰੱਖ ਲਈ। ਅਬ ਤਬ ਜਬ ਕਬ ਤੂੰ ਹੀ ਕਹਿੰਦੇ ਹੁਣ ਵੀ ਤੇ ਹਮੇਸ਼ਾ। ਅਬ ਤਬ ਪਹਿਲਾਂ ਵੀ ਹੁਣ ਵੀ ਕਦੀ ਵੀ ਜਦੋਂ ਵੀ ਤੂੰ ਹੀ ਹੈਗਾ ਆ। ਹਮੇਸ਼ਾ ਰਹਿਣ ਵਾਲਾ ਤੂੰ ਹੀ ਹੈਗਾ ਆ। ਹਮ ਤੋ ਪ੍ਰਸਾਦ ਸੁਖੀ ਸਦ ਹੀ ਰਹਾਓ। ਅਸੀਂ ਜਿਹੜੇ ਹੈਗੇ ਤੇਰਾ ਆਸਰਾ ਲਿਆ ਆ, ਤੇਰੀ ਓਟ ਲਈ ਆ, ਇਸ ਕਰਕੇ ਤੂੰ ਹਮੇਸ਼ਾ ਰਹਿਣ ਵਾਲਾ ਆ ਤੇ ਅਸੀਂ ਵੀ ਹਮੇਸ਼ਾ ਹੀ ਸੁਖੀ ਰਵਾਂਗੇ। ਰਹਾਓ। ਹਾਂਜੀ ਵੀਰ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਹੋਟ ਗਹੀ ਮੈਂ ਤੇਰੀ। ਤੂੰ ਮੇਰਾ ਪੱਕਾ ਸਹਾਰਾ ਹੈਗਾ ਆ, ਮੈਂ ਤੇਰੀ ਓਟ ਲਈ ਆ। ਹਾਂਜੀ ਵੀਰ ਜੀ। ਠੀਕ ਹੈ ਜੀ। ਕਹਿੰਦੇ ਤੂੰ ਮੇਰੋ ਪਰਬਤ ਸੁਆਮੀ। ਮੇਰ ਕਹਿੰਦੇ ਮੇਰ ਪਹਾੜ ਸਭ ਤੋਂ ਜਿਹੜਾ ਹੈਗਾ ਉੱਚਾ ਕਹਿੰਦੇ ਤੂੰ ਹੈ। ਹਾਂ ਮਤਲਬ ਸਭ ਤੋਂ ਮਤਲਬ ਕਿ ਤੇਰਾ ਜਿਹੜਾ ਜ਼ਿੰਦਗੀ 'ਚ ਮੇਰੇ ਸਹਾਰਾ ਹੈ, ਪਰਬਤ ਵਾਂਗੂ ਆ, ਅਡੋਲ ਅਵਸਥਾ। ਬਿਲਕੁਲ। ਹੁਣ ਦੇਖੀਏ ਆਪਾਂ ਪਹਿਲਾਂ ਵੀ ਵਿਚਾਰ ਕੀਤੀ ਆ ਕਿ
ਜਦੋਂ ਆਪਾਂ ਪਰਮਾਤਮਾ ਨੂੰ ਜਾਂ ਉਹਦੇ ਕਿਸੇ ਗੁਣ ਨੂੰ ਆਪਾਂ ਦੱਸਣਾ ਹੈ ਤੇ ਸਾਨੂੰ ਜਿਹੜੀ ਆ ਉਹ ਧਰਤੀ ਦੀ ਹੀ ਕਿਸੇ ਚੀਜ਼ ਦੀ ਵਰਤੋਂ ਕਰਨੀ ਪੈਣੀ ਆ। ਬਿਲਕੁਲ। ਕਿਉਂਕਿ ਦੇਖੋ ਆ ਭਾਸ਼ਾ ਦੀ ਲਿਮਿਟ ਹੈ। ਹੁਣ ਆਪਾਂ ਉਹ ਕਹਿੰਦੇ ਕਬੀਰ ਜੀ ਕਹਿੰਦੇ ਕਿ ਗੰਗਾ ਦਾ ਜਲ ਜਿਹੜਾ ਬੜਾ ਪਵਿੱਤਰ ਨਿਰਮਲ ਆ, ਹਾਂਜੀ ਹਾਂਜੀ, ਪਵਿੱਤਰ ਹੈਗਾ, ਉਹ ਪਰਮਾਤਮਾ ਉਹਦੇ ਵਰਗਾ। ਪਰ ਜਦ ਕਿ ਜਲ ਅਲੱਗ ਚੀਜ਼ ਹੈ, ਪਰਮਾਤਮਾ ਅਲੱਗ ਹੈ, ਹੋਰ ਤੇ ਕੁਛ ਵੀ ਤਰੀਕਾ ਨਹੀਂ ਹੈਗਾ। ਠੀਕ ਹੈ, ਉਹ ਕਹਿ ਰਹੇ ਨੇ ਕਿ ਮੇਰੇ ਪਿਤਾ ਮੈਨੂੰ ਤੇਰਾ ਸਹਾਰਾ ਜਿਹੜਾ ਨਾ ਇੱਕ ਸਭ ਤੋਂ ਵੱਡੇ ਪਹਾੜ ਵਾਂਗੂ ਲੱਗਦਾ। ਤੇ ਹੁਣ ਸਵਾਮੀ ਓਟ ਗਹੀ ਮੈਂ ਤੇਰੀ, ਮਤਲਬ ਬਈ ਮੈਂ ਤੇਰਾ ਆਸਰਾ ਲੈ ਲਿਆ ਆ। ਦੇਖੋ ਚੁਆਇਸ ਹੈ ਆਪਣੀ, ਆਪਾਂ ਕਿਸੇ ਦਾ ਵੀ ਆਸਰਾ ਲੈ ਸਕਦੇ ਹਾਂ, ਕਿਉਂਕਿ ਬਾਣੀ ਜਿਹੜੀ ਹੈਗੀ ਆ, ਪਰਮਾਤਮਾ ਜਿਹੜਾ ਹੈਗਾ ਉਹਨੇ ਆਪਾਂ ਨੂੰ ਕੋਈ ਜ਼ਬਰਦਸਤੀ ਨਹੀਂ ਕਿਹਾ ਵੀ ਬਈ ਮੇਰਾ ਆਸਰਾ ਲੈ। ਉਹ ਕਹਿੰਦੇ ਤੈਨੂੰ ਜੇ ਲੱਗ ਰਿਹਾ ਹੈ ਮੇਰਾ ਆਸਰਾ ਲੈਣਾ ਹੈ ਤੇ ਲੈ, ਨਹੀਂ ਤਾਂ ਤੇਰੀ ਮਰਜ਼ੀ ਹੈ, ਮਾਇਆ ਦਾ ਆਸਰਾ ਲੈ ਲਾ। ਹਾਂ ਬਿਲਕੁਲ ਠੀਕ ਹੈ ਜੀ। ਬਾਕੀ ਉਹ ਕਹਿੰਦੇ ਮੈਨੂੰ ਤਾਂ ਪਰਮਾਤਮਾ ਤੇਰਾ ਹੀ ਆਸਰਾ ਹੈ। ਹਾਂ, ਪਰ ਜ਼ਿਆਦਾ ਲੋਕ ਪਰਮਾਤਮਾ ਨਹੀਂ ਜਾਂਦੇ, ਲੋਕੀ ਮਾਇਆ ਦਾ ਹੀ ਆਸਰਾ ਲੈਂਦੇ ਆ। ਕਿਉਂਕਿ ਉਹ ਹੁਣ ਇਨਸਾਨ ਦਾ ਜਿਹੜਾ ਹੈਗਾ ਉਹਦੀ ਸੋਚ ਪਤਾ ਕਿੱਥੋਂ ਤੱਕ ਆ, ਕੇਵਲ ਜੜ ਤੱਕ। ਬਿਲਕੁਲ। ਮਾਇਆ ਦਾ ਆਸਰਾ ਕਿਉਂ ਲੈਂਦੇ? ਕਿਉਂਕਿ ਉਹਨਾਂ ਨੂੰ ਜਿਹੜਾ ਹੈਗਾ ਆਪਣੇ ਆਪ ਨੂੰ ਸਰੀਰ ਲੱਗਦਾ ਹੈ, ਔਰ ਮਾਇਆ ਜਿਹੜੀ ਹੈਗੀ ਹੈ ਪਾਵਰਫੁਲ ਹੈ ਸਰੀਰ ਦੇ ਵਾਸਤੇ। ਮਾਇਆ ਦਾ ਆਸਰਾ ਬਿਲਕੁਲ ਠੀਕ ਹੈ। ਹਾਂਜੀ ਵੀਰ ਜੀ। ਹਾਂ, ਤੇ ਜਦ ਕਿ ਉਹ ਸਾਡੀਆਂ ਜ਼ਰੂਰਤਾਂ ਨੇ। ਹਾਂ, ਸਾਡੇ ਜੀਵਨ ਦਾ ਮਕਸਦ ਨਹੀਂ ਹੈਗਾ ਪੈਸਾ ਕਮਾਉਣਾ, ਘਰ ਬਣਾਉਣੇ, ਮਹਿਲ ਬਣਾਉਣੇ। ਜੇ ਮਹਿਲ ਬਣਾਉਣੇ ਤੇ ਸਾਡੇ ਨਾਲ ਜਾਣੇ ਚਾਹੀਦੇ। ਬਾਕੀ ਤੁਸੀਂ ਵੇਖ ਲਓ, ਹੁਣ ਤੁਹਾਡੇ ਚੋਂ ਕਈ ਹੋਣੇ ਆ ਤੁਹਾਡੇ ਮਾਂ ਪਿਓ ਨੇ ਅਮੀਰ ਨਹੀਂ ਸੀ, ਪਰ ਤੁਹਾਨੂੰ ਰਿਜ਼ਕ ਕਿੱਥੋਂ ਮਿਲਿਆ? ਤੁਹਾਡੇ ਨਸੀਬ 'ਚ ਆ ਉਹ ਤੁਹਾਨੂੰ ਮਿਲਣਾ। ਜੇਕਰ ਅਸੀਂ ਸੋਚੀਏ ਨਾ ਕਿ ਅਸੀਂ ਕਿਸੇ ਨੂੰ ਰਿਜ਼ਕ ਦੇ ਦਾਂਗੇ, ਇਹ ਇੱਕ ਸਾਡੀ ਇੱਕ ਸੋਚ ਹੈ, ਕੇਵਲ ਮੋਹ ਆ। ਬਾਕੀ ਜਿਹੜਾ ਹਰ ਇੱਕ ਬੰਦੇ ਦਾ ਆਪਣਾ ਰਿਜ਼ਕ ਹੈਗਾ ਉਹ ਆਪਣਾ ਲੈ ਕੇ ਜਾਂਦਾ ਹੈ ਇਸ ਪਰਮਾਤਮਾ ਦੇ ਕੋਲੋਂ, ਤੇ ਫਿਰ ਧਰਤੀ ਤੇ ਉਹਨੂੰ ਪ੍ਰਾਪਤ ਹੁੰਦਾ। ਜੋ ਉਦਾਂ ਦਾ ਕਰਮ ਕਰਦੇ ਉਦਾਂ ਦਾ ਆਪਾਂ ਨੂੰ ਰਿਜ਼ਕ ਮਿਲਦਾ। ਤੇ ਇੱਥੇ ਆਪਾਂ ਨੂੰ ਇਹ ਸਮਝਣ ਦੀ ਲੋੜ ਆ ਕਿ ਸਾਨੂੰ ਕੋਈ ਏਦਾਂ ਦਾ ਕਰਮ ਨਹੀਂ ਕਰਨਾ ਚਾਹੀਦਾ ਜਿਹਦੇ ਕਰਕੇ ਦੂਜੇ ਨੂੰ ਤੇ ਰਿਜ਼ਕ ਮਿਲ ਜੇ ਪਰ ਸਾਨੂੰ ਮੁਸ਼ਕਲ ਹੋਏ। ਕਿਉਂਕਿ ਉਹਦੀ ਕੋਈ ਡਿਮਾਂਡ ਨਹੀਂ ਹੈਗੀ, ਤੁਸੀਂ ਆਪ ਦੇ ਰਹੇ ਜੋ। ਪੰਗਾ ਤੇ ਆ। ਔਰ ਜਦੋਂ ਆਪਾਂ ਆਪਣੀ ਮਰਜ਼ੀ ਨਾਲ ਕਰਮ ਕਰਦੇ ਹਾਂ ਤੇ ਜਿੱਦਾਂ ਦਾ ਕਰਮ ਕੀਤਾ ਉਸੇ ਹੀ ਕਿਸਮ ਦਾ ਸਾਨੂੰ ਜੀਵਨ ਅੱਗੇ ਮਿਲਣਾ ਹੈ। ਇਹ ਕੋਈ ਗੱਲ ਨਹੀਂ ਹੈਗੀ, ਇਹ ਯਥਾਰਥ ਸੱਚ ਹੈ। ਤੁਸੀਂ ਚੰਗਾ ਬੀਜ ਤਿਆਰ ਕਰ ਲਓ ਤੇ ਚੰਗੀ ਫਸਲ ਬੀਜ ਲਓ। ਤੁਸੀਂ ਗੰਦਾ ਬੀਜ ਤਿਆਰ ਕਰ ਲਓ ਤੇ ਗੰਦੀ ਉਹਦੀ ਫਸਲ ਵੀ ਤੇ ਗੰਦੀ ਹੋਣੀ ਹੈ, ਚੰਗੀ ਕਿੱਥੋਂ ਮਿਲੂਗੀ? ਬਿਲਕੁਲ। ਔਰ ਇੱਕ ਚੀਜ਼ ਹੈ ਗੋਰਖੀ ਸਾਹਿਬ, ਜਿਹੜਾ ਜੋ ਆਪਾਂ ਬੀਜ ਰਹੇ ਹਾਂ ਨਾ, ਇਹ ਅੱਗੇ ਤਾਂ ਮਿਲੂਗਾ ਹੀ ਮਿਲੂਗਾ ਸਰੀਰ ਤੋਂ ਬਾਅਦ। ਇਹ ਇਸ ਟਾਈਮ ਵੀ ਜਿਹੜਾ ਹੈਗਾ ਆਪਾਂ ਨੂੰ ਅੱਗੇ ਸਾਡਾ ਜਿਹੜਾ ਅੱਗੇ ਜੀਵਨ ਜਿਹੜਾ ਹੈਗਾ ਮਨੁੱਖੀ ਸਰੀਰ ਬਾਕੀ ਹੈ ਜਿਹੜਾ, ਉਹਦੇ ਵਿੱਚ ਵੀ ਆਪਾਂ ਨੂੰ ਇਹ ਸਹਾਇਤਾ ਕਰਦਾ ਹੈ। ਲੋਕ ਪਰਲੋਕ ਦੋਨਾਂ ਦੇ ਵਾਸਤੇ ਹੈਗਾ। ਹਾਂਜੀ ਬਿਲਕੁਲ ਨਿੱਜਰ ਸਾਹਿਬ। ਜੇਕਰ ਦੇਖੋ ਜੀਵਨ 'ਚ ਬੰਦਾ ਸੁਖੀ ਪਤਾ ਕਿਹੜਾ ਹੈਗਾ? ਜਿਹਦਾ ਮਨ ਸ਼ਾਂਤ ਹੈ। ਜਿਹਦਾ ਮਨ ਨਹੀਂ ਨਾ ਸ਼ਾਂਤ, ਉਹ ਭਾਵੇਂ ਸੰਸਾਰ ਦਾ ਹੀ ਰਾਜਾ ਵਾ, ਉਹ ਦੁਖੀ ਆ। ਬਿਲਕੁਲ ਸਹੀ ਗੱਲ ਹੈ। ਪਰ ਲੋਕਾਂ ਨੇ ਕੀ ਕਹਿਤਾ ਹੈ? ਸ਼ਾਂਤ ਪਦਾਰਥ ਵਿੱਚ ਸੁੱਖ ਹੈਗਾ, ਮਹਿਲਾਂ ਮਾੜੀਆਂ 'ਚ। ਤੁਸੀਂ ਗੱਡੀ 'ਚ ਬਹਿ ਕੇ ਵੇਖ ਲਓ ਤੇ ਕੋਈ ਸੁੱਖ ਨਹੀਂ ਹੈਗਾ ਉੱਥੇ, ਕੇਵਲ ਹੰਕਾਰ ਆ। ਹੁਣ ਵੱਡਾ ਘਰ ਪਾ ਲਓ, ਠੀਕ ਆ, ਜ਼ਰੂਰਤ ਪਰ 2 ਕਮਰਿਆਂ ਦੀ ਆਪਾਂ ਮਹਿਲ ਪਾ ਲਿਆ, ਪਰ ਉਹਦੇ ਵਿੱਚ ਜੇ ਤੁਹਾਨੂੰ ਨੀਂਦ ਨਾ ਆਈ ਦੱਸੋ ਕੀ ਘਰ ਹੋਊਗਾ? ਤੁਸੀਂ 4 ਟਾਈਮ ਸੁੱਖ ਦੀ ਰੋਟੀ ਨਹੀਂ ਖਾਧੀ, ਕੁੱਕੜਾਂ ਨੂੰ ਲੜ ਕੇ ਜੀਵਨ ਬਤੀਤ ਕੀਤਾ, ਕਿਹਦਾ ਜੀਵਨ ਹੈ? ਕਿਉਂਕਿ ਉਹਦਾ ਘਰ ਬਣਿਆ ਉਹ ਕਿਸ ਪੈਸੇ ਦੇ ਨਾਲ ਬਣਿਆ? ਆਪ ਪਲੀਜ਼ ਨੋਟਿਸ ਕਰੋ ਗੱਲਾਂ ਨੂੰ। ਤੁਸੀਂ ਜੁੱਤੀ ਪਾਈ, ਤੁਸੀਂ ਕੱਪੜਾ ਪਾਇਆ, ਤੁਸੀਂ ਗੱਡੀ ਲਈ, ਤੁਸੀਂ ਕੁਛ ਵੀ ਕੀਤਾ, ਪੈਸਾ ਕਿੱਥੋਂ ਆਇਆ? ਉਸ ਪੈਸੇ ਦੀ ਤਸੀਰ ਉਸ ਕੰਮ ਦੇ ਵਿੱਚ ਹੋਣੀ ਆ। ਦੇਖੋ ਹਰ ਇੱਕ ਚੀਜ਼ ਦੀ ਇੱਕ ਤਸੀਰ ਹੁੰਦੀ ਆ। ਤੁਸੀਂ ਨੇਕ ਕਮਾਈ ਖੜੀ ਆ ਤੇ ਤੁਹਾਡੇ ਜੀਵਨ 'ਚ ਨੇਕ ਕਮਾਈ ਦੇ ਨਾਲ ਜਿਹੜਾ ਹੁੰਦਾ ਨਾ ਉਹਦੀ ਤਸੀਰ ਹੋਣੀ ਆ, ਕਿਉਂਕਿ ਉਹ ਵਾਈਬ੍ਰੇਸ਼ਨ ਹੈਗੀ ਉਹਦੇ ਨਾਲ। ਤੁਸੀਂ ਸੁੱਕੀ ਰੋਟੀ ਖਾ ਲਓ, ਉਹਦੇ 'ਚ ਵੀ ਤੁਹਾਨੂੰ ਉਹਨੇ ਵਿਟਾਮਿਨ, ਪ੍ਰੋਟੀਨ, ਸਭ ਕੁਝ ਮਿਲ ਜਾਣੇ। ਤੁਸੀਂ ਵੇਖੋ ਗਰੀਬਾਂ ਦੇ ਬੱਚੇ ਉਹ ਕਿਤੇ ਇੰਨੇ ਫਰੂਟ ਖਾਂਦੇ ਆ ਨਿੱਜਰ ਸਾਹਿਬ। ਬਿਲਕੁਲ ਸਹੀ ਹੈ ਜੀ। ਤੁਸੀਂ ਕੰਪੇਅਰ ਕਰੋ, ਤੁਹਾਡੇ ਜਿੰਨੇ ਫਰੂਟ, ਤੁਹਾਡੇ ਜਿੰਨੇ ਸਹੂਲਤਾਂ, ਤੁਹਾਡੇ ਜਿੰਨੇ ਵਧੀਆ ਕੱਪੜੇ, ਤੁਹਾਡੇ ਵਰਗਾ ਖਾਣਾ ਉਹਨਾਂ ਕੋਲ ਨਹੀਂ ਹੈ। ਤੁਹਾਡੇ ਤੋਂ ਵਧੀਆ ਬੋਡੀ ਉਹਨਾਂ ਕੋਲ ਆ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ।
ਕਿਉਂ? ਇਹਦਾ ਮਤਲਬ ਕਿ ਪ੍ਰਮਾਤਮਾ ਨੂੰ ਤੇ ਉਹਨਾਂ ਨੂੰ ਭੁੱਖੇ ਮਾਰ ਦੇਣਾ ਚਾਹੀਦਾ ਹੈ ਕਿ ਉਹਨਾਂ ਕਿਤੇ ਵਿਟਾਮਿਨ ਖਾਦੇ ਕੋਈ ਨਾ। ਉਹਨਾਂ ਕੋਈ ਪ੍ਰੋਟੀਨ ਨਹੀਂ ਖਾਦਾ। ਤੁਹਾਡੇ ਵਰਗੇ ਫਰੂਟ ਜੇ 200-300 ਰੁਪਏ ਕਿਲੋ, ਆਮ ਬੰਦਾ ਕਿੱਥੇ ਖਾਂਦਾ ਵਿਚਾਰਾ? ਉਹ ਤੇ ਸਸਤੇ ਜੇ ਫਰੂਟ ਖਾਂਦਾ ਵਾ। ਬਹੁਤੀ ਗੱਲ ਤੇ 20-25 ਰੁਪਏ ਅੰਬ ਹੋ ਗਏ ਤਾਂ ਲੈ ਲੇ, ਜਾਂ ਕੇਲੇ ਕੁਲੇ ਖਾ ਲਏ। ਮਹਿੰਗਾ ਫਰੂਟ ਤੇ ਕੋਈ ਨਹੀਂ ਖਾਂਦਾ। ਪਰ ਉਹਨਾਂ ਦੇ ਅੰਦਰ ਜੋ ਸੁੱਕੀਆਂ ਰੋਟੀਆਂ ਵੀ ਜਾਂਦੀਆਂ ਨੇ, ਕੁਦਰਤ ਉਹਨਾਂ ਦੇ ਵਿੱਚੋਂ ਵੀ ਚੰਗੇ ਗੁਣ ਕੱਢ ਕੇ ਉਹਨਾਂ ਨੂੰ ਦੇ ਦਿੰਦੀ ਹੈ। ਕੁਦਰਤ ਨੂੰ ਪਤਾ ਹੈ ਉਹ ਬਦਾਮ ਨਹੀਂ ਖਾਂਦੇ, ਉਹ ਮੂੰਗਫਲੀ ਖਾਣਗੇ ਤੇ ਮੂੰਗਫਲੀ ਚ ਉਹਨਾਂ ਨੂੰ ਉਨੀ ਸ਼ਕਤੀ ਮਿਲ ਜਾਣੀ। ਗੋਰਕੀ ਸਾਹਿਬ, ਸੁੱਕੀ ਰੋਟੀ ਦੇ ਉੱਤੇ ਲੂਣ ਭੁੱਕ ਕੇ ਤੇ ਗੰਢੇ ਦੇ ਨਾਲ ਰੋਟੀ ਖਾ ਲਈਦੀ ਹੈ, ਇਸ ਤਰ੍ਹਾਂ ਵੀ ਗੁਜ਼ਾਰਾ ਹੁੰਦਾ ਹੈ। ਹਾਂ ਹੁੰਦਾ। ਤੇ ਵੇਖ ਲਓ ਉਹ ਪ੍ਰਮਾਤਮਾ, ਉਹਨਾਂ ਦੀ ਹੈਲਥ ਵੇਖੋ, ਉਹਨਾਂ ਦੀ ਜਾ ਕੇ ਬਹੁਤ ਵਧੀਆ ਹੈਲਥ ਉਹਨਾਂ ਦੀ। ਉਹਨਾਂ ਦੇ ਬੱਚੇ ਤੁਹਾਡੇ ਬੱਚਿਆਂ ਤੇ ਸਟਰੋਂਗ ਜੇ। ਅਮੀਰਾਂ ਦੇ ਬੱਚੇ ਤੇ ਵੈਸੇ ਲੱਲੂ ਰਾਮ ਹੁੰਦੇ ਆ। ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਜਾਣਾ ਕਹਿਣੂ ਆ। ਤੁਸੀਂ 100 ਰੁਪਇਆ ਦਿਓ, ਉਹਨੂੰ ਕਹੋ ਪੁੱਤ ਚੀਜ਼ ਖਰੀਦ ਕੇ ਲਿਆ, ਉਹਨੂੰ ਇਹ ਨਹੀਂ ਪਤਾ ਕਿ ਵਾਪਸ ਕਿੰਨੇ ਮਿਲਣੇ ਆ। ਤੇ ਤੁਸੀਂ ਕਿਸੇ ਗਰੀਬ ਘਰ ਦੇ ਬੱਚੇ ਨੂੰ ਜਾਓ, ਉਹਨੂੰ ਸਾਰਾ ਪਤਾ, ਉਹਨੂੰ ਸੌਦਿਆਂ ਦਾ ਰੇਟ ਦਾ ਵੀ ਪਤਾ ਹੈ। ਜੇ ਵੱਧ ਘੱਟ ਪੈਸੇ ਹੋਏ ਤੇ ਦੱਸੂਗਾ ਅੰਕਲ ਨੂੰ ਕਿ ਅੰਕਲ ਆ ਪੈਸੇ ਏਦਾਂ ਹੋ ਗਏ। ਇਹਨੂੰ ਕੱਲੇ ਨਹੀਂ ਛੱਡ ਦੋ, ਕੱਲਾ ਆ ਜਾਊਗਾ ਘੁੰਮ ਘੰਮ ਕੇ, ਸਾਰੇ ਸ਼ਹਿਰ ਚੋਂ ਘੁੰਮ ਕੇ ਗੇੜਾ ਮਾਰ ਕੇ ਆ ਜਾਊਗਾ। ਤੇ ਸਾਡੇ ਬੱਚੇ ਬੜੀ ਮੁਸ਼ਕਲ ਨਾਲ ਹੀ ਉਹ ਵੈਨ ਤੱਕ ਹੀ ਜਾਂਦੇ ਆ ਤੇ ਗੱਡੀ ਦੀ ਵੈਨ ਚ ਹੀ ਵਾਪਸ ਆ ਸਕਦੇ, ਪਰ ਉਹ ਵੇਖੋ ਮੇਲਾ ਘੁੰਮ ਕੇ ਆ ਜਾਣਗੇ। ਕਿਉਂ? ਕਿਉਂਕਿ ਉਹਨਾਂ ਦੀ ਟ੍ਰੇਨਿੰਗ ਬਹੁਤ ਸਟਰੋਂਗ ਹੈ। ਪ੍ਰੈਕਟੀਕਲ ਲਾਈਫ ਚ ਬਹੁਤ ਜ਼ਿਆਦਾ ਡੀਪ ਗਏ ਨੇ। ਸਾਡੇ ਬੱਚੇ ਜਿਹੜੇ ਨੇ ਓਵਰ ਪ੍ਰੋਟੈਕਟਿਡ, ਮਾਂ ਨੇ ਬਹੁਤ ਸਿੰਦੇ ਲਾਡਲੇ ਰੱਖੇ ਨੇ। ਕਿੱਡੀ ਉਮਰ ਚ ਬੱਚਿਆਂ ਨੂੰ, ਮੈਂ ਹੈਰਾਨ ਹੋ ਗਿਆ, ਸਾਡੇ ਕੋਲ ਆਏ ਸੀ ਇਹ ਜਿਹੜੇ ਵੱਡੇ ਬੱਚਿਆਂ ਨੂੰ ਡੈਪਰ ਲੱਗੇ ਨੇ, ਮਾਂ ਰੋਟੀਆਂ ਖਵਾਉਂਦੀ ਹੈ। ਕੀ ਹੈ ਮਤਲਬ? ਇਹੋ ਹੀ ਆ ਕਿ ਉਹਨਾਂ ਨੂੰ ਉਹਦੀ ਹੱਡੀ ਕਮਜ਼ੋਰ ਕਰ ਛੱਡੀ ਹੈ। ਉਹਨਾਂ ਦੇ ਜੀਵਨ ਦੀ ਜਿਹੜੀ ਬੇਸਿਕ ਟ੍ਰੇਨਿੰਗ ਉਹ ਨਹੀਂ ਹੋਈ ਜਿਹੜੀ ਹੋਣੀ ਚਾਹੀਦੀ। ਮੈਂ ਤਾਂ ਕਹਿੰਦਾ ਆਪਣੇ ਬੱਚਿਆਂ ਨੂੰ ਪਲੀਜ਼ ਕੰਮ ਤੇ ਲਾਇਆ ਕਰੋ, ਨਹੀਂ ਲਾਓਗੇ ਤੇ ਪਛਤਾਓਗੇ। ਕੱਲ ਨੂੰ 20-22 ਸਾਲ ਦੇ ਬੱਚੇ ਨੂੰ ਕਹਿਤਾ ਜਾ ਪੁੱਤ ਜਾ ਆਟਾ ਲੈ ਆ, ਉਹਨੇ ਕਹਿਣਾ ਕਿਹੜਾ ਆਟਾ? ਮੈਂ ਨਹੀਂ ਕਿਸੇ ਨੂੰ ਜਾਣਦਾ, ਲਿਆਓ। ਪਹਿਲਾਂ ਕੋਈ ਲਾਉਂਦਾ ਸੀ, ਡੈਡੀ ਲਿਆਉਂਦਾ ਸੀ ਨਾ, ਹੁਣ ਵੀ ਡੈਡੀ ਨੂੰ ਭੇਜੋ, ਮੈਂ ਨਹੀਂ ਲਿਆ ਸਕਦਾ। ਪੰਜਾਬ 'ਚ ਖਾਸ ਕਰਕੇ ਚੀਜ਼ਾਂ ਹੈਗੀਆਂ। ਛੋਟਿਆਂ ਨੂੰ ਤੁਸੀਂ ਆਦਤਾਂ ਪਾਈਆਂ। ਹੁਣ ਆਪਣੇ ਵਾਲਿਆਂ ਨੂੰ ਮੈਂ ਪਾਉਂਦਾ, ਕਮਲ ਨੂੰ ਭੇਜਦਾ ਆਟਾ ਲੈ ਕੇ ਆਉਂਦਾ ਅਗਲਾ। ਮੈਂ ਕਿਹਾ ਪੁੱਤ ਤੇਰੀ ਜ਼ਿੰਮੇਵਾਰੀ, ਕਣਕ ਵੀ ਤੂੰ ਲੈ ਕੇ ਜਾਣੀ ਤੇ ਆਟਾ ਵੀ ਤੂੰ ਲਿਆਉਣਾ, ਚੱਲ ਗਰੋਸਰੀ ਵੀ ਲਿਆ ਕਰ। ਹੁਣ ਜਾਂਦਾ, ਪਹਿਲਾਂ ਨਹੀਂ ਪਤਾ ਹੈ ਉਹਨੂੰ। ਇੱਕ ਦਿਨ ਫਿਰ ਮੈਨੂੰ ਕਿਹਾ ਮੇਰੇ ਲੱਕ ਤੇ ਚੜਾਣੇ ਜਾ ਸਭ ਨੂੰ ਹੁਣ 2-4 ਵਾਰੀ, ਕਿਉਂਕਿ ਉਹਨੂੰ ਟ੍ਰੇਨਿੰਗ ਦੇਣੀ ਪੈਣੀ ਆ। ਉਹਨੂੰ ਚਾਹਣੇ ਤਾਂ ਪਤਾ ਨਹੀਂ। ਤੇ ਜੇ ਹੁਣ ਦਾਦੀ ਨੂੰ ਕਹੇ ਦਾਦੀ ਤੂੰ ਵੀ ਭਾਵੇਂ ਗਲਤ ਵੀ ਲੱਕ ਤੇ ਚੜਾਓ, ਨਹੀਂ ਚੜਾਵੇ ਤਾਂ ਕੰਮ ਕਰਾਓ, ਇਹਨੂੰ ਪਤਾ ਲੱਗੇ। ਜੇ ਇਹਨੂੰ ਕੋਈ ਸੰਸਕਾਰ ਹੀ ਨਹੀਂ ਦਿੱਤਾ ਤੇ ਕੱਲ ਨੂੰ ਮੈਂ ਕਹੂੰਗਾ ਮੰਨੂਗਾ ਮੇਰੀ ਗੱਲ? ਉਹ ਕਹਿੰਦਾ ਨਾ ਪਹਿਲਾਂ ਕਿਉਂ ਨਹੀਂ ਕਿਹਾ? ਹੁਣ ਤੁਸੀਂ, ਮੈਂ 20-22 ਸਾਲ ਦਾ ਜਵਾਨ ਹੋ ਗਿਆ, ਮੈਨੂੰ ਕਹਿੰਦੇ, ਮੈਨੂੰ ਸ਼ਰਮ ਆਉਂਦੀ। ਉਹਨੇ ਕਹਿਣਾ ਠੀਕ ਹੈ ਜੀ। ਇੱਥੇ ਆਪਾਂ ਚੀਜ਼ ਨੂੰ ਸਮਝ ਗਏ ਬਾਣੀ ਕੀ ਕਹਿ ਰਹੀ ਆ ਕਿ ਤੇਰੇ ਅੰਦਰ ਜਿਹੜੀ ਪਰਬਤ ਵਰਗੀ ਅਵਸਥਾ ਬਣਨੀ ਹੈ, ਕਿਉਂਕਿ ਪ੍ਰਮਾਤਮਾ ਪਰਬਤ ਵਾਂਗੂ ਵਿਸ਼ਾਲ ਹੈ ਤੇ ਉਹਦੇ ਵਾਂਗੂ ਸਟਰੋਂਗ ਹੈ, ਉਹ ਡੋਲਦਾ ਨਹੀਂ। ਤੇ ਜੇ ਮੰਨ ਲਓ ਤੇਰੀ ਓਟ ਉਹਦੇ ਤੇ ਹੈਗੀ ਆ, ਉਹ ਕਹਿੰਦੇ ਕਿ ਮੇਰੀ ਓਟ ਜਿਹੜੀ ਪ੍ਰਮਾਤਮਾ ਤੇ ਹੈਗੀ। ਹੁਣ ਤੁਸੀਂ ਦੇਖੋ ਕਿ ਤੁਹਾਡੀ ਜ਼ਿੰਦਗੀ 'ਚ ਪ੍ਰਮਾਤਮਾ ਰੂਪੀ ਕੋਈ ਸ਼ਕਤੀ ਹੈਗੀ, ਤੁਸੀਂ ਮੰਨਦੇ ਜੋ ਉਹਨੂੰ? ਜੇ ਉਹਨੂੰ ਮੰਨਦੇ ਜੋ, ਸਮਝ ਲਓ ਕਿ ਤੁਹਾਡੀ ਓਟ ਜਿਹੜੀ ਪ੍ਰਮਾਤਮਾ ਤੇ। ਜੇ ਤੁਸੀਂ ਸੋਚਦੇ ਜੋ ਕਿ ਪ੍ਰਮਾਤਮਾ ਕੋਈ ਗੁਰਦੁਆਰੇ ਮੰਦਿਰ 'ਚ ਬੈਠਾ ਹੈ ਤੇ ਫਿਰ ਸਮਝੋ ਤੁਹਾਡੀ ਓਟ ਨਹੀਂ ਹੈਗੀ। ਤੁਸੀਂ ਲੋਕਾਂ ਤੋਂ ਸੁਣੀ ਸੁਣਾਈ ਗੱਲ ਸੁਣ ਲਈ ਹੈ। ਤੁਸੀਂ ਕੀ ਹੋਇਆ ਹੈ ਕਿ ਲੋਕਾਂ ਨੇ ਕਹਿ ਦਿੱਤਾ ਹੈ ਰੱਬ ਹੈਗਾ, ਤੁਸੀਂ ਮੰਨ ਲਿਆ, ਤੁਹਾਡੀ ਕੋਈ ਖੋਜ ਨਹੀਂ ਹੈਗੀ। ਤੇ ਫਿਰ ਲੋਕਾਂ ਨੇ ਕੀ ਕਹਿਤਾ? ਉਹ ਮੰਦਿਰ 'ਚ ਹੈ, ਉਹ ਮਸਜਿਦ ਦੇ ਵਿੱਚ ਹੈਗਾ, ਜਾਂ ਕੋਈ 7ਵੇਂ ਅਸਮਾਨ 'ਚ ਹੈਗਾ, ਪਰ ਆ ਇੱਥੇ ਧਰਤੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਪ੍ਰਮਾਤਮਾ। ਇਹ ਆਪਣੇ ਆਪ ਹੀ ਪਤਾ ਨਹੀਂ ਕਿੱਥੋਂ ਆ ਗਈ। ਇੱਥੇ ਵੱਖਰੀ ਜਗ੍ਹਾ ਤੇ ਬੈਠਾ ਹੈ ਪ੍ਰਮਾਤਮਾ, ਕੋਈ ਬੰਦਾ ਹੈ, ਕੋਈ ਸਰਵ ਵਿਆਪਕ ਸ਼ਕਤੀ ਨਹੀਂ ਹੈਗੀ। ਤੇ ਫਿਰ ਉਹ ਜਿਹੋ ਜਿਹੇ ਲੋਕਾਂ ਨੇ ਗਿਆਨ ਦਿੱਤਾ ਹੈ, ਤੁਸੀਂ ਉਹੋ ਜਿਹਾ ਗਿਆਨ ਲੈ ਲਿਆ, ਕਿਉਂਕਿ ਉਹ ਗਿਆਨ ਤੁਹਾਡਾ ਨਹੀਂ ਹੈ। ਉਹ ਤੁਹਾਡੇ ਹੱਥ 'ਚ ਕਿਸੇ ਨੇ ਕੋਈ ਚੀਜ਼ ਫੜਾਤੀ ਹੈ, ਨਕਲੀ ਹੀਰਾ, ਉਹ ਕਹਿੰਦੇ ਅਸਲੀ ਹੈ। ਉਹ ਤੁਸੀਂ ਮੰਨ ਕੇ ਲਿਆ, ਮੰਨ ਕੇ ਉਹਨੂੰ ਪੋਟਲੀ 'ਚ ਬੰਨਿਆ ਤੇ ਘਰੇ ਸਾਂਭ ਕੇ ਰੱਖ ਲਿਆ। ਪਰ ਇੱਕ ਸਮਾਂ ਆਊਗਾ ਜਦੋਂ ਮੌਤ ਲਾੜੀ ਆਵੇਗੀ, ਫਿਰ ਤੁਸੀਂ ਉਹ ਹੀਰਾ ਲੈ ਕੇ ਜਾਓਗੇ, ਉਹਨਾਂ ਨੇ ਕਹਿਣਾ ਨਕਲੀ ਹੈ, ਇਹਦੀ ਕੋਈ ਕੀਮਤ ਨਹੀਂ। ਕਿੱਥੋਂ ਲਿਆਂਦਾ ਜੋ? ਤੁਸੀਂ ਕਹੋ ਜੀ ਇਸ ਦੀ ਬੜੀ ਮਿਹਨਤ ਕੀਤੀ ਸੀ, ਫਲਾਣੇ ਬਾਬੇ ਨੇ ਨਾਮ ਦਿੱਤਾ ਸੀ ਸਾਨੂੰ। ਉਹ ਕਹਿੰਦੇ ਨਕਲੀ ਹੀਰਾ ਤੁਹਾਨੂੰ ਦਿੱਤਾ ਗਿਆ। ਜਿੱਦਾਂ ਨਕਲੀ ਹੀਰਾ ਤੁਸੀਂ ਇਹ ਜਵੈਰੀ ਕੋ ਜਾਓਗੇ ਲੈ ਕੇ, ਤੁਸੀਂ ਕਹੋਗੇ ਇਹਦੇ ਪੈਸੇ ਮਿਲ ਜਾਣ, ਉਹਨਾਂ ਕਹਿਣਾ ਭਾਈ ਇਹਦਾ ਕੁਛ ਨਹੀਂ ਜੋ ਮਿਲਣਾ, ਇਹ ਕੱਚ ਹੈਗਾ। ਉਸੇ ਹੀ ਤਰ੍ਹਾਂ ਜੇਕਰ ਤੁਸੀਂ ਨਕਲੀ ਗਿਆਨ, ਨਕਲੀ ਨਾਮ, ਨਕਲੀ ਧਿਆਨ ਸਿਮਰਨ ਲੈ ਕੇ ਜਾਂਦੇ ਜੋ,
ਤੇ ਧਰਮਰਾਜ ਨੇ ਤੁਹਾਨੂੰ ਅੱਗੇ ਨਹੀਂ ਜਾਣ ਦੇਣਾ, ਉਹਨੇ ਇੱਥੇ ਹੀ ਰੋਕ ਲੈਣਾ। ਪੱਕੀ ਗੱਲ ਹੈ, ਗਰੰਟੀ ਹੈ, ਕਿਉਂਕਿ ਨਕਲੀ ਦੀ ਕੋਈ ਕੀਮਤ ਨਹੀਂ। ਨਕਲੀ ਟਿਕਟ ਦੇ ਨਾਲ ਤੁਸੀਂ ਜਹਾਜ਼ 'ਚ ਬਹਿ ਸਕਦੇ ਜੋ? ਨਹੀਂ। ਦੱਸੋ ਨੀ ਜੈਸਾ? ਨਹੀਂ, ਬਿਲਕੁਲ ਨਹੀਂ। ਮੈਂ ਤੁਹਾਨੂੰ ਸਕੈਨ ਕਰਕੇ ਨਕਲੀ ਬਣਾਉਂਦਾ, ਜਾਓ ਲੈ ਜਾਓ। ਤੂੰ ਬਹਿਣ ਦਊਗਾ ਅਗਲਾ ਤੁਹਾਨੂੰ? ਉਹਨੇ ਕਹਿਣਾ ਭਰਾਵਾ ਨਕਲੀ ਟਿਕਟ ਕਿੱਥੇ ਚੁੱਕ ਲਿਆ। ਆਪ ਸੋਚਦੇ ਜੋ ਕਿ ਪ੍ਰਮਾਤਮਾ ਦੇ ਦਰਬਾਰ ਦੀ ਨਕਲੀ ਟਿਕਟ ਚੱਲੂਗੀ ਇੱਥੇ? ਨਹੀਂ ਚੱਲੇਗੀ। ਪਰ ਲੋਕ ਏਦਾਂ ਕਰਦੇ ਆ, ਨਕਲੀ ਟਿਕਟਾਂ ਖਰੀਦ ਕੇ ਬੈਠੇ ਨੇ। ਇਸਦੇ ਚੱਕਰਾਂ 'ਚ ਉਹ ਕਿਸੇ ਨੂੰ ਨਹੀਂ, ਆਪਣੇ ਆਪ ਨੂੰ ਧੋਖਾ ਦਿੰਦੇ ਨੇ। ਹਾਂਜੀ ਨਜਰ ਸਾਹਿਬ, ਅਗਲੀ ਤੁਕ ਬੋਲੋ। ਇਹਦੇ ਵਿੱਚ ਇੱਕ ਥੋੜਾ ਜਿਹਾ ਜਿਹੜਾ ਹੈਗਾ ਆਪਾਂ ਜਿਹੜਾ ਹੈਗਾ ਇਹਦੇ ਵਿੱਚ ਐਡ ਕਰ ਦਈਏ ਕਿ ਪਰਮਾਤਮਾ ਦੀ ਓਟ ਲੈਣੀ ਜਿਹੜੀ ਹੈਗੀ ਆ। ਹੁਣ ਪਰਮਾਤਮਾ ਜਿਹੜਾ ਹੈਗਾ ਉਹ ਤਾਂ ਜਿਹੜਾ ਹੈਗਾ ਮਾਇਆ ਦੇ ਵਿੱਚ ਨਹੀਂ ਹੈ, ਆਕਾਰ ਦੇ ਵਿੱਚ ਨਹੀਂ ਹੈ, ਰੂਪ ਰੇਖ ਰੰਗ ਕੁਛ ਵੀ ਨਹੀਂ ਹੈਗਾ। ਉਹਦੀ ਓਟ ਲੈਣੀ ਕੀ ਹੈਗੀ ਆ? ਉਹਦੀ ਓਟ ਲੈਣੀ ਔਰ ਉਹ ਮਾਲਕ ਪਰਮਾਤਮਾ ਨੂੰ ਕੋਈ ਮਤਲਬ ਜਿਹੜਾ ਹੈਗਾ ਫਰਕ ਨਹੀਂ ਪੈਂਦਾ ਕਿ ਕੋਈ ਉਹਦੀ ਓਟ ਲਏ ਜਾਂ ਨਾ ਲਏ। ਮਾਲਕ ਤਾਂ ਜੇ ਹੈਗਾ, ਸਭ ਤੋਂ ਉੱਚਾ ਹੈਗਾ, ਸਭ ਤੋਂ ਤਾਕਤਵਰ ਹੈਗਾ, ਉਹਨੇ ਉਸ ਤਰ੍ਹਾਂ ਹੀ ਰਹਿਣਾ। ਫਿਰ ਓਟ ਲੈਣ ਦਾ ਕੀ ਮਤਲਬ ਹੈ? ਓਟ ਲੈਣ ਦਾ ਮਤਲਬ ਹੈਗਾ ਬਈ ਜਿਸ ਤਰ੍ਹਾਂ ਬ੍ਰਹਮ ਗਿਆਨ ਕਹਿ ਰਿਹਾ ਆ ਉਸ ਤਰੀਕੇ ਦੇ ਨਾਲ ਉਸ ਮਾਲਕ ਪਰਮਾਤਮਾ ਜਿਹੜਾ ਹੈਗਾ, ਜਿਹੜਾ ਨਿਰੰਕਾਰ ਹੈਗਾ, ਉਹਦੀ ਭਗਤੀ ਕਰਨੀ, ਉਹਦਾ ਧਿਆਨ ਸਿਮਰਨ ਕਰਨਾ, ਇਹ ਹੈਗੀ ਉਹਦੀ ਓਟ ਲੈਣੀ। ਠੀਕ ਹੈ ਵੀਰ ਜੀ? ਹਾਂਜੀ ਠੀਕ ਹੈ ਜੀ, ਬਿਲਕੁਲ ਸਹੀ ਹੈ। ਪਰਮਾਤਮਾ ਦੀ ਓਟ ਲੈਣੀ ਮਤਲਬ ਦੇਖੋ ਸਭ ਤੋਂ ਵੱਡੀ ਗੱਲ ਹੈ ਨਾ, ਲੋਕੀ ਕਹਿੰਦੇ ਤੇ ਹੈਗੇ ਆ ਕਿ ਅਸੀਂ ਪਰਮਾਤਮਾ ਤੇ ਵਿਸ਼ਵਾਸ ਕਰਦੇ ਹਾਂ। ਇਹ ਸੱਚ ਨਹੀਂ ਹੈਗਾ ਜੀ। ਨਹੀਂ, ਇਹ ਹੈਗਾ ਵਾ ਤੇ ਫਿਰ ਕਾਫੀ ਵੱਡੀ ਗੱਲ ਹੈ। ਇੱਥੇ ਓਟ ਲੈਣ ਦਾ ਮਤਲਬ ਇਹ ਆ ਕਿ ਪਰਮਾਤਮਾ ਜਿਹੜਾ ਹੈ ਉਹਨੂੰ ਆਪਣੇ ਜੀਵਨ 'ਚ ਜਿੱਦਾਂ ਤੁਸੀਂ ਮੈਨੂੰ ਸਮਝਦੇ ਜੋ, ਮੈਂ ਤੁਹਾਨੂੰ ਸਮਝਦਾ ਹਾਂ ਜਾਂ ਨਿੱਜਰ ਸਾਹਿਬ ਨੂੰ ਸਮਝਦੇ ਹਾਂ, ਏਦਾਂ ਉਹਨੂੰ ਮੰਨਣਾ ਪਊਗਾ। ਹੁਣ ਜਿੱਦਾਂ ਤੁਹਾਡੇ ਪਰਿਵਾਰ ਦਾ ਜਿਸ ਤਰ੍ਹਾਂ ਆਪਣੇ ਆਪ ਹੈਗੇ ਆ ਆਪਾਂ, ਉਸ ਤਰ੍ਹਾਂ ਹੀ ਮਾਲਕ ਪਰਮਾਤਮਾ ਨੂੰ ਆਪਣੇ ਨਾਲ ਅੰਗ ਸੰਗ ਮੰਨਣਾ ਪਊਗਾ। ਹਾਂ, ਜਿੱਦਾਂ ਤੁਸੀਂ ਆਪਣੇ ਘਰ ਦੇ ਜੀ ਨੂੰ ਸਮਝਦੇ ਜੋ ਨਾ, ਉਹਨਾਂ ਦੀ ਮੌਜੂਦਗੀ ਨੂੰ ਇੰਨਾ ਸਵੀਕਾਰ ਕਰਦੇ ਜੋ, ਉਸੇ ਤਰ੍ਹਾਂ ਤੁਹਾਨੂੰ ਪਰਮਾਤਮਾ ਦੀ ਮੌਜੂਦਗੀ ਨੂੰ ਸਵੀਕਾਰ ਕਰਨਾ ਪਊਗਾ। ਬਿਲਕੁਲ ਬਹੁਤ ਕਰੀਬ ਹੈ ਤੁਹਾਡੇ, ਤਾਂ ਹੀ ਓਟ ਹੈ ਉਹਦੀ। ਕਿਉਂਕਿ ਇਹ ਆਸਾਨ ਮਾਰਗ ਨਹੀਂ ਹੈ, ਬਿਲਕੁਲ ਹੀ ਆਸਾਨ ਮਾਰਗ ਨਹੀਂ ਹੈ। ਵੈਸੇ ਵੀ ਇੱਥੇ ਭੀੜ ਦਾ ਕੰਮ ਨਹੀਂ ਹੈ, ਤੁਸੀਂ ਇਕੱਲੇ ਜਾਣਾ ਪੈਣਾ, ਇਕੱਲੇ ਨੂੰ ਜਾਣਾ ਪਊਗਾ ਤੁਹਾਨੂੰ। ਉੱਥੇ ਕੋਈ ਨਹੀਂ ਜਾ ਸਕਦਾ ਤੁਹਾਡੇ ਨਾਲ, ਮੈਂ ਵੀ ਨਹੀਂ ਜਾ ਸਕਦਾ, ਨਿੱਜਰ ਸਾਹਿਬ ਨਹੀਂ ਜਾ ਸਕਦਾ। ਕਿਉਂਕਿ ਜਿੱਥੇ ਜਾਣਾ ਤੁਸੀਂ ਜੋ ਉਹ ਬਿੰਦੂ ਤੁਹਾਡਾ ਤੁਹਾਡੇ ਅੰਦਰ ਹੈ, ਮੇਰਾ ਮੇਰੇ ਅੰਦਰ ਹੈ। ਮੈਂ ਆਪਣੇ ਰਸਤੇ ਜਾਊਂਗਾ, ਤੁਸੀਂ ਆਪਣੇ। ਤੁਹਾਡੀ ਜ਼ਿੰਦਗੀ ਦਾ ਇੱਕ ਅਲੱਗ ਲਕਸ਼ ਆ, ਮੇਰੇ ਜੀਵਨ ਦਾ ਇੱਕ ਅਲੱਗ ਲਕਸ਼ ਆ। ਲਕਸ਼ ਕੀ ਆ? ਮੇਰੇ ਸਵਾਲ ਜਿਹੜੇ ਹੈਗੇ ਮੈਨੂੰ ਖੁਦ ਹੱਲ ਕਰਨੇ ਪੈਣੇ। ਤੁਹਾਡੀ ਜ਼ਿੰਦਗੀ ਅਲੱਗ ਹੈ, ਤੁਹਾਡੀ ਜ਼ਿੰਦਗੀ ਦੇ ਸਵਾਲ ਕੁਝ ਅਲੱਗ ਹੋਣਗੇ, ਤੁਸੀਂ ਉਹਨਾਂ ਨੂੰ ਆਪਣੇ ਤਰੀਕੇ ਨਾਲ ਹੱਲ ਕਰੋਗੇ। ਅਸੀਂ ਤੁਹਾਨੂੰ ਗਿਆਨ ਦੇ ਸਕਦੇ ਹਾਂ। ਹੁਣ ਡਰਾਈਵਰ ਨੂੰ ਕੇਵਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਾਰ ਕਿੱਦਾਂ ਚਲਾਉਣੀ ਆ, ਉਸ ਤੋਂ ਬਾਅਦ ਖੱਡਿਆਂ 'ਚ ਕਿੱਦਾਂ ਕੱਢਣੀ ਆ, ਮੋੜਾਂ ਤੋਂ ਕਿੱਦਾਂ ਮੋੜਨੀ ਆ, ਉਹਨੇ ਖੁਦ ਸਿੱਖਣੀ ਹੁੰਦੀ ਹੈ। ਇਹਨੇ ਜੀ ਸਾਹਿਬ ਬਿਲਕੁਲ ਸਹੀ ਆ। ਰਸਤੇ ਦੇ ਵਿੱਚ ਗੱਡੀ ਖੜੀ ਹੋ ਗਈ ਆ, ਮਾੜਾ ਜਿਹਾ ਉਹਦੇ ਵਿੱਚ ਜਿਹੜੀ ਆ ਬੈਟਰੀ ਦਾ ਟਰਮੀਨਲ ਲੂਜ਼ ਹੈਗਾ, ਉਹ ਡਰਾਈਵਰ ਨੂੰ ਆਪਣਾ ਐਕਸਪੀਰੀਅੰਸ ਹੈ ਉਹਦਾ। ਹਾਂ, ਉੱਥੇ ਵੀ ਤੁਹਾਡਾ ਗਿਆਨ ਹੀ ਤੁਹਾਡੇ ਕੰਮ ਆਊਗਾ। ਕੋਈ ਮੁਸ਼ਕਲ ਆ ਗਈ ਤੁਹਾਡੇ ਜੀਵਨ 'ਚ, ਹੁਣ ਤੁਸੀਂ ਮੇਰੇ ਤੋਂ ਥੋੜੀ ਪੁੱਛਣਾ ਹੋਗੇ, ਤੁਹਾਡੇ ਨਾਲ ਸਾਹਮਣੇ ਜੀ ਵਾਪਰ ਰਹੀ। ਉਸ ਟਾਈਮ ਤੇ ਕਿਹੜਾ ਫੈਸਲਾ ਲੈਣਾ ਹੈ, ਉਹ ਤੁਹਾਡੇ ਗਿਆਨ ਨੇ। ਔਰ ਗਿਆਨ ਕੀ ਹੈ? ਜਦੋਂ ਤੁਹਾਡਾ ਮਨ ਸ਼ਾਂਤ ਹੋਇਆ ਨਾ, ਤੇ ਤੁਹਾਡੇ ਅੰਦਰ ਹੀ ਗਿਆਨ ਹੈ, ਤੁਹਾਨੂੰ ਪਤਾ ਕੀ ਕਰਨਾ ਹੈ ਜਾਂ ਕੀ ਨਹੀਂ ਕਰਨਾ। ਠੀਕ ਹੈ ਜੀ ਨਿੱਜਰ ਸਾਹਿਬ, ਅਗਲੀ ਤੁਕ ਬੋਲੋ। ਅਬ ਤਬ ਜਬ ਕਬ ਤੂੰ ਹੀ ਕਹਿੰਦੇ ਕਬੀਰ ਜੀ ਕਹਿੰਦੇ ਆ, ਤੂੰ ਹਮੇਸ਼ਾ ਰਹਿਣ ਵਾਲਾ ਆ ਔਰ ਮੇਰੇ ਨਾਲ ਤੂੰ ਹਮੇਸ਼ਾ ਹੈਗਾ ਆ। ਹਮੇਸ਼ਾ ਹੈਗਾ, ਜਦ ਦਾ ਮੈਂ ਹੈਗਾ ਆ, ਤਦ ਦਾ ਤੂੰ ਮੇਰੇ ਨਾਲ ਹੈਗਾ ਆ। ਅਬ ਤਬ ਜਬ ਕਬ ਤੂੰ ਹੀ ਹੈਗਾ ਆ ਹਮੇਸ਼ਾ। ਬਸ ਜ਼ਿਆਦਾ ਚੀਜ਼ ਕਬੀਰ ਜੀ ਨੇ ਜਿਹੜੇ ਹੈਗੇ, ਉਹਨਾਂ ਨੇ ਇਹ ਚੀਜ਼ ਜਿਹੜੀ ਹੈਗੀ ਉਹਨਾਂ ਦੇ ਜੀਵਨ ਦੇ ਵਿੱਚ ਆ ਗਈ। ਹਮ ਤਉ ਪ੍ਰਸਾਦ ਸੁਖੀ ਸਦ ਹੀ ਰਹਾਓ। ਕਹਿੰਦੇ ਮੈਂ ਤੇਰੀ ਕਿਰਪਾ ਦੇ ਨਾਲ ਹਮੇਸ਼ਾ ਵਾਸਤੇ ਸੁਖੀ ਹੋ ਗਿਆ, ਕਿਉਂਕਿ ਤੂੰ ਹਮੇਸ਼ਾ ਵਾਸਤੇ ਰਹਿਣ ਵਾਲਾ ਮੇਰੇ ਨਾਲ, ਇਸ ਕਰਕੇ ਮੈਂ ਵੀ ਸੁਖੀ ਹੋ ਗਿਆ ਹਮੇਸ਼ਾ ਵਾਸਤੇ। ਹਾਂਜੀ ਵੀਰ ਜੀ, ਸਹੀ ਹੈ ਜੀ। ਕਹਿੰਦੇ ਅਬ ਤਬ ਜਬ ਕਬ ਤੂੰ ਹੀ। ਹਾਂ,
ਕਿ ਅਬ ਤਬ ਹੁਣ ਵੀ ਤੇ ਤਬ ਪਹਿਲਾਂ ਵੀ, ਹਾਂ ਤੇ ਜਬ ਤੇ ਕਬ ਜਦੋਂ ਵੀ ਤੇ ਕਦੋਂ ਵੀ, ਹਾਂਜੀ ਹਮੇਸ਼ਾ ਹੀ। ਹਮੇਸ਼ਾ ਵੀ। ਉਹ ਹੁਣ ਕਹਿੰਦੇ ਕਿ ਤੂੰ ਹੀ ਤੂੰ, ਤੇਰੇ ਤੋਂ ਸਿਵਾਏ ਕੋਈ ਹੋਰ ਹੈ ਨਹੀਂ। ਬਿਲਕੁਲ ਸਹੀ ਗੱਲ ਹੈ। ਪਰ ਇੱਕ ਵੇਖੋ ਆਪ ਇਸ ਚੀਜ਼ ਨੂੰ ਮਹਿਸੂਸ ਕੀਤਾ, ਪਰ ਬੰਦਾ ਨਹੀਂ ਜੋ ਮੰਨਦਾ। ਆਪ ਕੇ ਸਾਇੰਟਿਸਟ ਨੂੰ ਪੁੱਛ ਲਓ, ਕਿਸੇ ਵੱਡੇ ਵੱਡੇ ਬੰਦੇ ਨੂੰ ਪੁੱਛ ਲਓ, ਖਾਸ ਕਰਕੇ ਜਿਹੜੇ ਧਾਰਮਿਕ ਸਥਾਨਾਂ ਤੇ ਬੰਦੇ ਬੈਠੇ ਬਿਲਕੁਲ ਧਾਰਮਿਕ ਨਹੀਂ ਜੀ ਹੈਗੇ, ਪਰ ਆਪਾਂ ਲੋਕ ਸੋਚਦੇ ਉਹ ਧਾਰਮਿਕ ਹੈ, ਉਹ ਨਹੀਂ ਧਾਰਮਿਕ। ਜੋ ਧਾਰਮਿਕ ਹੋਣ ਤੇ ਉਹ ਜਿਹੜਾ ਜੀਵਨ ਇੱਥੇ ਦਿਖਾ ਰਹੇ ਨੇ ਉਹ ਨਹੀਂ, ਉਹ ਕੁਝ ਹੋਰ ਨੇ। ਉਹ ਬਾਣੀ 'ਚ ਵੀ ਲਿਖਿਆ ਭਾਂਡੇ ਕੱਚੇ ਆ, ਉਹ ਕੁਛ ਨਹੀਂ, ਖੈਰ ਦੀਜੀਏ ਬੰਦ, खैर दीजिए बंदगी, शेख फरीदा खैर दीजिए बंदगी। ਹਾਂ ਉਹਦੇ 'ਚ ਲੱਗਾ ਤੁਕ। ਫਿਰ ਮਤਲਬ ਕੀ ਆ, ਆਪਾਂ ਇਹ ਨਹੀਂ ਕਹਿਣਾ ਕਿ ਉਹ ਗਲਤ ਨੇ ਜਾਂ ਸਹੀ ਨੇ। ਮੈਂ ਇਹ ਕਹਿਣਾ ਕਿ ਉਹ ਧਰਮ ਦੇ ਮਾਮਲੇ 'ਚ ਨਾ ਬਹੁਤ ਜ਼ਿਆਦਾ ਕਨਫਿਊਜ਼ਨ ਹੈਗੀ ਆ। ਜਦ ਤੱਕ ਤੁਹਾਡੇ ਕੋਲ ਗਿਆਨ ਨਹੀਂ ਨਾ ਹੈਗਾ, ਤੁਹਾਨੂੰ ਪਿੱਤਲ ਵੀ ਸੋਨਾ ਲੱਗਣਾ ਜੀ, ਪੰਗਾ ਵਾ। ਤੁਹਾਨੂੰ ਕੱਚ ਵੀ ਹੀਰਾ ਲੱਗਣਾ। ਗਿਆਨ ਨਹੀਂ ਹੈਗਾ, ਅਸਲੀ ਤੇ ਨਕਲੀ ਪਛਾਣ ਦੇ ਲਈ ਤੁਹਾਨੂੰ ਕਿਸੇ ਜੁਐਰੀ ਕੋਲ ਜਾਣਾ ਪਊਗਾ। ਉੱਥੇ ਉਹ ਸਿੱਖਣਾ ਪਊਗਾ ਕਿ ਉਹ ਪਾਰਖੀ ਨਜ਼ਰਾਂ ਕਿੱਦਾਂ ਨੇ, ਔਰ ਜਾਂ ਉਹ ਹੀਰੇ ਨੂੰ ਕਿੱਦਾਂ ਪਰਖਣਾ ਹੈ। ਬਾਣੀ ਤੇ ਕਹਿੰਦੀ ਹੈ ਕਿ ਜੇ ਹੀਰਾ ਅਸਲੀ ਹੈ ਤੇ ਉਹਨੂੰ ਕਹੋ ਕਿ ਨਿਰਵਿਚਾਰ ਸਮਾਧੀ 'ਚ ਲੈ ਜਾ। ਟੈਂਪਲ ਫ੍ਰੀ ਨਾ ਨਿਜੇ ਸਾਹਿਬ, ਉਧਰ ਬਾਣੀ 'ਚ ਆਇਆ ਸੀ ਨਾ ਨਿਜੇ ਸਾਹਿਬ। ਹਾਂਜੀ ਲੱਗਦਾ ਮਾਈਕ ਮਿਊਟ ਹੈ। ਠੀਕ ਹੈ ਸਾਧ ਸੰਗਤ ਜੀ, ਸੈਂਪਲ ਫ੍ਰੀ ਹੈ। ਤੇ ਜੇ ਕੋਈ ਕਹਿੰਦਾ ਹੈਗਾ ਉਹਨੂੰ ਕਹੋ ਕਿ ਭਾਈ ਮੈਨੂੰ 2-4 ਮਿੰਟ 10-20 ਮਿੰਟ ਮੇਰੇ ਮਨ ਨੂੰ ਨਾ ਨਿਰਵਿਚਾਰ ਸਮਾਧੀ 'ਚ ਲੈ ਕੇ ਜਾਓ। ਮੈਂ ਵੇਖਾ ਤਾਂ ਸਹੀ ਉਹ ਪਰਮਾਤਮਾ ਹੈ ਕਿੱਦਾਂ ਦਾ ਜਾਂ ਕਿੱਦਾਂ ਦਿਖਾਈ ਦਿੰਦਾ। ਠੀਕ ਹੈ ਜੀ ਸਾਹਿਬ। ਹਾਂਜੀ ਬਿਲਕੁਲ ਸਹੀ ਹੈ ਜੀ। ਹਾਂ ਸੋ ਸੈਂਪਲ ਤੇ ਬਾਣੀ 'ਚ ਵੀ ਕਿਹਾ ਤੈਨੂੰ ਫ੍ਰੀ ਆ, ਪਰ ਗੁਰੂਆਂ ਨੇ ਖੁਦ ਕਹਿੰਦੇ ਕਿ ਮੈਨੂੰ ਬੰਦਾ ਮਿਲਾਓ, ਫਿਰ ਉਹਨੂੰ ਮਨ ਤੇ ਤਨ ਮੈਂ ਦੋਨੋਂ ਅਰਪਣ ਕਰ ਦਾਂਗਾ। ਕਹਿਣ ਤੋਂ ਭਾਵ ਮੈਂ ਉਹਦੇ ਅਨੁਸਾਰ ਜੀਵਨ ਬਤੀਤ ਕਰਾ ਦਾਂਗਾ। ਪਹਿਲਾਂ ਮੈਨੂੰ ਸੈਂਪਲ ਤੇ ਦਵੇ, ਦਿਖਾਵੇ ਤੇ ਸਹੀ। ਬਿਲਕੁਲ ਸੈਂਪਲ ਫ੍ਰੀ ਹੈ, ਉਹਦੀ ਕੋਈ ਕੀਮਤ ਨਹੀਂ। ਹਾਂਜੀ ਨਿਜਰ ਸਾਹਿਬ ਅਗਲੀ ਤੁਕ ਬੋਲੋ। रहाओ तोरे भरोसे मगहर बस्यो, मेरे तन की तपत बुझाई। देख लो कबीर जी ਕਹਿੰਦੇ ਕਿ ਭਾਈ ਲੋਕੀ ਕਹਿੰਦੇ ਸੀ ਕਾਂਸ਼ੀ ਹੈਗੀ ਮੁਕਤੀ ਦੀ ਨਗਰੀ ਹੈ, ਇਹ ਸ਼ਿਵ ਜੀ ਦੀ ਨਗਰੀ ਹੈਗੀ ਆ। ਇੱਥੇ ਜਿਹੜਾ ਮਰਦਾ ਹੈ, ਪ੍ਰਾਣ ਤਿਆਗਦਾ ਹੈ, ਮੁਕਤ ਹੋ ਜਾਂਦਾ ਹੈ। ਕਬੀਰ ਜੀ ਕਹਿੰਦੇ ਨਹੀਂ ਭਾਈ, ਮੈਂ ਤਾਂ ਮਗਹਰ ਜਾਊਂਗਾ। ਕਹਿੰਦੇ ਤੇਰੇ ਭਰੋਸੇ, ਤੇਰੇ ਭਰੋਸੇ ਦੇ ਉੱਤੇ ਹੀ ਮੇਰੇ ਮਾਲਕਾ ਮੈਂ ਮਗਰ ਆ ਗਿਆ। ਤੇ ਉੱਥੇ ਆ ਪਹਿਲਾਂ ਤੂੰ ਮੈਨੂੰ ਉੱਥੇ ਦਰਸ਼ਨ ਦਿੱਤੇ, ਮੇਰੇ ਤਨ ਕੀ ਤਪਤ ਬੁਝਾਈ। ਮੇਰੇ ਅੰਦਰ ਜਿਹੜੀ ਹੈਗੀ ਆ ਤ੍ਰਿਸ਼ਨਾ ਸੀਗੀ। ਤਨ ਦੀ ਤਪਤ ਕੀ ਆ? ਆਪਣੇ ਤਨ ਦੀ ਤਪਤ ਹੈਗੀ ਤ੍ਰਿਸ਼ਨਾ, ਪਦਾਰਥ, ਮਾਇਆ। ਕਹਿੰਦੇ ਮੇਰੀ ਜਿਹੜੀ ਹੈਗੀ ਖਿੱਚ, ਜਿਹੜੀ ਮਾਇਆ ਦੀ ਸੀਗੀ, ਉਹ ਖਿੱਚ ਬੁਝ ਗਈ ਮੇਰੀ। ਇਹ ਮਾਇਆ ਜਿਹੜੀ ਹੈਗੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਇਹ ਕੰਟਰੋਲ ਦੇ ਵਿੱਚ ਆ ਗਏ। ਤੇਰੇ ਭਰੋਸੇ ਦੇ ਨਾਲ, ਤੇਰੀ ਭਗਤੀ ਦੇ ਨਾਲ, ਤੈਨੂੰ ਆਪਣੇ ਨਾਲ ਦੇਖਣ ਦੇ ਨਾਲ, ਤੋਰੇ ਭਰੋਸੇ ਮਗਹਰ ਬਸਿਓ, ਮੇਰੇ ਤਨ ਕੀ ਤਪਤ ਬੁਝਾਈ। ਪਹਿਲੇ ਦਰਸ਼ਨ ਮਗਹਰ ਪਾਇਓ, ਫੁਨ ਕਾਸ਼ੀ ਵਸੇ ਆਈ। ਕਹਿੰਦੇ ਪਹਿਲਾਂ ਦਰਸ਼ਨ ਤੂੰ ਮੈਨੂੰ ਮਗਹਰ ਦਿੱਤੇ ਤੇ ਫਿਰ ਮੈਂ ਕਾਸ਼ੀ ਆ ਗਿਆ। ਹਾਂਜੀ ਵੀਰ ਜੀ ਸਹੀ ਹੈ ਜੀ। ਤੋਰੇ ਭਰੋਸੇ ਮਗਹਰ ਬਸਿਓ, ਮੇਰੇ ਤਨ ਕੀ ਤਪਤ ਬੁਝਾਈ। ਇਸੇ ਫਿਰ ਬੋਲੇ ਤੁਕ ਨੇ ਦੁਬਾਰਾ ਮੈਂ ਸਮਝਾਇਓ। ਤੋਰੇ ਭਰੋਸੇ ਮਗਹਰ ਬਸਿਓ। ਕਹਿੰਦੇ ਕਬੀਰ ਜੀ ਕਹਿੰਦੇ ਤੇਰੇ ਭਰੋਸੇ ਦੇ ਨਾਲ ਮੈਂ ਮਗਹਰ ਚਲਾ ਗਿਆ। ਕਿਉਂਕਿ ਇਹ ਕਹਿੰਦੇ ਸੀ ਬਈ ਇੱਥੇ ਜਿਹੜਾ ਹੈਗਾ ਕਾਂਸ਼ੀ ਦੇ ਵਿੱਚ ਜਿਹੜਾ ਬਨਾਰਸ ਦੇ ਵਿੱਚ ਜਿਹੜਾ ਪ੍ਰਾਣ ਤਿਆਗੂਗਾ ਉਹੀ ਮੁਕਤ ਹੋ ਸਕਦਾ ਹੈ। ਮਗਹਰ ਜਿਹੜਾ ਜਗ੍ਹਾ ਮਗਰ ਜਾ ਕੇ ਪ੍ਰਾਣ ਤਿਆਗੂਗਾ ਉਹ ਖੋਤੇ ਦੀ ਜੂਨ 'ਚ ਜਾਊਗਾ। ਕਹਿੰਦੇ ਮੈਂ ਤਾਂ ਉੱਥੇ ਹੀ ਜਾਊਂਗਾ, ਉੱਥੇ ਹੀ ਭਗਤੀ ਕੀਤੀ ਮੈਂ ਮਗਹਰ, ਔਰ ਉੱਥੇ ਤੂੰ ਮੈਨੂੰ ਪਹਿਲਾਂ ਦਰਸ਼ਨ ਦਿੱਤੇ। ਤੋਰੇ ਭਰੋਸੇ ਮਗਹਰ ਬਸਿਓ, ਬਸ ਗਿਆ ਮੈਂ, ਜਾ ਕੇ ਉੱਥੇ ਰਹਿਣ ਲੱਗ ਗਿਆ ਮੈਂ। ਮੇਰੇ ਤਨ ਕੀ ਤਪਤ ਬੁਝਾਈ। ਤਨ ਦੀ ਤਪਤ ਕੀ ਆ? ਮੇਰੇ ਜਿਹੜੀ ਹੈਗੀਆਂ ਮੇਰੀ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ। ਮੈਨੂੰ ਪਦਾਰਥਾਂ ਦਾ ਜਿਹੜਾ ਹੈਗਾ ਮੋਹ ਜਿਹੜਾ ਹੈਗਾ ਮੇਰਾ ਖਤਮ ਕਰ ਦਿੱਤਾ। ਪਹਿਲੇ ਦਰਸ਼ਨ ਮਗਹਰ ਪਾਇਓ, ਫੁਨ ਕਾਸ਼ੀ ਵਸੇ ਆਈ। ਪਹਿਲਾਂ ਮੈਨੂੰ ਮਗਹਰ ਦਰਸ਼ਨ ਦਿੱਤੇ ਤੂੰ,
ਔਰ ਫਿਰ ਮੈਂ ਜਿਹੜਾ ਹੈਗਾ ਕਾਸ਼ੀ ਆ ਗਿਆ। ਹਾਂਜੀ ਵੀਰ ਜੀ। ਹਾਂ ਠੀਕ ਹੈ ਜੀ। ਉਹ ਕਹਿੰਦੇ ਆ ਕਿ ਤੇਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤ ਬੁਝਾਈ। ਕਿ ਮੈਂ ਤੇਰੇ ਭਰੋਸੇ ਤੇ ਭਰੋਸੇ ਦਾ ਮਤਲਬ ਇਹ ਕਿ ਮੇਰੇ ਪਿਤਾ ਜਦੋਂ ਮੈਂ ਤੈਨੂੰ ਜਾਣ ਲਿਆ ਤੇ ਫਿਰ ਮੈਂ ਮਗਹਰ ਚ ਆ ਗਿਆ। ਹਾਂ, ਮਗਰ ਉੱਥੇ ਭਗਤੀ ਕਰਨੀ ਸ਼ੁਰੂ ਕਰਤੀ। ਮੈਂ ਤਾਂ ਆਪਣੇ ਆਪ ਨੂੰ ਮਗਰ ਲੈ ਕੇ ਆ ਗਿਆ। ਹਾਂ, ਮਗਰ ਲੈ ਗਿਆ ਕਿਉਂਕਿ ਮੈਨੂੰ ਪਤਾ ਲੱਗ ਗਿਆ ਕਿ ਤੂੰ ਤੇ ਸਰਬ ਵਿਆਪਕ ਸ਼ਕਤੀ ਆ। ਤੇਰੀ ਕੋਈ ਖਾਸ ਜਗ੍ਹਾ ਤੇ ਕੋਈ ਖਾਸ ਵੱਧ ਘੱਟ ਤੇਰੀ ਮੌਜੂਦਗੀ ਨਹੀਂ ਆ। ਹਾਂ, ਇਹ ਇੱਕ ਬਹੁਤ ਵੱਡੀ ਗਲਤਫਹਿਮੀ ਆ। ਆਪਾਂ ਲੋਕ ਕੀ ਸੋਚਦੇ ਆ ਉੱਥੇ ਦਰਬਾਰ ਸਾਹਿਬ ਜਾ ਕੇ ਵੇਖੋ ਜਦੋਂ ਪਾਲਕੀ ਸਾਹਿਬ ਨਿਕਲਦੀ ਕਿੱਦਾਂ ਲੋਕੀ ਜੱਫੀਆਂ ਭਰੀ ਜਾਂਦੇ, ਚਿੰਬੜੀ ਜਾਂਦੇ ਆ। ਪਰ ਮੁੜ ਕੇ ਮੈਂ ਵੇਖਣਾ ਵਾ ਉਹ ਪਰਲੇ ਬੰਨੇ ਬਕਰਮਾਂ ਚ ਵੀ ਸਰੂਪ ਉਹੀ ਨੇ। ਉੱਥੇ ਤਾਂ ਬੰਦਾ ਵੇਖਦਾ ਹੀ ਨਹੀਂ। ਬਿਲਕੁਲ ਸਹੀ ਗੱਲ ਹੈ। ਪਰ ਇੱਥੇ ਇੱਕ ਚੀਜ਼ ਨੂੰ ਸੋਚੋ कि आप जस्ट सोचो कि सच्ची आप जो ਉੱਥੇ ਐਕਸ਼ਨ ਕਰ ਰਹੇ ਸੀ, ਜਿਹੜਾ ਨਾਟਕ ਕਰ ਰਹੇ ਸੀ, ਉਹ ਤੁਸੀਂ ਸੱਚ ਸੀ? ਨਹੀਂ, ਕੇਵਲ ਦਿਖਾਵਾ। ਕਿਉਂਕਿ ਲੋਕੀ ਹੱਥ ਲਾਉਂਦੇ ਆ ਨਾ ਤੇ ਤੁਸੀਂ ਇਹ ਸੋਚਦੇ ਜੋ ਕਿ ਮੈਂ ਵੀ ਪਿੱਛੇ ਨਾ ਰਹਿ ਜਾਵਾਂ। ਨਿੱਜਰ ਸਾਹਿਬ ਬਿਲਕੁਲ ਸਹੀ ਆ। ਹੁਣ ਇੱਥੇ ਕੋਈ ਨਹੀਂ ਮੱਥਾ ਟੇਕਦਾ, ਤੁਸੀਂ ਵੀ ਨਹੀਂ ਟੇਕਣਾ। ਇਹ ਬੰਦੇ ਦਾ ਸੁਭਾਅ ਆ। ਔਖੇ ਹੋ ਕੇ ਨਾ ਬੜਾ ਚੜ ਕੇ ਚੀਜ਼ ਲੈਣੀ ਕਿਉਂਕਿ ਮਿਲਦੀ ਨਹੀਂ ਪਈ। ਜਿੱਥੇ ਕੋਈ ਚੀਜ਼ ਏਦਾਂ ਹੀ ਪਈ ਆ ਬਸ ਓਦਾਂ ਹੀ। ਆ ਹੀਰਾ ਕੀ ਹੈਗਾ? ਕੱਚ ਹੈਗਾ ਬਸ। ਲੋਕਾਂ ਨੇ ਉਹਨੂੰ ਇਹ ਬਣਾਤਾ ਕਿ ਹੀਰਾ ਹੈਗਾ, ਬਹੁਤ ਕੀਮਤੀ ਹੈ, ਬਹੁਤ ਚਮਕੀਲਾ ਹੈਗਾ, ਜੇ ਹੈਗਾ। ਘੱਟ ਹੈਗੇ ਆ ਇਸ ਕਰਕੇ ਲੋਕੀ ਉਹਨੂੰ ਕਹਿੰਦੇ ਵੀ ਹੀਰਾ ਬਹੁਤ ਵਧੀਆ। ਲੋਕਾਂ ਦੇ ਦਿਮਾਗ 'ਚ ਬਾਤ ਦਿੱਤਾ। ਹੁਣ ਮੋਬਾਇਲ ਫੋਨ ਆ, ਮੋਬਾਇਲ ਫੋਨ ਵੀ ਕਈ ਵਧੀਆ ਨੇ ਤੇ ਕਈ ਆਮ ਸਾਦੀਆਂ ਹੀ ਕੰਪਨੀਆਂ ਨੇ। ਬਸ ਉਹ ਵੱਡੀਆਂ ਕੰਪਨੀਆਂ ਦੀ ਮਸ਼ਹੂਰੀ ਕਰਕੇ ਲੋਕਾਂ ਦੇ ਦਿਮਾਗ 'ਚ ਪਾ ਦਿੱਤਾ ਕਿ ਸਪੈਸ਼ਲ ਹੈਗਾ। ਬਸ ਉਹ ਲੋਕ ਨੂੰ ਜਿੱਤ ਵਿਸ਼ਵਾਸ ਕਰਦੇ। ਇਹ ਸੱਚ ਹੈਗਾ। ਹੁਣ ਕਹਿੰਦੇ ਨੇ ਕਿ ਮੈਂ ਮਗਰ ਚ ਆ ਗਿਆ। ਇਹਦੇ ਭਰੋਸੇ ਕਿ ਪ੍ਰਮਾਤਮਾ ਮੈਂ ਜਾਣ ਲਿਆ ਕਿ ਉੱਤੇ ਇੱਕ ਮੇਰੀ ਆਪਣੀ ਮਨ ਦੀ ਸਥਿਤੀ ਹੈ। ਪਰ ਤੁਹਾਡੀ ਵੈਸੇ ਵੀ ਮਨ ਦੀ ਸਥਿਤੀ ਤੋਂ ਵੱਧ ਤੁਹਾਨੂੰ ਕੁਝ ਮਿਲਣਾ ਹੀ ਨਹੀਂ। ਮਨ ਸਹਿਜ ਚ ਆ ਜਾਣਾ, ਉਹ 8ਵੇਂ ਆਕਾਸ਼ ਚ ਚੜਿਆ ਰਹਿਣਾ। ਸੁਰਤ ਜਿਹੜੀ ਤੁਹਾਡੀ ਉੱਪਰ ਚੜ ਜਾਣੀ ਹੈ, ਬ੍ਰਹਮਲੀਨ ਹੋ ਜਾਓਗੇ। ਇਹ ਜਿਹੜਾ ਪਰਬਤ ਹੈਗਾ ਇਹਦੇ ਅੰਦਰ। ਤੇ ਜੇ ਕੁਛ ਤੁਹਾਨੂੰ ਵਹਿਮ ਪਾ ਰਿਹਾ ਹੈ ਤੇ ਫਿਰ ਉਹਦੇ ਵਿੱਚ ਆਪਾਂ ਤੇ ਕੁਛ ਵੀ ਨਹੀਂ ਕਰ ਸਕਦੇ। ਅਸੀਂ ਤੇ ਬਾਣੀ ਦੱਸ ਸਕਦੇ, ਬਾਣੀ ਕੀ ਕਹਿ ਰਹੀ ਹੈ। ਉਸ ਤੋਂ ਬਾਅਦ ਤੁਸੀਂ ਗਿਆਨ ਲੈਣਾ ਜਾਂ ਨਹੀਂ ਲੈਣਾ ਉਹਦੇ ਬਾਰੇ ਅਸੀਂ ਕੁਛ ਵੀ ਨਹੀਂ ਕਹਿ ਸਕਦੇ। ਹਰ ਇੱਕ ਬੰਦੇ ਦੀ ਇੱਕ ਆਪਣੀ ਮਰਜ਼ੀ ਹੈ। ਪਰ ਇਹ ਸੱਚ ਹੈਗਾ। ਸਾਰੀ ਦੁਨੀਆ ਗੁਰੂ ਨਾਨਕ ਪਾਤਸ਼ਾਹ ਦੀ ਜਯੰਤੀ ਮਨਾਉਂਦੀ ਹੈ ਨਾ। ਅੱਜ ਦੀ ਡੇਟ 'ਚ ਜੇ ਗੁਰੂ ਨਾਨਕ ਪਾਤਸ਼ਾਹ ਆ ਜਾਣ ਨਾ, ਮੈਨੂੰ ਲੱਗਦਾ ਨਹੀਂ ਉਹਨਾਂ ਦੇ ਪਿੱਛੇ 50 ਬੰਦੇ ਚੱਲਣ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਕਹੀ ਹੈ। ਬਿਲਕੁਲ ਸਹੀ ਗੱਲ ਕਹੀ ਹੈ। 50 ਬੰਦੇ ਨਹੀਂ ਮਿਲਣੇ। ਸਾਰੀ ਦੁਨੀਆ ਕਹਿੰਦੀ ਨਾ ਗੁਰੂ ਰਾਮਦਾਸ ਕਰਦੀ ਫਿਰਦੀ ਆ। ਮੈਂ ਆਪ ਜੀ ਨੂੰ ਇਹ ਕਹਿਣਾ ਚਾਹੁੰਦਾ ਵਾਂ 20 ਬੰਦੇ ਮਿਲਣੇ ਬੜੇ ਔਖੇ। ਬਿਲਕੁਲ ਦੇਖ ਲਓ, 4 ਉਦਾਸੀਆਂ ਕੀਤੀਆਂ ਗੁਰੂ ਨਾਨਕ ਸਾਹਿਬ ਨੇ। ਕਿੰਨਾ ਸਮਾਂ ਲਗਾਇਆ, ਇਸੇ ਵਾਸਤੇ ਲਗਾਇਆ ਭਾਈ, ਬੰਦੇ ਹੀ ਲੱਭਣ ਵਾਸਤੇ ਲਗਾਇਆ। ਆ ਤੇ ਫਿਰ ਉਹਨਾਂ ਕਬੀਰ ਹੁਣੀ ਕਿੱਥੇ ਕਹਿੰਦੇ? ਕਬੀਰ ਜੀ ਕਹਿੰਦੇ ਮੈਂ ਇਕੱਲਾ ਚੜ੍ਹਨਿਆ। ਇੰਨੀ ਭੀੜ, ਇੰਨਾ ਪ੍ਰਚਾਰ ਕੀਤਾ, ਇੰਨਾ ਸਮਝਾਇਆ, ਪਰ ਬੰਦੇ ਦੇ ਦਿਮਾਗ ਤੇ ਜਦੋਂ ਕਾਲਖ ਲੱਗੀ ਹੋਵੇ, ਤੁਸੀਂ 10-20 ਸਾਲ ਆਪਣੇ ਗਿੱਟਿਆਂ ਦੇ ਕਿਤੇ ਝਾਵਣਾ ਮਾਰਿਆ ਹੋਵੇ, ਤੁਸੀਂ 2-4 ਵਾਰੀ ਮਾਰੋਗੇ ਨਾ ਤੇ ਮੈਲ ਨਹੀਂ ਸਾਰੀ ਲੈ ਜਾਣੀ। ਇਹੋ ਹਿਸਾਬ ਲੋਕਾਂ ਦੀ ਜਿਹੜੀ ਮਾਤਿਆ ਜਨਮ ਦੀ ਇਹ ਬਾਣੀ ਜੋ ਕਹਿੰਦੀ ਇਸ ਮਨ ਕੋ ਜਨਮ ਕੀ ਮਨ ਲੱਗੀ ਕਾਲਾ ਹੋਇਆ ਸਵਾ। ਇਹ ਤੁਸੀਂ ਥੋੜਾ ਬਹੁਤਾ ਰਗੜਿਆ ਵਾ ਨਾ। ਹੁਣ ਤੁਸੀਂ ਪਤੀਲਾ ਵੇਖਿਆ ਨਾ ਚਾਹ ਵਾਲਾ, ਮੈਂ ਤੁਹਾਨੂੰ ਤੇ ਚਾਹ ਵਾਲੀ ਦੁਕਾਨ ਤੇ ਲੈ ਜਾਣਾ। ਮੈਂ ਤੁਹਾਨੂੰ ਕਹਿੰਦਾ ਇਹ ਪਤੀਲੇ ਨੂੰ ਸਾਫ਼ ਕਰੋ, 5-6 ਮਿੰਟ 'ਚ ਤੁਹਾਡਾ ਹੌਸਲਾ ਟੁੱਟ ਜਾਣਾ। ਉਹ ਤੁਸੀਂ ਕਹਿਣਾ ਭਾਈ ਇਹ ਨੀ ਸਾਫ਼ ਹੋਣਾ, ਇਹ ਤਾਂ ਬਹੁਤਾ ਗੰਦਾ। ਪਰ ਬਾਣੀ ਕਹਿੰਦੀ ਇਸ ਮਨ ਕੋ ਜਨਮ ਕੀ ਮਨ ਲੱਗੀ ਕਾਲਾ ਸਵਾ ਹੋਇਆ। ਤੁਸੀਂ ਇਹਦੇ ਉੱਤੇ ਲਾਉਣ ਦੀ ਕੋਸ਼ਿਸ਼ ਕੀਤੀ ਨਾ, ਤੁਹਾਨੂੰ ਥੱਲੇ ਵੀ ਸਵਾਹ ਮਿਲਣੀ ਆ। 2-4 ਦਿਨ ਤੋਂ ਬਾਅਦ ਤੁਹਾਡਾ ਹੌਸਲਾ ਟੁੱਟ ਜਾਣਾ। ਤੁਸੀਂ ਕਹਿਣਾ ਵਿਚਾਰ ਇਹਦੇ ਤੇ ਹੈ ਕੁਛ ਨਹੀਂ। ਪਰ ਬਾਣੀ ਕਹਿੰਦੀ ਨਹੀਂ। ਪਰ ਬਾਣੀ ਕਹਿੰਦੀ ਆ ਸੁਨਿਆਰੇ ਦੇ ਵਾਂਗੂ। ਉਹ ਯਾਦ ਗਿਆ ਬਾਣੀ ਨਿਜਰ ਸਾਹਿਬ? ਜੱਤ ਸੁਨਿਆਰ ਧੀਰਜ ਸੁਨਿਆਰ ਆਰਣ ਜੱਤ ਪਹਾਰਾ ਧੀਰ ਸੁਨਿਆਰ ਐਹਣ ਮਤ ਵੇਦ ਹਥਿਆਰ ਮਤ। ਤੂੰ ਮੈਨੂੰ ਪਤਾ ਹੈ ਕੰਮ ਬੜਾ ਸਲੋ ਆ, ਪਰ ਤੂੰ ਥੋੜਾ ਜਿਹਾ ਸੁਨਿਆਰੇ ਤੋਂ ਸਿੱਖਣਾ ਹੈ, ਗੁਣ ਲੈਣਾ ਹੈ। ਹੌਲੀ ਲੱਗਾ ਰਵੀਂ। ਕਿਉਂਕਿ ਮੈਨੂੰ ਪਤਾ ਹੈ ਤੂੰ ਖਰਗੋਸ਼ ਵਾਂਗੂ ਜੰਪ ਕਰਨੇ 2-4 ਦਿਨ ਤੇ ਮੁੜ ਕੇ ਤੂੰ ਲੱਭਣਾ ਵੀ ਨਹੀਂ। ਉਹਨੂੰ ਕਹਿੰਦੇ ਆ ਪਤਾ ਨੀ ਕੀ ਕਹਿੰਦੇ ਆ ਉਹਨੂੰ, ਕੋਈ ਸ਼ੌਂਕ ਜਾਗ ਜਾਣਾ। ਬਰਸਾਤੀ ਮੈਂਡਕ। ਤੁਸੀਂ ਵੇਖਿਆ ਨੀ ਫਿਲਮਾਂ ਜਦੋਂ ਆਉਂਦੀਆਂ ਡੋਲੇ ਵਾਲਾ ਬੰਦਾ ਕੋਈ ਭਲਵਾਨ ਹੋਵੇ ਤੇ ਬੜੇ ਜਿੰਮ ਭਰ ਜਾਂਦੇ ਆ। ਸਾਰੇ ਕਹਿੰਦੇ ਆ ਕਿ ਮੇਰੇ ਮਸਲ ਬਣ ਜਾਣ, ਡੋਲੇ ਬਣ ਜਾਣ, ਪਰ ਉਹ ਤੇ ਇੱਕ ਘਾਲਣਾ ਹੈ, ਉਹ ਤੇ ਇੱਕ ਤਪੱਸਿਆ ਹੈ।
ਤੇ ਉਹ ਉੱਥੇ ਜਾਂਦੇ ਜਿਮ ਜੁਮ ਚ 2-4 ਦਿਨ ਤੇ ਪਹਿਲਾਂ ਕੜਲਾਂ ਹੀ ਪਈ ਰਹਿੰਦੀਆਂ ਤੇ ਹੂੰ 15-20 ਦਿਨਾਂ ਬਾਅਦ ਫੀਸਾਂ ਫੂਸਾਂ ਭਰ ਕੇ ਮੁੜ ਕੇ ਮੂੰਹ ਹੀ ਨਹੀਂ ਕਰਦੇ ਕਿਉਂਕਿ ਭੂਤ ਉਤਰ ਗਿਆ। ਇਸੇ ਤਰ੍ਹਾਂ ਭਗਤੀ ਤੇ ਚੱਲਦੀ ਦੁਨੀਆ ਬਹੁਤ ਆ। ਕਈ ਲੋਕ ਇੱਥੇ ਜਾਂਦੇ ਤੇ ਬੜੇ ਭੱਜੇ ਆ, ਮੁੜ ਕੇ ਦਿਖਦੇ ਵੀ ਨਹੀਂ ਮਗਰੋਂ। ਹੂੰ ਜਦੋਂ ਗੁੰਮ ਹੋ ਗਏ। ਪ੍ਰਭਾਤ ਫੇਰੀ ਨਹੀਂ ਵੇਖੀ ਤੁਸੀਂ? ਪ੍ਰਭਾਤ ਫੇਰੀ ਦੇ ਵਿੱਚ ਮਗਰੋਂ ਨਿੱਜਰ ਸਾਹਿਬ ਜੇ ਦੋ ਚਾਰ ਸਟਾਪ ਦੇ ਵਿੱਚ ਖਾਣ ਪੀਣ ਨੂੰ ਨਾ ਵਧੀਆ ਮਿਲੇ ਤੇ ਅੱਧੇ ਗੁੰਮ ਹੋ ਜਾਂਦੇ ਵਿੱਚੋਂ। ਬਿਲਕੁਲ। ਤੇ ਉਸ ਸਾਧਨਾ ਦਾ ਵਾ ਕਈ ਬੰਦੇ ਜਿਹੜੇ ਚੱਲਦੇ ਤੇ ਬਹੁਤ ਦੁਨੀਆ ਵਾ ਪਰ ਬਹੁਤ ਘੱਟ ਪਹੁੰਚਦੇ। ਕਿਉਂ ਨਹੀਂ ਪਹੁੰਚਦੇ? ਉਹ ਅੰਦਰ ਕੁਛ ਨਾ ਕੁਛ ਗਲਤ ਚੀਜ਼ ਪੈਦਾ ਹੋ ਜਾਂਦੀ ਹੈ। ਉਹ ਵਿਚਾਰਿਆਂ ਨੂੰ ਸਸਟੇਨ ਹੀ ਨਹੀਂ ਕਰ ਪਾਉਂਦੇ। ਬਾਣੀ ਚ ਉਸ ਦਿਨ ਕਿਹਾ ਨੀਗਾ ਕਿ ਸਰੀਰ ਜਿਹੜਾ ਹੈਗਾ ਇਹਦੇ ਅੰਦਰ ਤੈਨੂੰ ਗੁੜ ਰੂਪੀ ਜਿਹੜੀ ਉਹ ਪਾਉਣਾ, ਨਾਮ ਪਾਉਣਾ ਪੈਣਾ, ਸ਼ਬਦ। ਫਿਰ ਇਹ ਸ਼ਰਾਬ ਤਿਆਰ ਹੋਣੀ। ਫਿਰ ਜਿਹੜੀਆਂ ਦੂਜੀਆਂ ਜਿਹੜੀਆਂ ਤੇਰੇ ਚ ਬੁਰਾਈਆਂ ਹੈਗੀਆਂ ਉਹਨਾਂ ਨੂੰ ਵਿੱਚ ਪਾਉਣਾ ਪੈਣਾ, ਤੈਨੂੰ ਸਾੜਨਾ ਪੈਣਾ। ਜਿੱਦਾਂ ਜ਼ਹਿਰ ਨੂੰ ਲੋਕੀ ਮਾਰ ਕੇ ਉਹਦੀ ਦਵਾਈ ਬਣਾ ਲੈਂਦੇ ਆ, ਉਸੇ ਹੀ ਤਰ੍ਹਾਂ ਇਹਨਾਂ ਔਗਣਾਂ ਦਾ ਤੂੰ ਜਿਹੜਾ ਉਹ ਆਹੂਤੀ ਦੇਣੀ ਆ। ਬਿਲਕੁਲ। ਪ੍ਰਾਣ ਹਾਂਜੀ, ਪ੍ਰਾਣ ਸ਼ਕਤੀ ਤਾਂ ਇਹੀ ਹੈਗੀ ਆ, ਜਿਹੜੀ ਨੈਗੇਟਿਵ ਜਾ ਰਹੀ ਆ ਉਹਨੂੰ ਉੱਪਰ ਨੂੰ ਪੋਜ਼ਿਟਿਵ ਲੈ ਕੇ ਜਾਣਾ ਹੈ। ਪ੍ਰਾਣ ਸ਼ਕਤੀ ਤਾਂ ਸੇਮ ਹੈਗੀ ਆ। ਹਾਂਜੀ ਵੀਰ ਜੀ। ਔਰ ਦੇਖੋ ਹਵਾ ਦੇ ਵਿੱਚ ਜਦੋਂ ਆਕਾਸ਼ ਦੇ ਵਿੱਚ ਬਿਜਲੀ ਕੜਕਦੀ ਕਿੰਨਾ ਨੁਕਸਾਨ ਕਰਦੀ ਸੀ। ਲੋਕਾਂ ਦੇ ਘਰ ਸਾੜਦੀ ਸੀ, ਲੋਕੀ ਡਰਦੇ ਸੀ। ਹੁਣ ਇਨਸਾਨ ਨੇ ਦਿਮਾਗ ਲਾਇਆ, ਉਹ ਬੱਤੀ ਨੂੰ ਕੈਦ ਕਰ ਲਿਆ। ਸਾਡੇ ਹੁਣ ਕਰ ਵੇਖੋ ਨਹੀਂ ਸਾਡਾ। ਸੋ ਕਹਿਣ ਤੋਂ ਭਾਵ ਆ ਕਿ ਜਦੋਂ ਆਪਾਂ ਉਹ ਚੀਜ਼ ਨੂੰ ਸਮਝ ਲੈਂਦੇ ਆ, ਉਹਦੀ ਚੰਗਿਆਈ ਤੇ ਬੁਰਾਈ ਨੂੰ ਸਮਝ ਲੈਂਦੇ ਆ, ਤੇ ਬੰਦੇ ਦੇ ਅੰਦਰ ਇੰਨੀ ਬੁੱਧੀ ਹੈਗੀ ਆ, ਉਹਦਾ ਸਹੀ ਇਸਤੇਮਾਲ ਕਰ ਸਕਦਾ। ਇੱਥੇ ਵੀ ਉਹ ਗੱਲ ਚੱਲ ਰਹੀ ਹੈ। ਹਾਂਜੀ ਜੀ ਸਭ ਅੱਗੇ ਚਲੀਏ। ਜੈਸਾ ਮਗਹਰ ਤੈਸੀ ਕਾਂਸ਼ੀ ਹਮ ਏਕੇ ਕਰ ਜਾਨੀ। ਹੁਣ ਦੇਖੋ ਇੱਥੇ ਜੈਸਾ ਲਿਖਿਆ ਤੇ ਤੈਸੀ ਲਿਖੀ ਹੋਈ ਆ। ਜੈਸਾ ਕਿਹਦੇ ਵਾਸਤੇ ਲਿਖਿਆ? ਮਗਹਰ ਵਾਸਤੇ। ਕਿਉਂ? ਮਗਹਰ ਪੁੱਲਿੰਗ ਹੈਗਾ, ਨਾ ਮਗਹਰ ਨਾ ਪੁੱਲਿੰਗ ਹੈਗਾ। ਕਾਂਸ਼ੀ ਜਿਹੜੀ ਹੈਗੀ ਇਸਤਰੀ ਲਿੰਗ ਹੈਗੀ ਆ। ਕਾਂਸ਼ੀ ਨਗਰੀ। ਜੈਸਾ ਮਗਹਰ ਤੈਸੀ ਕਾਂਸ਼ੀ ਹਮ ਏਕੇ ਕਰ ਜਾਨੀ। ਕਹਿੰਦੇ ਮੈਂ ਤਾਂ ਇੱਕੋ ਹੀ ਜਾਣ ਲਈ ਭਾਈ, ਦੋਨੋਂ ਇੱਕ ਬਰਾਬਰ ਹੈਗੇ ਆ। ਜੇ ਭਗਤੀ ਭਾਈ ਕਾਂਸ਼ੀ ਦੇ ਵਿੱਚ ਨਹੀਂ ਕਰਾਂਗੇ ਤਾਂ ਵੀ ਆਪਾਂ ਜਿਹੜੇ ਹੈਗੇ ਜੂਨਾਂ ਦੇ ਵਿੱਚ ਜਾਵਾਂਗੇ। ਤੇ ਮਗਹਰ ਤੇ ਕਾਂਸ਼ੀ ਇੱਕੋ ਬਰਾਬਰ ਹੈਗੇ ਆ। ਤੇ ਗੱਲ ਬਣਨੀ ਆ ਭਗਤੀ ਦੇ ਨਾਲ, ਧਿਆਨ ਸਿਮਰਨ ਦੇ ਨਾਲ। ਇਹ ਸਰੀਰ ਹੈਗਾ, ਭਾਵੇਂ ਇਹਨੂੰ ਹਜੂਰ ਸਾਹਿਬ ਲੈ ਜਾ, ਭਾਵੇਂ ਇਹਨੂੰ ਜਿਹੜਾ ਹੈਗਾ ਕਿਤੇ ਜਿਹੜਾ ਹੈਗਾ ਉਹ ਹੇਮਕੁੰਟ ਤੇ ਲੈ ਜਾ, ਭਾਵੇਂ ਇਹਨੂੰ ਹਰਮੰਦਰ ਸਾਹਿਬ ਉੱਤੇ ਅੰਮ੍ਰਿਤਸਰ ਲੈ ਜਾ, ਜਿੱਥੇ ਮਰਜੀ ਲੈ ਜਾ, ਤੈਨੂੰ ਅੰਦਰ ਆਪਣੇ ਸਰੀਰ ਦੇ ਹੀ ਵੜਨਾ ਪਊਗਾ। ਜੈਸਾ ਮਗਹਰ ਤੈਸੀ ਕਾਂਸ਼ੀ ਹਮ ਏਕੇ ਕਰ ਜਾਨੀ। ਹਮ ਨਿਰਤਨ ਜਿਉਂ ਇਹੋ ਤਨ ਪਾਇਆ ਮਰਤੇ ਫੂਟ ਗੁਮਾਨੀ। ਔਰ ਇਹ ਤਨ ਮਿਲਣਾ ਹੈ ਭਾਈ, ਨਾਮ ਦਾ ਤਨ। ਜੇ ਕੋਈ ਵੀ ਚੀਜ਼ ਕਿਸੇ ਭਾਂਡੇ 'ਚ ਪਾਉਣੀ ਆ ਤੇ ਉਹ ਭਾਂਡਾ ਖਾਲੀ ਹੋਣਾ ਚਾਹੀਦਾ ਹੈ। ਜੇ ਖਾਲੀ ਨਹੀਂ ਹੈਗਾ ਤੇ ਕੁਛ ਵੀ ਨਹੀਂ ਪੈਣਾ। ਜੇ ਮੁੱਦਾ ਹੈਗਾ ਕੁਛ ਵੀ ਨਹੀਂ ਪੈਣਾ। ਹਮ ਨਿਰਤਨ ਜਿਉਂ ਇਹੋ ਤਨ ਪਾਇਆ। ਕਹਿੰਦੇ ਮੈਂ ਖਾਲੀ ਕੀਤਾ ਭਾਂਡੇ ਨੂੰ, ਮੈਂ ਨਿਰਤਨ ਆ, ਮੇਰੇ ਕੋਲ ਨਹੀਂ ਹੈ ਕੁਛ, ਮੈਂ ਆਪਣਾ ਭਾਂਡਾ ਖਾਲੀ ਕਰ ਲਿਆ ਤੇ ਆ ਤਨ ਆ ਗਿਆ ਭਾਈ। ਬਾਕੀ ਜਿਹੜੇ ਹੰਕਾਰੀ ਹੈਗੇ ਆ, ਮਰਤੇ ਫੂਟ ਗੁਮਾਨੀ। ਗੁਮਾਨੀ ਕੌਣ ਹੁੰਦੇ ਆ? ਹੰਕਾਰੀ, ਹਉਮੈ ਵਾਲੇ। ਕਹਿੰਦੇ ਉਹ ਕਹਿੰਦੇ ਫੁੱਟ ਕੇ ਮਰਦੇ ਆ। ਕਹਿੰਦੇ ਉਹਨਾਂ ਦੀ ਮਨੁੱਖੀ ਜੂਨ ਪਾਈ ਹੋਈ ਵਿਅਰਥ ਚਲੀ ਜਾਂਦੀ ਆ ਆਕੜ ਦੇ ਨਾਲ, ਹਉਮੈ ਦੇ ਨਾਲ। ਹਾਂਜੀ ਵੀਰ ਜੀ। ਹੁਣ ਵੇਖੋ ਬਾਣੀ ਚ ਅਧੂਰੇ ਗਿਆਨ ਦੀ ਉਹ ਨਿਖੇਧੀ ਕਰ ਰਹੇ ਨੇ। ਅਧੂਰਾ ਗਿਆਨ ਮਤਲਬ ਇੱਕ ਔਰਤ ਨੇ ਕਿਸੇ ਦਾ ਬੱਚਾ ਚੋਰੀ ਕਰ ਲਿਆ। ਉਹ ਕਹਿੰਦੀ ਮੇਰਾ ਹੈ, ਪਰ ਫਿਰ ਤੁਸੀਂ ਦੱਸੋ ਇਹ ਸੱਚ ਹੈ? ਮਤਲਬ ਇਹ ਜਿਹੜਾ ਗ੍ਰੰਥਾਂ ਦਾ ਗਿਆਨ ਵੀ ਲੋਕੀ ਇਕੱਠਾ ਕਰਕੇ ਕਹਿ ਦਿੰਦੇ ਮੇਰਾ ਮੈਨੂੰ ਬਹੁਤ ਪਤਾ ਹੈ, ਪਰ ਉਹ ਗਿਆਨ ਤੇ ਉਹਦੇ ਅੰਦਰੋਂ ਤੇ ਪੈਦਾ ਨਹੀਂ ਹੋਇਆ। ਨਾ ਪੈਦਾ ਨਹੀਂ ਹੋਇਆ। ਬਸ ਉਹਦੇ ਨਾਲ ਸੇਧ ਲੈ ਸਕਦੇ ਆਪਾਂ, ਤੇ ਸੇਧ ਲੈ ਕੇ ਆਪਣੇ ਅੰਦਰ ਪੈਦਾ ਕਰਨਾ ਪਊਗਾ, ਗਿਆਨ ਆਪਣਾ ਹੋਊਗਾ। ਪਰ ਨੀਚੇ ਸਭ ਲੋਕੀ ਕਿੱਥੇ ਕਰਦੇ? ਲੋਕੀ ਕਹਿੰਦੇ ਕਿ ਨਕਲੀ ਮੁੰਡਾ ਮਿਲਦਾ ਲੈ ਆਓ, ਬਸ ਪਾਲਣਾ ਨਹੀਂ ਪੋਸਣਾ ਨਹੀਂ,
ਵੱਡਾ 20-22 ਸਾਲ ਦਾ ਮੁੰਡਾ ਲਿਆਓ ਤੁਸੀਂ, ਮੇਰੇ ਇਹ ਵਾ ਕਦਮ ਮੇਰਾ। ਗੁਰਕੀ ਸਾਹਿਬ ਦੇਖ ਲਓ, ਮੇਰੇ ਵਰਗਾ ਜਿਹੜਾ ਹੈਗਾ ਕਥਾਵਾਚਕ ਆਪਣੇ ਆਪ ਨੂੰ ਸਮਝਦਾ ਹੈ ਮੈਂ ਤਾਂ ਬੜਾ ਬ੍ਰਹਮ ਗਿਆਨੀ ਹੈ, ਕਿੰਨੇ ਜਿਹੜੇ ਹੈਗੇ ਮੈਨੂੰ ਵਾਹ ਵਾਹ ਮਿਲ ਰਹੀ ਹੈ, ਆਹੀ ਚੀਜ਼ ਹੈਗੀ, ਖਾਲੀ ਪੋਕੀ ਵਾਹ ਵਾਹ, ਇਹਦੇ ਨਾਲ ਕੀ ਮਿਲ ਜਾਣਾ ਹੈ? ਆਹ ਤੇ ਅੰਦਰ ਦੀ ਗਰੀਬੀ ਥੋੜੀ ਦੂਰ ਹੋਣੀ ਉਹਦੇ ਨਾਲ, ਫੋਕੀ ਵਾਹ ਨਾਲ। ਹਾਂ ਬਿਲਕੁਲ। ਉਹ ਪਰ ਮਨਾ ਕਰ ਰਹੇ ਨੇ, ਕਹਿੰਦੇ ਜੈਸੇ ਮਗਰ ਤੈਸੀ ਕਾਸੀ। ਦੇਖੋ ਇੱਥੇ ਇੱਕ ਚੀਜ਼ ਨੂੰ ਆਪ ਸਮਝੋ, ਇਹ ਮਗਰ ਤੇ ਕਾਸੀ ਦੀ ਗੱਲ ਨਹੀਂ ਹੋਈ। ਉਹ ਸਾਨੂੰ ਸਮਝਾਉਂਦੇ ਆ, ਜਿੱਦਾਂ ਤੁਸੀਂ ਗੁਰਦੁਆਰੇ 'ਚ ਬਹਿ ਕੇ ਆਇਆ ਨਾਟਕ ਕਰਦੇ ਜੇ ਨਾ, ਘਰੇ ਜਾ ਕੇ ਵੀ ਓਦਾਂ ਕਰੋ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਉੱਥੇ ਐਵੇਂ ਖੇਖਣ ਨਾ ਕਰੋ। ਉੱਥੇ ਬੜੀਆਂ ਤੁਸੀਂ ਲੀਰਾਂ ਮਾਰਦੇ ਜੋ, ਘਰੇ ਗੰਦ ਪਾਇਆ, ਕਿਲੋ ਤੁਸੀਂ ਲਿਫਾਫੇ ਸੁੱਟੇ ਆ, ਕਿਤੇ ਵਹਿੰਦੇ ਨਹੀਂ ਤੁਸੀਂ ਸਮਾਜ 'ਚ ਕਿੱਦਾਂ ਦਾ ਜੀਵਨ ਬਤੀਤ ਕਰਦੇ ਆ। ਉੱਥੇ ਬੜੇ ਸ਼ਾਂਤ ਰਹਿੰਦੇ ਜੋ। ਬਾਬੇ ਨੇ ਦੌਕਾ ਵੀ ਮਾਰਿਆ ਤੇ ਅੱਗੇ ਹੱਥ ਜੋੜ ਦਿੰਦੇ, ਬਾਬਾ ਜੀ ਬੜੀ ਮਿਹਰਬਾਨੀ, ਘਰੇ ਵੀ ਹੱਥ ਜੋੜ ਦਿਓ। ਪਰ ਆਪਾਂ ਉੱਥੇ ਬੜੀ ਸ਼ਾਂਤੀ ਨਾਲ ਬੈਠੇ ਹੁੰਦੇ। ਉੱਥੇ ਜਿਹੜੀ ਰੋਟੀ ਮਿਲੀ ਨਾ, ਮੈਂ ਲੰਗਰ ਆ ਚ ਵੇਨਾ, ਸੜੀ ਸੜੀ ਰੋਟੀ ਹੋਵੇ, ਉਹ ਪਹਿਲੀ ਗੱਲ ਰੋਟੀ ਏਦਾਂ ਦੀ ਬਣਾਉਂਦੇ ਕਿ ਜ਼ਿਆਦਾ ਵਾਰੀ ਨਾ ਖਾਓ ਮੇਜਰ ਸਾਹਿਬ, ਕਿਉਂਕਿ ਉਹ ਏਦਾਂ ਦੀ ਬਣਾਉਂਦੇ ਕਿ ਵਧੀਆ ਬਣਾਉਣਗੇ, ਜ਼ਿਆਦਾ ਲੋਕ ਖਾਣ ਜਾਣਗੇ। ਏਦਾਂ ਹੀ ਕਰਦੀ ਦੁਨੀਆ। ਤੇ ਇੱਥੇ ਮੈਂ ਕਹਿੰਦਾ ਕਿ ਉੱਥੇ ਰੋਟੀ ਮਿਲ ਜਾਂਦੀ ਸੜੀ, ਦਾਲ ਵੀ ਸਬਜ਼ੀ ਵੀ ਠੀਕ ਠਾਕ ਹੈ, ਪਰ ਉੱਥੇ ਆਪਾਂ ਸ਼ਾਂਤੀ ਨਾਲ ਛਕ ਲੈਂਦੇ ਹਾਂ। ਪਰ ਘਰੇ ਆਪਾਂ ਰੌਲਾ ਵੀ ਪਾਉਂਦੇ ਹਾਂ। ਉਹ ਕਹਿੰਦੇ ਨਹੀਂ, ਤੂੰ ਕਾਸੀ ਤੇ ਮਗਰ 'ਚ ਫਰਕ ਨਾ ਸਮਝ, ਕਿਉਂਕਿ ਅੰਨ ਭਗਵਾਨ ਤੇਰੀ ਥਾਲੀ 'ਚ ਆਇਆ, ਉਹਨੇ ਤੇਰੇ ਢਿੱਡ ਦੀ ਤ੍ਰਿਪਤੀ ਕਰਨੀ ਆ। ਤੇ ਜੇ ਤੂੰ ਏਦਾਂ ਨਾਟਕ ਕਰ ਕਰਕੇ ਖਾਏਂਗਾ ਤੇ ਤੇਰੇ ਢਿੱਡ 'ਚ ਉਹਨੇ ਅਸਰ ਨਹੀਂ ਕਰਨਾ। ਦੇਖੋ ਨਿੱਜਰ ਸਾਹਿਬ, ਹਾਂਜੀ ਹਾਂਜੀ, ਤੂੰ ਉੱਥੇ ਇੱਕ ਸੰਤ ਨੂੰ ਤੇ ਬੜੇ ਗੋਡਿਆਂ ਨੂੰ ਹੱਥ ਲਾਉਂਦੇ ਆ, ਤੇ ਘਰੇ ਇੱਕ ਤੇਰੇ ਘਰ ਕੰਮ ਕਰਨ ਵਾਲਾ ਬੰਦਾ ਹੈ ਤੇ ਤੂੰ ਉਹਦੀ ਬੇਇੱਜ਼ਤੀ ਕਰਦਾ ਹੈ ਜਾਂ ਮਾੜਾ ਚੰਗਾ ਬੋਲਦਾ ਹੈ। ਇਹ ਮਗਰ ਤੇ ਕਾਸੀ ਦਾ ਫਰਕ ਸਮਝ। ਜੇ ਮਗਰ ਤੇ ਕਾਸੀ 'ਚ ਕੋਈ ਨਹੀਂ ਫਰਕ ਨਿੱਜਰ ਸਾਹਿਬ, ਅਸਲ 'ਚ ਨਾ ਇਹਦਾ ਮੀਨਿੰਗ ਕਾਫੀ ਵੱਡਾ ਹੈ। ਬਿਲਕੁਲ ਬਿਲਕੁਲ। ਤੁਸੀਂ ਇੱਕ ਬੰਦੇ ਨੂੰ ਉਹ ਬੰਦਾ ਸਮਝ ਕੇ ਟ੍ਰੀਟ ਕਰੋ। ਤੁਸੀਂ ਕਹਿੰਦੇ ਆ ਸਾਹਬ ਪਿਆ, ਬੜੇ ਵੱਡੇ ਤਾਰੇ ਲੱਗੇ, ਬੰਦਾ ਤੇ ਉਹੀ ਬੰਦਾ ਹੀ ਆ। ਬਿਲਕੁਲ ਸਹੀ ਗੱਲ ਹੈ। ਉਹ ਕਹਿੰਦੇ ਨਾ ਏਦਾਂ ਨਾ ਕਰ, ਮਗਰ ਤੇ ਕਾਸੀ 'ਚ ਕੋਈ ਫਰਕ ਨਹੀਂ ਆ, ਤੂੰ ਕਿਉਂ ਸੋਚਦਾ? ਇਹ ਜਿਹੜਾ ਹੈ ਨਾ ਗੋਰਖੀ ਸਾਹਿਬ, ਅਗਲੀ ਤੁਕ ਜਿਹੜੀ ਹੈਗੀ, ਚੌਥਾ ਬੰਦ ਜਿਹੜਾ ਹੈਗਾ ਤੁਹਾਡੀ ਇਸੇ ਗੱਲ ਨੂੰ, ਇਸੇ ਗੱਲ ਦੀ ਪ੍ਰੌੜਤਾ ਕਰ ਰਿਹਾ, ਇਹੀ ਗਿਆਨ ਦੇ ਰਿਹਾ ਅਗਲਾ ਬੰਦ। ਆ ਤੇ ਵੇਖ ਲਓ, ਬਾਣੀ ਉਸ ਤੋਂ ਬਿਨਾਂ ਹਿੱਲਣੀ ਨਹੀਂ। ਸਹੀ ਗੱਲ। ਅੱਜ ਵੇਖੋ ਕਹਿੰਦੇ ਏਦਾਂ ਨਾ ਕਰੋ ਪਲੀਜ਼। ਮੈਂ ਇਹ ਚੀਜ਼ ਨੂੰ ਸਮਝਦਾ ਹੈ, ਮਗਹਰ ਤੇ ਕਾਸੀ ਦੇ ਵਿੱਚ ਕੋਈ ਫਰਕ ਨਹੀਂ। ਜੈਸਾ ਮਗਹਰ ਤੈਸੀ ਕਾਸੀ, ਹਮ ਏਕ ਕਰ ਜਾਨੀ। ਉਹ ਮੈਨੂੰ ਪਤਾ ਲੱਗ ਗਿਆ, ਉਹ ਬੰਦਾ ਭਾਵੇਂ ਕੋਈ ਬਹੁਤ ਵੱਡਾ ਬ੍ਰਹਮ ਗਿਆਨੀ ਤੇ ਇੱਕ ਬੰਦਾ ਮੇਰੇ ਬਾਜ਼ਾਰ ਦਾ, ਜੋ ਮੈਂ ਉਹਨਾਂ ਨੂੰ ਇਨਸਾਨ ਸਮਝਦਾ ਹੈ ਔਰ ਮੈਂ ਆਪਣੇ ਵੱਲੋਂ ਬੈਸਟ ਕਰਨ ਦੀ ਕੋਸ਼ਿਸ਼ ਕਰ। ਮੇਰੀ ਜਿਹੜੀ ਸਾਮ ਦ੍ਰਿਸ਼ਟੀ ਹੋ ਗਈ ਆ, ਮੈਨੂੰ ਗਿਆਨ ਹੋ ਗਿਆ, ਮੈਨੂੰ ਪਤਾ ਲੱਗ ਗਿਆ ਕੋਈ ਉੱਚਾ ਨੀਵਾਂ ਨਹੀਂ ਹੁੰਦਾ। ਕੋਈ ਬੰਦਾ ਬਹੁਤਾ ਵੱਡਾ ਹੈ, ਬਹੁਤ ਅਮੀਰ ਹੈ, ਆਪਾਂ ਉਹਦੀ ਬਹੁਤ ਆਪਾਂ ਚਾਹੁੰਦੇ ਸਾਡਾ ਦੋਸਤ ਬਣ ਜੇ, ਪਰ ਇੱਕ ਬ੍ਰਹਮ ਗਿਆਨੀ ਹੈ, ਬਹੁਤ ਗਰੀਬ ਹੈ, ਤੁਹਾਨੂੰ ਪਤਾ ਵੀ ਨਹੀਂ ਹੋਣਾ ਬ੍ਰਹਮ ਗਿਆਨੀ ਬਹੁਤ ਇਮਾਨਦਾਰ ਹੈ, ਇੱਕ ਵਧੀਆ ਜੀਵਨ ਬਤੀਤ ਕਰਦਾ ਹੈ, ਪਰ ਤੁਸੀਂ ਉਹਨੂੰ ਕਿਤੇ ਵੀ ਰਿਸਪੈਕਟ ਨਹੀਂ ਦਓਗੇ, ਮਾਨ ਨਹੀਂ ਦਓਗੇ, ਕਿਉਂਕਿ ਉਹ ਬਹੁਤ ਉਹ ਆਰਟੀਫਿਸ਼ੀਅਲ ਕੁਛ ਨਹੀਂ ਕਰੇਗਾ, ਨਾਟਕ ਨਹੀਂ ਕਰੇਗਾ। ਪਰ ਆਪਾਂ ਉਹਦੀ ਰਿਸਪੈਕਟ ਕਰਦੇ ਹਾਂ ਜਿਹੜਾ ਨਾਟਕ ਕਰਦਾ, ਜਿਹਨੇ ਐਕਸ਼ਨ ਕੀਤਾ, ਜਿਹਨੇ ਬਾਹਰੀ ਆਪਣੀ ਲੁੱਕ ਨੂੰ ਬਹੁਤ ਵਧੀਆ ਕਰ ਲਿਆ। ਔਰ ਉਹ ਫਿਰ ਕਹਿੰਦੇ ਏਦਾਂ ਨਾ ਕਰ। ਮੇਰੀ ਪਰ ਕਬੀਰ ਜੀ ਸਾਨੂੰ ਸਮਝਾਉਂਦੇ ਨੇ, ਪਰ ਦੂਜੀ ਤਰਫ ਕਹਿੰਦੇ ਨੇ ਕਿ ਮੇਰੇ ਲਈ ਮਗਹਰ ਤੇ ਕਾਸੀ ਦੇ ਵਿੱਚ ਕੁਛ ਵੀ ਫਰਕ ਨਹੀਂ। ਮੈਂ ਜਾਣ ਲਿਆ ਕਿ ਸਰਵ ਵਿਆਪਕ ਪਰਮਾਤਮਾ ਹੀ ਹਰ ਜਗ੍ਹਾ ਤੇ ਹੈ। ਤੇ ਜੇਕਰ ਆਪਾਂ ਸੋਚਿਆ ਗੁਰਦੁਆਰਿਆਂ 'ਚ, ਮੰਦਿਰਾਂ 'ਚ ਜਾਂ ਸਤਵੇਂ ਅਸਮਾਨ 'ਚ ਪਰਮਾਤਮਾ ਬੈਠਾ ਹੈ, ਇੱਥੇ ਸਾਰਾ ਗੰਦਾ ਮੰਦਾ ਜੀਵਨ ਬਤੀਤ ਕਰ ਰਹੇ ਹਾਂ, ਫਿਰ ਆਪਾਂ ਕਿਸੇ ਨੂੰ ਧੋਖਾ ਨਹੀਂ ਦੇ ਰਹੇ, ਆਪਾਂ ਆਪਣੇ ਆਪ ਨੂੰ ਧੋਖਾ ਦੇ। ਇਹ ਸੱਚ ਹੈਗਾ। ਬੰਦਾ ਤੇ ਬੇਵਕੂਫ ਬਣਦਾ ਹੈ ਨਾ। ਆਹ ਜਿਹੜੇ ਧਾਰਮਿਕ ਲੋਕ ਅਸਲ 'ਚ ਸੋਚਦੇ ਲੋਕਾਂ ਨੂੰ ਧੋਖਾ ਦੇ ਰਹੇ ਹਨ। ਨਹੀਂ ਭੋਲਿਆ, ਤੂੰ ਆਪਣੇ ਆਪ ਨੂੰ ਧੋਖਾ ਦੇ ਰਿਹਾ। ਤੂੰ ਦੂਜਿਆਂ ਨੂੰ ਨਾਲ ਲੈ ਕੇ ਡੁੱਬ ਰਿਹਾ, ਪਰ ਤੂੰ ਵੀ ਡੁੱਬ ਰਿਹਾ। ਪਰ ਉਹਦੇ ਅੰਦਰ ਇੱਕ ਹਨੇਰਾ ਹੈ, ਪਰ ਉਹ ਕਹਿੰਦਾ ਮੈਂ ਜਗਿਆ ਹੋਇਆ, ਮੈਂ ਪ੍ਰਕਾਸ਼ਮਾਨ ਹੈ। ਪਰ ਪਰਮਾਤਮਾ ਨੂੰ ਤਾਂ ਪਤਾ ਨਾ ਕਿ ਝੂਠ ਬੋਲ ਰਹੇ, ਤੇਰਾ ਖੁਦ ਦਾ ਦੀਪਕ ਬੁਝਿਆ। ਜੇਕਰ ਜਗਿਆ ਹੈ ਤੇ ਫਿਰ ਕਾਸ਼ੀ ਤੇ ਮਗਰ 'ਚ ਕੋਈ ਫਰਕ ਨਹੀਂ ਹੈਗਾ, ਪਰ ਤੇਰੀ ਦ੍ਰਿਸ਼ਟੀ ਸਾਹਮਣੇ ਹੈਗੀ, ਇਸ ਕਰਕੇ ਤੈਨੂੰ ਉੱਥੇ ਦਿਖਦਾ ਹੈ। ਪਰ ਅਸਲ ਤੇ ਪਰਮਾਤਮਾ ਤੇ ਹਰ ਜਗ੍ਹਾ ਤੇ। ਔਰ ਪਰਮਾਤਮਾ ਨੂੰ ਸਰਵ ਵਿਆਪਕ ਮੰਨਣ ਦੇ ਨਾਲ ਬੜੀ ਬੜੀ ਟੈਨਸ਼ਨ ਵੱਧ ਜਾਣੀ ਹੈ ਸਾਡੀ, ਇਸ ਕਰਕੇ ਹੀ ਮੰਨਦੇ ਨਹੀਂ ਆ।
ਕਿਉਂਕਿ ਜਦੋਂ ਤੁਸੀਂ ਕਹੋਗੇ ਪ੍ਰਮਾਤਮਾ ਉੱਥੇ ਬੈਠਾ ਹੈ ਤੁਹਾਡੀ ਦੁਕਾਨ ਤੇ, ਫਿਰ ਕਿਸੇ ਤੋਂ 20% ਕਮਿਸ਼ਨ, ਕਿਸੇ ਕੋਲ 60, 70, 80% ਵੀ ਬੰਦਾ ਮਾਰ ਲੈਂਦਾ ਠੱਗੀ। ਬਿਲਕੁਲ। ਪਰ ਬੰਦੇ ਨੂੰ ਇਹ ਨਹੀਂ ਪਤਾ ਕਿ ਮੇਰਾ ਜਿਹੜੀ ਕਮਿਸ਼ਨ ਹੀ ਬਣਦੀ 20% ਆ, ਮੈਂ 80% ਕਿੱਦਾਂ ਲੈ ਲੂੰਗਾ? ਨਹੀਂ ਪਤਾ ਗਾਹਕ ਨੂੰ, ਮੈਨੂੰ ਪਤਾ ਨਹੀਂ ਪਤਾ, ਤੁਹਾਨੂੰ ਵੀ ਪਤਾ ਨਹੀਂ ਪਤਾ, ਪਰ ਪਰਮਾਤਮਾ ਨੂੰ ਤਾਂ ਪਤਾ ਨਾ ਠੱਗੀ ਮਾਰਨੀ ਹੈ। ਕੀ ਕਰ ਲੋਗੇ? ਉਹਨੂੰ ਕੌਣ ਬੇਵਕੂਫ ਬਣਾਊਗਾ? ਇਹੋ ਕੋਈ ਤੇ ਵੇਖਣ ਦੇ ਹੋ। ਬਿਲਕੁਲ, ਇਹੀ ਸਹੀ ਗੱਲ ਹੈ। ਤੁਸੀਂ ਬਹੁਤ ਨਾਟਕ ਕਰਦੇ ਜੋ ਮੰਮੀ ਜੀ, ਤੁਸੀਂ ਬਹੁਤ ਵਧੀਆ ਜੋ, ਪਰ ਤੁਹਾਡੀ ਅੰਦਰ ਦੀ ਬਿਰਤੀ ਕਿੱਦਾਂ ਦੀ ਉਹਨੂੰ ਪਤਾ ਹੈ। ਪਰਮਾਤਮਾ ਨੂੰ ਬੰਦਾ ਝੂਠ ਮਾਰਿਆ ਨਾਟਕ। ਇਹ ਗੱਲਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਤੁਸੀਂ ਡਬਲ ਪਰਸਨੈਲਿਟੀ ਨਾ ਰੱਖੋ। ਜੇ ਤੁਹਾਡੇ ਪੱਲੇ ਕੁਝ ਹੈ ਤੇ ਮਗਰ ਤੇ ਖਾਚੀ 'ਚ ਕੋਈ ਫਰਕ ਨਹੀਂ ਹੈ। ਉਹ ਵੀ ਜਗ੍ਹਾ ਤੇ ਇਹ ਵੀ ਜਗ੍ਹਾ ਹੈ। ਐਵੇਂ ਨਾ ਡਬਲ ਫੇਸ। ਉੱਥੇ ਜਾ ਕੇ ਦਰਬਾਰ ਸਾਹਿਬ ਜਿੱਦਾਂ ਪੀੜੇ ਸਾਹਿਬ ਨੂੰ ਖਿੱਚੀ ਫਿਰਦੇ ਜੋ ਨਾ, ਇਹ ਮਗਰ ਵਾਲੀ ਗੱਲ ਜੇ। ਤੁਸੀਂ ਸੋਚਿਆ ਕਾਸ਼ੀ ਦੇ ਵਿੱਚ ਹੀ ਪਰਮਾਤਮਾ ਹੈ, ਪਰ ਨਹੀਂ, ਕਿਉਂਕਿ ਤੁਸੀਂ ਉੱਥੇ ਜੋ ਕਰ ਰਹੇ ਜੋ ਏਡਾ ਵਧੀਆ ਨਹੀਂ ਹੈ। ਮਤਲਬ ਸਾਡੀ ਇੱਕ ਆਪਣੀ ਸੋਚ ਆ, ਕਿਉਂਕਿ ਅਸੀਂ ਲੋਕਾਂ ਨੂੰ ਵੇਖਦੇ ਹਾਂ ਕਰਦਿਆਂ ਨੂੰ, ਅਸੀਂ ਵੀ ਉਹ ਕੁਝ ਕਰਦੇ ਹਾਂ। ਉੱਥੇ ਸਾਡੇ ਲਾਗੇ ਦਰਬਾਰ ਸਾਹਿਬ ਨਜਰ ਸਾਹਿਬ ਜਿਹੜੀ ਉੱਲੇ ਵੇਲੇ ਬੇਰੀ ਜੀ ਨਹੀਂ ਹੈਗੀ? ਹਾਂਜੀ ਹਾਂਜੀ ਹਾਂਜੀ, ਜਿਹੜੀ ਦਰਸ਼ਨੀ ਡੇਅਰੀ ਦੇ ਲਾਗੇ। ਹਾਂਜੀ ਬਿਲਕੁਲ ਹੈਗੀ ਜੀ। ਉੱਥੇ ਕਿਤੇ ਮਾੜਾ ਮੋਟਾ ਸੱਕ ਜਾਂ ਲਮਕਦਾ ਸੀ ਤੇ ਕਿਸੇ ਨੇ ਲਾਹਤਾ ਵੈਸੇ, ਤੇ ਉਹਨਾਂ ਨੇ ਉਹਨੂੰ ਲਾਉਂਦੀ ਨੂੰ ਵੇਖ ਲਿਆ ਕਿ ਬੰਦੇ ਨੇ, ਤੇ ਸਾਰੀ ਦੁਨੀਆ ਸ਼ੱਕ ਲਾਉਣ ਡਿਆ ਪਈ। ਉਹ ਬੇਰੀ ਕਰਤੀ ਗੰਜੀ। ਉਹਨਾਂ ਫਿਰ ਹਾਰ ਕੇ ਉੱਥੇ ਨਾ ਗਾਰਡ ਲਾਏ ਕਿ ਭੋਲਿਓ ਇਹ ਬੇਰੀ ਨਾ ਫੁੱਟ ਕੇ ਲੈ ਜਾਓ। ਬੇਰੀ ਤੇ ਰੋਕਿਆ ਤੇ ਉਹ ਵਿਚਾਰੀ ਨੂੰ ਕਿਤੇ ਸ਼ੱਕ ਲਾਈ ਜਾਂਦੇ, ਜੋ ਕਦੇ ਨਹੀਂ ਵੀ ਲੈਂਦਾ, ਕਿਤੇ ਲੋਹੇ ਦੀ ਚੱਕ ਚੁੱਕ ਕੇ ਲਿਆਂਦੇ ਲੋਕੀ, ਸ਼ੱਕ ਲਾ ਕੇ ਕਰਨਾ। ਪਰ ਬੰਦੇ ਏਦਾਂ ਹੀ ਕਰਦੇ, ਏਦਾਂ ਦੀ ਸੋਚ ਦੇ ਮਾਲਕ ਨੇ। ਹਾਂਜੀ ਮੇਜਰ ਸਾਹਿਬ ਅੱਗੇ ਚਲੀ। ਦੇਖ ਲਓ ਕਬੀਰ ਜੀ ਕਹਿੰਦੇ ਕਿ ਹਮ ਨਿਰਤਨ ਜਿਉਂ ਇਹੋ ਤਨ ਪਾਇਆ ਮਰਤੇ ਫੂਟ ਗੁਮਾਨੀ। ਕਹਿੰਦੇ ਜਿਹੜੇ ਹੁਣ ਡਬਲ ਪਰਸਨੈਲਿਟੀ ਵਾਲੇ ਹੈਗੇ ਆ, ਜਿਹੜੇ ਹੁਣ ਆਪਣੇ ਆਪ ਨੂੰ ਜਿਹੜਾ ਹੈਗਾ, ਜਿਹੜੇ ਮਗਹਰ ਔਰ ਕਾਸ਼ੀ ਦਾ ਜਿਹੜਾ ਹੈਗਾ ਨਹੀਂ ਗੱਲ ਸਮਝਦੇ, ਜਿਹੜੇ ਕਹਿੰਦੇ ਆ ਬਈ ਨਹੀਂ ਕਾਂਸ਼ੀ ਜਿਹੜਾ ਹੈਗਾ ਇਹੀ ਇੱਥੇ ਹੀ ਭਗਤੀ, ਇੱਥੇ ਹੀ ਮੁਕਤੀ ਮਿਲਣੀ ਹੈ ਕਾਂਸ਼ੀ ਦੇ ਵਿੱਚ। ਜਿਹੜੇ ਇਹ ਗੁਮਾਨ ਦੇ ਵਿੱਚ ਹੈਗੇ ਆ, ਇਹ ਹੰਕਾਰ ਦੇ ਵਿੱਚ ਹੈਗੇ ਆ। ਕਰੇ ਗੁਮਾਨ ਚੁਭੈ ਤਿਸ ਸੂਲਾ। ਕਹਿੰਦੇ ਜੇ ਇਸ ਹੰਕਾਰ ਦੇ ਵਿੱਚ ਹੈ ਤੇ ਇਹ ਨੇ ਸੂਲ ਬਣ ਕੇ ਉਹਨਾਂ ਨੂੰ ਚੁਭ ਹੀ ਜਾਣਾ ਹੈ। ਭਾਈ ਇਹ ਆਕੜ ਨੇ, ਇਸ ਹੰਕਾਰ ਨੇ, ਇਹ ਗਲਤ ਜਿਹੜਾ ਹੈਗਾ ਉਹਨਾਂ ਦਾ ਧਾਰਨਾ ਜਿਹੜੀ ਇਹਨੇ ਉਹਨਾਂ ਨੂੰ ਡੁਬਾ ਦੇਣਾ ਹੈ। ਕਰੇ ਗੁਮਾਨ ਚੁਭੈ ਤਿਸ ਸੂਲਾ। ਕਹਿੰਦੇ ਆ ਇਹ ਤਾਂ ਦਿਮਾਗ ਖਰਾਬ ਹੋ ਗਿਆ ਹੈ ਕਬੀਰ ਦਾ। ਭਾਈ ਇਹ ਦੇਖੋ, ਇਹ ਮਗਰ ਔਰ ਕਾਸ਼ੀ, ਕਾਸ਼ੀ ਨੂੰ ਮਗਰ ਦੇ ਨਾਲ ਜਿਹੜਾ ਹੈਗਾ ਕਹਿ ਰਿਹਾ ਕਿ ਕਾਸ਼ੀ ਮਗਰ ਇੱਕੋ ਹੀ ਹੈਗੇ। ਕਰੇ ਗੁਮਾਨ ਚੁਭੈ ਤੇ ਸੂਲਾ। ਕਹਿੰਦੇ ਉਹਨਾਂ ਨੂੰ ਸੂਲਾਂ ਚੁੱਭ ਜਾਣੀਆਂ ਹੈ ਭਾਈ। ਕੋ ਕਾਢਨ ਕੋ ਨਹੀਂ। ਕਹਿੰਦੇ ਉਹਨਾਂ ਦਾ ਹੰਕਾਰ ਕੋਈ ਦੂਰ ਕਰਨ ਵਾਲਾ ਨਹੀਂ ਹੈ, ਕੋਈ ਤਰੀਕਾ ਨਹੀਂ ਹੈ ਉਹਨਾਂ ਦਾ ਹੰਕਾਰ ਦੂਰ ਕਰਨ ਦਾ। ਕਰੇ ਗੁਮਾਨ ਚੁਭੈ ਤੇ ਸੂਲਾ ਕੋ ਕਾਢਨ ਕੋ ਨਹੀਂ। ਅਜੇ ਸੋਚੋਬ ਕੋ ਬਿਲਲ ਬਿਲਾਤੇ ਨਰਕੇ ਕੋਰ ਪਚਾਹੀ। ਕਹਿੰਦੇ ਮਨੁੱਖੀ ਜੂਨ ਹੈਗੀ ਆ, ਆਕੜ, ਹਉਮੈ, ਹੰਕਾਰ ਇੰਨਾ ਜਿਹੜਾ ਹੈਗਾ ਤਿੱਖੇ ਕੰਡੇ ਚੁੱਭ ਰਹੇ ਆ ਤੇ ਬਿਲਕ ਵੀ ਰਹੇ ਆ, ਸੁਖੀ ਵੀ ਨਹੀਂ ਹੈਗੇ। ਫਿਰ ਗਾਹਾਂ ਹਾਲੇ ਵੀ ਛੱਡਦੇ ਨਹੀਂ ਆ, ਔਰ ਅੱਗੇ ਅਗਲਾ ਜੀਵਨ ਜਿਹੜਾ ਉਹਨਾਂ ਦਾ ਜੂਨਾਂ ਦੇ ਵਿੱਚ, ਘੋਰ ਨਰਕ ਦੇ ਵਿੱਚ ਸਭ ਤੋਂ ਜਿਹੜੀਆਂ ਔਖੀਆਂ ਜੂਨਾਂ ਭੋਗਣੀਆਂ ਪੈਣੀਆਂ ਆ ਭਾਈ। ਫਿਰ ਉੱਥੇ ਜਾ ਕੇ ਪਚਣਗੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉੱਪਰ ਕਹਿੰਦੇ ਹਮ ਨਿਰਤਨ ਜਿਉਂ ਇਹ ਤਨ ਪਾਇਆ ਮਰਤੇ ਫੂਟ ਗੁਮਾਨ। ਉਹ ਕਹਿੰਦੇ ਆ ਕਿ ਅਸੀਂ ਨਿਰਤਨ ਆ, ਸਾਡੇ ਕੋਲ ਪਰ ਪੈਸਾ ਤੇ ਨਹੀਂ ਹੈਗਾ। ਵੈਸੇ ਨਾ ਪਤਾ ਕੀ ਹੁੰਦਾ, ਨਿਰਤਨ ਕੌਣ ਹੈ? ਨਿਰਤਨ ਦਾ ਮਤਲਬ ਇਹ ਹੈ ਕਿ ਜਿਹਦੇ ਕੋ ਨਾਮ ਨਹੀਂ ਹੈਗਾ ਪਰਮਾਤਮਾ ਦਾ, ਬਸ ਉਹ ਗਰੀਬ ਹੈ, ਦੁਨੀਆ ਦਾ ਸਭ ਤੋਂ ਗਰੀਬ ਹੈ। ਪਰ ਲੋਕਾਂ ਨੇ ਸੋਚਿਆ ਕਿ ਜਿਹਦੇ ਕੋ ਪੈਸੇ ਨਹੀਂ ਹੈਗੇ ਉਹ ਨਿਰਤਨ ਹੈ। ਨਹੀਂ, ਉਹ ਅਮੀਰ ਹੈ ਜਿਹਦੇ ਕੋ ਨਾਮ ਹੈ। ਗਰੀਬ ਦੁਨੀਆ ਦਾ ਉਹ ਆ ਜਿਹੜਾ ਇਨਸਾਨ ਪੈਸੇ ਨੂੰ ਹੀ ਧਨ ਸਮਝ ਬੈਠਾ, ਪਰ ਜੀਵਨ ਦਾ ਮਕਸਦ ਸਮਝ ਬੈਠਾ। ਫਿਰ ਉਹ ਬੰਦਾ ਨਾ ਫਿਰ ਕੀ ਕਰਦਾ, ਨਾਟਕ ਕਰਦਾ, ਦਾਨ ਪੁੰਨ ਕਰਦਾ, ਕਿਸੇ ਤਰੀਕੇ ਨਾਲ ਉਹਦੀ ਗਰੀਬੀ ਲੁਕ ਜੇ। ਪਰ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਯਾਰ ਇਹਨੇ ਇਕੱਠੇ ਕਰ ਲਏ, ਤੇਰੇ ਤੇ ਹੈ ਨਹੀਂ, ਇਹਦਾ ਕਿੱਥੋਂ ਲੈ ਆਇਆ? ਬੰਦਾ ਤਾਂ ਇਕੱਠੇ ਕਰ ਲੈਂਦਾ। ਠੀਕ ਹੈ। ਫਿਰ ਉਹ ਕਹਿੰਦੇ ਮਰਤੇ ਫੂਟ ਗੁਮਾਨੀ।
ਜਦੋਂ ਜੇ ਤੂੰ ਮੌਤ ਦੇ ਸਾਹਮਣੇ ਆਉਣਾ ਹੈ ਨਾ, ਮੌਤ ਬੜੀ ਖਤਰਨਾਕ, ਇਹਨੂੰ ਆਪ ਪਲੀਜ਼ ਅੰਡਰਸਟੈਂਡ ਕਰੋ, ਬਹੁਤ ਖਤਰਨਾਕ। ਉਹਦੇ ਵਿੱਚ ਪ੍ਰਵੇਸ਼ ਕਰਨਾ ਕਾਫੀ ਔਖਾ। ਜੇਕਰ ਤੁਸੀਂ ਜੀਵਨ ਨੂੰ ਉਸ ਤਰੀਕੇ ਨਾਲ ਨਹੀਂ ਨਾ ਬਤੀਤ ਕੀਤਾ, ਫਿਰ ਬੜੀ ਪਕੜ ਹੁੰਦੀ ਬੰਦੇ ਦੀ ਸੰਸਾਰ ਦੇ ਨਾਲ, ਫਿਰ ਸੰਸਾਰ ਨੂੰ ਛੱਡਣਾ ਬੜਾ ਦੁੱਖ ਲੱਗੂਗਾ ਤਾਂ। ਇਹ ਜਦੋਂ ਜੀਂਦੇ ਜੀ ਤੁਸੀਂ ਉਹ ਜਿੱਦਾਂ ਉਹ ਕਹਿੰਦੇ ਨਾ ਕਿ ਕੋਈ ਚੀਜ਼ ਨਾਰੀਅਲ ਦੀ ਗਿਰੀ ਵਾਂਗੂ, ਪੱਕੀ ਨਾਰੀਅਲ ਦੀ ਗਿਰੀ ਵਾਂਗੂ ਤੁਸੀਂ ਅਲੱਗ ਹੋਏ ਨਾ, ਤੁਹਾਨੂੰ ਕੁਛ ਨਹੀਂ ਹੋਣਾ। ਆਖਰ ਦੇ ਵਿੱਚ ਜਦੋਂ ਬੰਦਾ ਸੰਸਾਰ ਤੋਂ ਜਾਂਦਾ ਹੈ ਨਾ, ਜੇਕਰ ਉਹਨੂੰ ਪਤਾ ਲੱਗਾ ਨਾ ਮੇਰੇ ਪੱਲੇ ਕੁਝ ਹੈ, ਤੇ ਉਹੀ ਸਾਡੇ ਜੀਵਨ ਦੀ ਪ੍ਰਾਪਤੀ ਹੈ। ਜੇ ਮੈਂ ਨਕਲੀ ਧਨ ਨੂੰ ਹੀ ਅਸਲੀ ਸਮਝ ਲਿਆ, ਤੇ ਨਕਲੀ ਕਰਮਾਂ ਨੂੰ ਅਸਲੀ ਕਰਮ ਸਮਝ ਲਿਆ, ਤੇ ਫਿਰ ਮੈਨੂੰ ਦੁੱਖ ਲੱਗੇ। ਇਹ ਚੀਜ਼ ਸਾਡੀ ਇੱਕ ਬਹੁਤ ਵਿਚਾਰਨ ਯੋਗੀ ਹੈ ਕਿ ਮੇਰੀ ਜ਼ਿੰਦਗੀ ਦਾ ਮਕਸਦ ਕੀ ਹੈ, ਮੈਂ ਕੀ ਕਰਨਾ ਆ, ਔਰ ਸੱਚੀ ਮੈਂ ਇੱਥੇ ਕੁਛ ਏਦਾਂ ਦਾ ਕੀਤਾ, ਕੇਵਲ ਆਪਣਾ ਹੀ ਸੁੱਖ ਵੇਖ ਲਿਆ, ਕੇਵਲ ਆਪਣੇ ਲਈ ਜੀਵਨ ਬਤੀਤ ਕੀਤਾ ਹੈ, ਕਿੱਡਾ ਵਧੀਆ ਜੀਵਨ ਨਹੀਂ ਹੈ। ਹਾਂ, ਜੋ ਵੀ ਕੀਤਾ ਹੈ, ਮੇਰੇ ਉਸ ਕਰਨ ਦੇ ਨਾਲ ਦੂਜਿਆਂ ਨੂੰ ਕੀ ਫਾਇਦਾ ਹੋਇਆ, ਇਹ ਹੈ ਬਹੁਤ ਵੱਡਾ ਗੁਣ। ਇਸ ਗੁਣ ਨੂੰ ਰੱਖਣਾ ਬੜਾ ਔਖਾ। ਗੁਰੂ ਨਾਨਕ ਪਾਤਸ਼ਾਹ ਨੇ ਰੱਖਿਆ ਸੀ, ਐਵੇਂ ਨਹੀਂ ਸੀ ਉੱਥੇ ਭੁੱਖੇ ਸਾਧੂਆਂ ਨੂੰ ਰਾਸ਼ਨ ਖਵਾਇਆ, ਲੰਗਰ ਲਾ, ਕਿਉਂਕਿ ਉਹਨਾਂ ਨੇ ਆਪਣੇ ਚੋਂ ਦਾਨ ਕੀਤਾ ਹੈ। ਇੱਥੇ ਤੁਸੀਂ ਵੇਖ ਲਓ, ਇਹਨਾਂ ਤੁਸੀਂ ਉੱਥੇ ਰੁਪਇਆ 1000-1500 ਅੱਜ ਮੱਥਾ ਟੇਕੀ ਜਾਓ 2-4 ਮਹੀਨੇ, ਮੁੜ ਕੇ ਕਹਿਓ ਕਿ ਮੈਨੂੰ 500 ਦੀ ਲੋੜ ਪਈ ਤਾਂ ਦੇਣਗੇ, ਲਾ ਕੇ ਦਿਖਾਇਆ ਗੋਲਕ ਨੂੰ ਹੱਥ। ਨਜਰ ਸਾਹਿਬ ਬਿਲਕੁਲ ਸਹੀ ਗੱਲ ਹੈ, ਤੁਹਾਨੂੰ ਪਤਾ ਲੱਗ ਜੇ। ਤਾਂ ਇਹ ਚੀਜ਼ ਨੂੰ ਸਮਝੋ ਪਲੀਜ਼। ਕਹਿੰਦੇ ਫਿਰ ਅਗਲੀ ਤੁਕ ਬੋਲੋ ਨਜਰ ਸਾਹਿਬ। ਹਾਂ, करे गुमान चुभै तिस सूला को काडन को नाही। ਕਹਿੰਦੇ ਹੰਕਾਰ ਪਾਏ ਉਹਨਾਂ ਦਾ ਜਿਹੜਾ ਹੈਗਾ ਬਈ ਮਗਹਰ ਔਰ ਕਾਸ਼ੀ ਵਾਲਾ, ਇਹ ਕਹਿੰਦੇ ਆ ਇਹਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਇਹ ਹੰਕਾਰ ਨਹੀਂ ਜਿਹੜਾ ਹੈਗਾ ਇਹ ਚੋਭ ਦੇਈ ਜਾਣੀ ਆ, ਔਰ ਉਹਨਾਂ ਨੇ ਜਿਹੜਾ ਹੈਗਾ ਬਿਲਕਣਾ ਹੈਗਾ, ਪਰ ਇਹ ਹੰਕਾਰ ਦੂਰ ਨਹੀਂ ਕਰ ਸਕਣਾ। ਇਹ ਸੂਲ ਜਿਹੜੀ ਹੈਗੀ ਉਹਨਾਂ ਨੇ ਕੱਢ ਨਹੀਂ ਸਕਣੀ। ਇਹ ਔਰ ਉਹਨਾਂ ਦਾ ਉਮਰ ਜਿਹੜੀ ਆ ਉਹਨਾਂ ਦੀ ਉਮਰ ਜਿਹੜੀ ਹੈਗੀ ਆ, ਉਹਨਾਂ ਦਾ ਸਮਾਂ ਜਿਹੜਾ ਹੈਗਾ ਉਹ ਗੁਜ਼ਰ ਜਾਣਾ ਹੈ। ਅਜੇ ਸੋ ਚੋਭ ਕੋ ਬਿਲਲ ਬਿਲਾਤੇ, ਕਹਿੰਦੇ ਹੁਣ ਉਹ ਚੋਭ ਦੇ ਨਾਲ ਬਿਲਖ ਰਹੇ ਆ। ਫਿਰ ਉਸ ਤੋਂ ਬਾਅਦ ਨਰਕੇ ਘੋਰ ਪਚਾਹੀ, ਘੋਰ ਨਰਕ ਦੇ ਵਿੱਚ ਜਿਹੜਾ ਜੂਨਾਂ ਦੇ ਵਿੱਚ ਜਾਣਗੇ ਪਾਏ, ਕਿਉਂਕਿ ਉਹ ਆਪਣੇ ਆਪ ਨੂੰ ਸਮਝ ਰਹੇ। ਪਹਿਲੀ ਗੱਲ ਤਾਂ ਉਹ ਨਿਰਤਨ ਹੀ ਨਹੀਂ ਸਮਝ ਰਹੇ ਆਪਣੇ ਆਪ ਨੂੰ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਵੀ ਉਹਨਾਂ ਦੇ ਕੋਲ ਤਾਂ ਜਿਹੜਾ ਹੈਗਾ ਬਿਲਕੁਲ ਕੰਗਾਲ ਹੈਗੇ ਆ, ਨਾਮ ਦੀ ਇੱਕ ਕਣੀ ਵੀ ਨਹੀਂ ਹੈ ਉਹਨਾਂ ਦੇ ਕੋਲ। ਔਰ ਦੂਸਰੀ ਚੀਜ਼ ਜਿਹੜੀ ਹੈਗੀ ਉਹ ਜਿਹੜੇ ਹੈਗੇ ਆ ਇਹ ਜਿਹੜੇ ਕਾਂਸ਼ੀ ਔਰ ਮਗਹਰ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਨਹੀਂ ਪਤਾ ਪਰਮਾਤਮਾ ਸਰਵ ਵਿਆਪਕ ਹੈਗਾ, ਔਰ ਪਰਮਾਤਮਾ ਮਿਲਣਾ ਹੈ ਆਪਣੇ ਅੰਦਰ ਵੜ ਕੇ ਹੀ ਮਿਲਣਾ ਹੈ। ਇਹ ਵੀ ਨਹੀਂ, ਉਹ ਇਸ ਗੱਲ ਨੂੰ ਵੀ ਨਹੀਂ ਉਹ ਸਮਝ ਪਾ ਰਹੇ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਸਹੀ ਹੈ ਜੀ। ਸਾਧ ਸੰਗਤ ਜੀ, ਉਹਨੂੰ ਕਹਿੰਦੇ ਸੁਪੀਰੀਅਰ ਕੰਪਲੈਕਸ, ਬ੍ਰੇਨ ਵਾਸ਼ ਕਰਕੇ ਨਾ। ਤੇ ਤੁਸੀਂ ਦੇਖਿਆ ਨਹੀਂ ਪਾਕਿਸਤਾਨ ਦੇ ਵਿੱਚ ਕਈ ਲੋਕਾਂ ਨੂੰ ਜਿਹਾਦ ਦੇ ਨਾਂ ਤੇ ਲੱਕ ਦੇ ਨਾਲ ਬੰਬ ਬੰਨ ਕੇ ਭੇਜ ਦਿੰਦੇ ਨੇ ਹੋਰ ਲੋਕਾਂ ਨੂੰ ਮਾਰਨ ਵਾਸਤੇ। ਪਰ ਆਪ ਸੋਚੋ ਕਿ ਪ੍ਰਮਾਤਮਾ ਖੁਸ਼ ਹੋਊਗਾ ਇਹ ਗਰੀਬ ਨੂੰ, ਇਨੋਸੈਂਟ ਲੋਕਾਂ ਨੂੰ ਮੈਂ ਲੱਕ ਨਾਲ ਬੰਬ ਬੰਨ ਕੇ ਮਾਰ ਦਾਂਗਾ? ਪਰ ਨਹੀਂ, ਪਰ ਉਹ ਮੰਨਦੇ ਨੇ ਕਿ ਕਿੰਨੇ ਸਾਲਾਂ ਤੋਂ ਉਹਨਾਂ ਦੇ ਦਿਮਾਗ 'ਚ ਪਾਇਆ ਹੈ ਕਿ ਤੁਸੀਂ ਜੰਨਤ ਵਿੱਚ ਜਾਣਾ ਹੈ, ਤੁਸੀਂ ਜੰਨਤ ਵਿੱਚ ਜਾਣਾ, ਔਰ ਇੱਕ ਦਿਨ ਆਉਂਦਾ ਬੰਦਾ ਵਿਸ਼ਵਾਸ ਕਰ ਲੈ। ਇਸੇ ਹੀ ਤਰ੍ਹਾਂ ਇਹ ਲੋਕ ਵੀ ਸੁਪੀਰੀਅਰ ਕੰਪਲੈਕਸ ਪਾ ਦਿੰਦੇ ਨੇ ਕਿ ਤੁਸੀਂ ਗੁਰੂ ਵਾਲੇ ਬਣ ਗਏ, ਤੁਹਾਨੂੰ ਹੁਣ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਤੁਹਾਡੇ ਗੁਰੂ ਦੀ ਟੈਨਸ਼ਨ ਹੈ। ਹੁਣ ਬੰਦਾ ਪੁੱਛੇ ਗੁਰੂ ਆਪਣੇ ਸਵਾਲ ਸਹੀ ਕਰੇ, ਅਸੀਂ ਆਪਣੇ ਕਰੀਏ, ਬਾਣੀ ਜੀ ਤੇ ਕੁਝ ਨਹੀਂ ਲਿਖਿਆ ਜਾਂਦਾ ਕਿ ਤੂੰ ਕਿਸੇ ਨੂੰ ਗੁਰੂ ਧਾਰ ਲਏਗਾ ਤੇਰਾ ਮਸਲਾ ਹੱਲ ਹੋ ਜਾਊ। ਉਹ ਕਹਿੰਦੇ ਕਿ ਤੇਰਾ ਮਸਲਾ ਉਦੋਂ ਹੱਲ ਹੋਊਗਾ ਜਦੋਂ ਕਾਛੀ ਤੇ ਮਗਹਰ ਦੇ ਵਿੱਚ ਜਿਹੜਾ ਫਰਕ ਹੈ ਤੈਨੂੰ ਭੇਦ ਦਾ ਪਤਾ ਲੱਗ ਜਾਏ ਕਿ ਭੇਦ ਤੇ ਕੁਛ ਵੀ ਨਹੀਂ ਹੈਗਾ। ਉਹ ਵੀ ਕਾਛੀ ਵੀ ਇਹੋ ਜਗ੍ਹਾ ਵਾ, ਮਗਰ ਵੀ ਇਹੋ ਜਗ੍ਹਾ ਹੈ। ਕੇਵਲ ਪ੍ਰਚਾਰ ਕਰ ਦਿੱਤਾ ਗਿਆ ਹੈ ਕਿ ਉੱਥੇ ਰਹਿਣ ਵਾਲੇ ਬੰਦੇ ਖੋਤੇ ਦੀ ਜੂਨੇ ਪੈਂਦੇ ਆ ਤੇ ਉੱਥੇ ਰਹਿਣ ਵਾਲੇ ਬੰਦੇ ਸਵਰਗ 'ਚ ਜਾਂਦੇ। ਹੋਰ ਗੱਲ ਕੁਛ ਵੀ ਪ੍ਰਚਾਰ, ਲੋੜ ਤੋਂ ਜ਼ਿਆਦਾ ਪ੍ਰਚਾਰ ਕਰਕੇ ਕਹਿ ਲੋ ਐਡਵਰਟਾਈਜ਼ਮੈਂਟ ਕੀਤੀ ਹੋਈ। ਹਾਂਜੀ ਠੀਕ ਹੈ ਨਾ ਜੀ ਸਾਹਿਬ, ਅੱਗੇ बढ़िए। ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ। ਦੇਖੋ ਭਾਈ ਸੰਤ ਜਿਹੜੇ ਆ ਕਿਸ ਜਗ੍ਹਾ ਤੇ ਪਹੁੰਚੇ ਹੋਏ ਆ, ਮਾਲਕ ਪਰਮਾਤਮਾ ਦੇ ਨਾਲ ਇੱਕਮਿਕ ਹੈਗੇ। ਕਹਿੰਦੇ ਕਿਹੜਾ ਨਰਕ ਤੇ ਕਿਹੜਾ ਸੁਰਗ। ਸੰਤ ਕਹਿੰਦੇ ਦੋਨਾਂ ਨੂੰ ਰਿਜੈਕਟ ਕਰ ਦਿੰਦੇ ਆ। ਭਾਈ ਮੈਨੂੰ ਨਹੀਂ ਚਾਹੀਦਾ ਨਰਕ, ਮੈਨੂੰ ਨਹੀਂ ਚਾਹੀਦਾ ਸੁਰਗ ਵੀ ਨਹੀਂ ਚਾਹੀਦਾ। ਭਾਈ ਮੈਨੂੰ ਮੁਕਤੀ ਨਹੀਂ ਚਾਹੀਦੀ, ਮੈਨੂੰ ਤਾਂ ਤੂੰ ਚਾਹੀਦਾ ਹੈ। ਕਵਨ ਨਰਕ
क्या सुर्ग विचारा संतन दो राधे हम काहू की कान ना कटते अपने गुर प्रसादे। ਕਹਿੰਦੇ ਮੈਨੂੰ ਮੇਰੇ ਗੁਰੂ ਨੇ ਬ੍ਰਹਮ ਗਿਆਨੀਆਂ ਨੇ ਮੈਨੂੰ ਜਿਹੜਾ ਹੈਗਾ ਪ੍ਰਸਾਦ ਦੇ ਦਿੱਤਾ, ਗਿਆਨ ਦੇ ਦਿੱਤਾ, ਮੈਨੂੰ ਧਿਆਨ ਸਿਮਰਨ ਦਾ ਰਸਤਾ ਦੇ ਦਿੱਤਾ, ਮੈਨੂੰ ਕਾਸ਼ੀ ਮਗਹਰ ਦੀ ਸਮਾਨਤਾ ਦੱਸ ਦਿੱਤੀ ਤੇ ਉਹ ਭਗਤੀ ਦੇ ਨਾਲ ਜਿਹੜਾ ਹੈਗਾ ਐਸੀ ਮੇਰੇ ਅੰਦਰ ਜਿਹੜੀ ਹੈਗੀ ਆ ਇੱਕ ਨਾਮ ਵਾਲੀ ਜਿਹੜੀ ਹੈਗੀ ਨਾਮ ਪ੍ਰਗਟ ਹੋ ਗਿਆ। ਕਹਿੰਦੇ ਉਸ ਦੀ ਕਹਿੰਦੇ ਮੈਂ ਹੁਣ ਕਿਸੇ ਦੇ ਉੱਤੇ ਡਿਪੈਂਡੈਂਟ ਨਹੀਂ ਹੈਗਾ, ਕਿਸੇ ਦੀ ਕਾਣ ਨਹੀਂ ਹੈਗੀ, ਕਿਸੇ ਦਾ ਲੇਖਾ ਜੋਖਾ ਨਹੀਂ ਹੈਗਾ ਭਾਈ। ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ, ਆਪਣੇ ਗੁਰੂ ਦੇ ਪ੍ਰਸਾਦ ਦੇ ਨਾਲ। ਹਾਂਜੀ ਵੀਰ। ਹਾਂਜੀ ਠੀਕ ਹੈ ਜੀ ਸਾਹਿਬ। ਆ ਤੁਕ ਤੁਸੀਂ ਦੁਬਾਰਾ ਬੋਲੋਗੇ, ਅਜੇ ਸੋ ਚੋਬ ਕਿਉਂ ਬਿਲਲ ਬਿਲਾਤੇ ਨਰਕੇ ਕੋਰ ਪਚਾਹੀ। ਕਹਿੰਦੇ ਉਹ ਹੰਕਾਰ ਦੇ ਨਾਲ ਜਿਹੜੇ ਹੈਗੇ, ਜਿਹੜੇ ਨਹੀਂ ਸਮਝ ਪਾ ਰਹੇ ਬਈ ਪਹਿਲੀ ਗੱਲ ਤਾਂ ਜਿਹੜੇ ਹੈਗੇ ਉਹ ਕਾਂਸ਼ੀ ਮਗਰ ਜਿਹੜਾ ਹੈਗਾ ਉਹ ਕਾਂਸ਼ੀ ਨੂੰ ਹੀ ਵਧੀਆ ਸਮਝੀ ਜਾ ਰਹੇ ਆ। ਕਹਿੰਦੇ ਉਹ ਭਗਤੀ ਕਰਦੇ ਹੀ ਨਹੀਂ ਹੈ। ਕਹਿੰਦੇ ਅਸੀਂ ਤਾਂ ਕਾਂਸ਼ੀ ਦੇ ਵਿੱਚ ਹੈਗੇ, ਅਸੀਂ ਇੱਥੇ ਪ੍ਰਾਣ ਤਿਆਗਾਂਗੇ, ਅਸੀਂ ਤਾਂ ਸਿੱਧੇ ਸਵਰਗ 'ਚ ਜਾਵਾਂਗੇ। ਬਸ ਇਸ ਗੁਮਾਨ ਦੇ ਵਿੱਚ ਬੈਠੇ ਹੋਏ ਆ ਤੇ ਉਹ ਇਸ ਗੁਮਾਨ ਦੇ ਵਿੱਚ ਹੈਗੇ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸੂਲਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਜਿਹੜਾ ਹੈਗਾ ਉਹ ਭਗਤੀ ਨਹੀਂ ਕਰਦੇ ਕਿ ਇਹ ਸੂਲਾਂ ਜਿਹੜੀਆਂ ਹੈਗੀਆਂ ਪਾਸੇ ਹੋ ਜਾਣ। ਬਸ ਉਹ ਸੂਲ ਚੁਭੀ ਜਾ ਰਹੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਸੂਲਾਂ, ਤੇ ਉਹਨਾਂ ਨੂੰ ਕੱਢਣ ਵਾਲਾ ਵੀ ਕੋਈ ਨਹੀਂ ਹੈਗਾ। ਔਰ ਉਹ ਚੋਭ ਦੇ ਨਾਲ ਜਿਹੜੇ ਹੈ ਬਿਲਖ ਵੀ ਰਹੇ ਆ। ਅਜੇ ਸੋ ਚੋਭ ਕੋ ਬਿਲਲ ਬਿਲਾਤੇ ਨਰਕੇ ਕੋਰ ਪਹੁੰਚਾਈ। ਗਾਹਾਂ ਜਿਹੜਾ ਹੈਗਾ ਉਹਨਾਂ ਦਾ ਅੱਗੇ ਕੀ ਮਿਲਣਾ ਹੈ ਜਦ ਇੱਥੇ ਖੱਟੀ ਨਹੀਂ ਕੀਤੀ, ਕੁਛ ਬਟੂਏ 'ਚ ਕੁਛ ਹੈ ਹੀ ਨਹੀਂ, ਤੇ ਗਾਹਾਂ ਫਿਰ ਜੂਨਾ ਹੀ ਆ ਪਾਏ। ਗਤੀ ਉਸੇ ਤਰ੍ਹਾਂ ਨਿਮ ਜਿਹੜੀਆਂ ਨਿਮਾਣੀਆਂ ਜੂਨਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਜਾਣਗੇ ਭਾਈ। ਹਾਂਜੀ ਵੀਰ ਜੀ ਠੀਕ ਹੈ ਜੀ। ਅਜੇ ਸੋ ਚੋਬ ਕੋ ਬਿਲਾਤੇ ਬਿਲਾਤੇ ਨਰਕੇ ਕੋਰ ਪਹੁੰਚਾਈ। ਜਿਹੜੇ ਲੋਕ ਨਹੀਂ ਸਮਝਦੇ, ਨਹੀਂ ਮੰਨਦੇ, ਜਿਹੜੇ ਬਾਣੀ ਨੂੰ ਨਹੀਂ ਵਿਚਾਰ ਕਰਦੇ, ਬਾਣੀ ਨੂੰ ਜਿਹੜਾ ਵਿਚਾਰ ਕਰਦਾ ਉਹ ਤੇ ਸਮਝ ਜਾਂਦਾ, ਪਰ ਜਿਹੜਾ ਸੁਣਨ ਨੂੰ ਤਿਆਰ ਹੀ ਨਹੀਂ, ਜਿਹੜਾ ਬਾਹਰਲੀ ਆਊਟਲੁੱਕ ਦੇ ਉੱਤੇ ਜ਼ਿਆਦਾ ਧਿਆਨ ਦੇ ਰਿਹਾ ਹੈ, ਜਿਹੜਾ ਲੋਕਾਂ ਦੇ ਗਿਆਨ ਨੂੰ ਆਪਣਾ ਗਿਆਨ ਸਮਝ ਰਿਹਾ, ਉਹਨੂੰ ਕਾਫੀ ਔਖਾ ਸਮਝਾਉਣਾ। ਬਾਣੀ ਪਰ ਕਹਿੰਦੀ ਹੈ ਮੂਰਖ ਨਾ ਲੁੱਜੀਏ। ਕਹਿੰਦੇ ਮੂਰਖਾਂ ਦੇ ਨਾਂ ਤੁਸੀਂ ਸਿਰ ਮੱਥਾ ਨਾ ਮਾਰਿਓ, ਕਿਉਂਕਿ ਉਹਨਾਂ ਨੂੰ ਸਮਝਾਉਣ ਦਾ ਫਾਇਦਾ ਕੋਈ ਨਹੀਂ। ਉਹਨਾਂ ਕੀ ਤਾਂ ਪਤੀਲਾ ਮੁੱਦਾ ਕਰਤਾ, ਉਹਨੂੰ ਚ ਪਾਣੀ ਦੀ ਬੂੰਦ ਨਹੀਂ ਵੜੇਗੀ। ਬਿਲਕੁਲ। ਤੁਸੀਂ ਜਿੰਨਾ ਮਰਜੀ ਬਾਲਟੀਆਂ ਨਾਲ ਪਾਓਗੇ, ਮੇਰੇ ਕੋਲ ਲਿਆਓ ਪਤੀਲਾ, ਮੈਂ ਭਾਵੇਂ 10 ਮੋਟਰਾਂ ਛੱਡਦਾ, ਉਹ ਚ ਪਾਣੀ ਨਹੀਂ ਜੋ ਵੜਨਾ, ਮੁੱਦਾ ਹੈ। ਇੱਥੇ ਉਹੀ ਗੱਲ ਹੈ ਜਿਹੜਾ ਕਹਿੰਦੇ ਆ ਕਵਨ ਨਰਕ ਕਿਆ ਸਵਰਗ ਵਿਚਾਰਾ ਸੰਤੋ ਦੋਏ ਰਾਦੇ। ਹੁਣ ਦੇਖੋ ਸੰਤਾਂ ਨੂੰ ਉਹਦੇ ਨਰਕ ਵੀ ਨਹੀਂ ਚਾਹੀਦਾ, ਸੰਤਾਂ ਨੂੰ ਸਵਰਗ ਵੀ ਨਹੀਂ ਚਾਹੀਦਾ। ਸਵਰਗ ਦਾ ਮਤਲਬ ਫਿਰ ਵੀ ਇੱਛਾ ਹੀ ਹੋ ਗਈ ਨਾ। ਦੇਖੋ ਆਤਮਾ ਜਿਹੜੀ ਆ ਉੱਥੇ ਇੱਛਾ ਰਹਿਤ ਬੰਦਾ ਹੀ ਜਾ ਸਕਦਾ। ਜਿਹੜਾ ਨਰਕ ਆ ਸਵਰਗ ਆ ਇਹ ਤੇ ਇਨਸਾਨ ਨੇ ਇੱਕ ਕਲਪਨਾ ਕੀਤੀ ਹੋਈ ਹੈ। ਬਿਲਕੁਲ। ਇਹ ਜਸਟ ਉਦਾਂ ਹੀ ਉਹ ਦੇਖਿਆ ਨੀ, ਉਹ ਲੂੰਬੜੀ ਕਹਿੰਦੀ ਸੀ ਜੇ ਅੰਗੂਰ ਮਿੱਠੇ ਆ ਉਹ ਜੰਪ ਮਾਰਦੀ, ਫਿਰ ਨਹੀਂ ਮਿਲਦੇ ਤੇ ਕਹਿੰਦੀ ਇਹ ਖੱਟੇ ਹੈਗੇ ਆ। ਇਹ ਕਿਵੇਂ ਲੋਕਾਂ ਦੇ ਦਿਮਾਗ 'ਚ ਪਾ ਦਿੱਤਾ ਹੈ ਕਿ ਤੂੰ ਸਵਰਗ 'ਚ ਜਾਏਗਾ, ਤੂੰ ਨਰਕ 'ਚ ਜਾਏਗਾ। ਦੇਖੋ ਸਵਰਗ ਨਰਕ ਜਿਹੜਾ ਹੈਗਾ ਹੈ ਨਾ, ਉਹ ਕੋਈ ਵੱਖਰੀ ਜਗ੍ਹਾ ਨਹੀਂ ਹੈ ਜਿੱਥੇ ਲੋਕਾਂ ਨੇ ਬਣਾਇਆ। ਇੱਥੇ ਲੋਕੀ ਸਵਰਗ ਭੋਗ ਰਹੇ ਨੇ, ਇੱਥੇ ਲੋਕੀ ਨਰਕ ਭੋਗ ਰਹੇ ਨੇ। ਤੁਸੀਂ ਲਾਗੇ ਬੰਨੇ ਨਜ਼ਰ ਮਾਰ ਕੇ ਦੇਖੋ। ਬਿਲਕੁਲ। ਇਹ ਸੰਸਾਰ ਹੀ ਤੇ ਹੈਗਾ, ਇੱਥੇ ਤੇ ਸਾਰਾ ਲੇਖਾ ਜੇਖਾ ਹੋਣਾ। ਸਭ ਤੋਂ ਪਹਿਲੀ ਚੀਜ਼ ਤਾਂ ਹੈਗੀ ਗੋਰਖੀ ਸਾਹਿਬ, ਦੇਖੋ ਆਪਾਂ ਜਿਹੜੇ ਹੈਗੇ ਸਭ ਤੋਂ ਰਾਜਾ ਜੂਨ ਦੇ ਵਿੱਚ ਹੈਗੇ ਆ, ਰਾਜਾ ਹੈਗੇ ਆ ਧਰਤੀ ਦੇ ਰਾਜਾ, ਇਨਸਾਨ ਜਿਹੜਾ ਹੈਗਾ ਬਾਦਸ਼ਾਹ ਹੈਗਾ। ਪਹਿਲੀ ਚੀਜ਼ ਤਾਂ ਆਪਾਂ ਇੱਥੋਂ ਹੀ ਸਮਝ ਲਓ ਭਾਈ, ਬਾਕੀ ਜੂਨਾਂ ਨਾਲ ਕੰਪੇਅਰ ਕਰ ਲਓ, ਆਪਾਂ ਵੈਸੇ ਹੀ ਸਵਰਗ 'ਚ ਆ ਗਏ ਦੇਖ ਲਓ। ਔਰ ਇੱਥੇ ਹੀ ਨਰਕ ਹੈਗਾ, ਜੂਨਾਂ ਇੱਥੇ ਹੀ ਹੈਗੀਆਂ ਸਾਰੀਆਂ ਦੀ ਸਾਰੀਆਂ। ਹਾਂਜੀ ਵੀਰ। ਕੋਈ ਵੀ ਚੀਜ਼ ਹੈ ਡਾਊਨਗ੍ਰੇਡ ਹੁੰਦੀ ਤੇ ਉਹਦੀ ਵੈਲਿਊ ਘਟਦੀ ਹੈ, ਅਪਗ੍ਰੇਡ ਹੋਊਗੀ ਤੇ ਵੈਲਿਊ ਵਧੂਗੀ। ਸਹੀ ਆ। ਬਿਲਕੁਲ। ਤੁਸੀਂ ਮਿਹਨਤ ਕੀਤੀ, ਤੁਹਾਡੀ ਪ੍ਰਮੋਸ਼ਨ ਹੋ ਗਈ, ਤੁਹਾਡੀ ਤਨਖਾਹ ਵੀ ਵੱਧ ਗਈ। ਤੁਸੀਂ ਡਿਊਟੀ ਤੇ ਨਹੀਂ ਜਾਂਦੇ, ਕੰਮ ਨਹੀਂ ਕਰਦੇ, ਗੱਪਾਂ ਜਿਆਦੀਆਂ ਮਾਰਦੇ, ਫੋਨ ਤੇ ਉਂਗਲਾਂ ਮਾਰਦੇ, ਜੋ ਅਗਲੇ 2-4 ਕੰਪਲੇਂਟਾਂ ਕੀਤੀਆਂ, ਤੁਹਾਡੀ ਡਿਮੋਸ਼ਨ ਹੋ ਜਾਣੀ। ਬਿਲਕੁਲ। ਹੁਣ ਅੱਜ ਮੈਂ ਫੇਸਬੁੱਕ ਤੇ ਵੇਖਦੇ ਹਾਂ ਤੇ ਉਹ ਪੁਲਿਸ ਵਾਲਾ ਕਹਿੰਦੇ ਅਸੀਂ ਸਾਨੂੰ ਸਸਪੈਂਡ ਕਰਤਾ, ਅਸੀਂ ਡਿਊਟੀ ਤੇ ਹਾਂ, ਪਤਾ ਨਹੀਂ ਕੋਈ ਦੁਖੀ ਰੰਧਾਵਾ ਉਹਨੇ ਕੀਤੇ। ਉਹ ਕਹਿੰਦਾ ਨਾਕਾ ਖਾਲੀ ਪਿਆ, ਕਿੱਥੇ ਪੁਲਿਸ ਵਾਲੇ? ਉਹ ਕਹਿੰਦਾ ਸੀ ਮੈਂ ਉੱਧਰ ਪਿਸ਼ਾਬ ਕਰਨ ਗਿਆ, ਇੱਕ ਨੂੰ ਏਦਾਂ ਸ਼ੂਗਰ ਹੋ ਗਈ, ਨੂੰ ਇੰਝ ਹੋ ਗਿਆ, ਇੱਕ ਉੱਥੇ ਕੇਸ ਤੇ ਗਿਆ, ਅਸੀਂ ਸਾਡੇ ਨਾਲ ਧੱਕਾ ਹੋਇਆ। ਪਰ ਮੁੜ ਕੇ ਪਛਤਾਉਣ ਦਾ ਕੀ ਫਾਇਦਾ?
ਕਿਉਂਕਿ ਉਹਦੀ ਜਿਹੜੀ ਪਾਵਰ ਤੇ ਸਾਈਨ ਕਰ ਗਿਆ, ਅਗਲਾ ਗਾਹ ਗਿਆ, ਉਹਨੇ SSP ਨੂੰ ਫੋਨ ਕੀਤੇ, ਕਹਿੰਦਾ ਤੇਰੇ ਇੱਥੇ ਬੰਦੇ ਨਹੀਂ ਹੈਗੇ। ਕੌਣ ਹੈ ਇੱਥੇ? ਕਹਿੰਦੇ ਸਰ ਉੱਥੇ ਬੰਦੇ ਹੈਗੇ 5। ਕਹਿੰਦਾ 5? ਇੱਕ ਬੈਠਾ ਹੀ, ਉਹ ਵੀ ਬਾਥਰੂਮ ਚ। ਤੇ 4 ਕਿੱਥੇ ਆ? ਕਹਿੰਦਾ ਪਤਾ ਨਹੀਂ। ਕਹਿੰਦਾ ਚੁੱਕੋ 4 ਨੂੰ, ਸਸਪੈਂਡ ਕਰ ਦੋ, ਉਹਨਾਂ ਦੇ ਭੇਜੋ, ਉਹਨਾਂ ਕੋਲ ਦੁਬਾਰਾ ਆਉਣ ਦੀ ਲੋੜ ਨਹੀਂ। ਉਹ ਕਹਿਣ ਤੋਂ ਭਾਵ ਆ ਕਿ ਜਦੋਂ ਆਪਾਂ ਆਪਣੇ ਜੀਵਨ ਦੀ ਵੈਲਿਊ ਨਹੀਂ ਕਰਦੇ, ਆਪਾਂ ਮਿਸਯੂਜ ਕਰਦੇ ਹਾਂ, ਫਿਰ ਪ੍ਰਕਿਰਤੀ ਕੀ ਕਰਦੀ ਆ, ਸਾਡੇ ਤੋਂ ਚੰਗਿਆਈ ਖੋਹ ਲੈਂਦੀ ਆ, ਸਵਰਗ ਵਾਲਾ ਜੀਵਨ ਖੋਹ ਲੈਂਦੀ ਆ, ਤੇ ਵਿੱਚੇ ਵਿੱਚ ਸਾਨੂੰ ਫਿਰ ਨਰਕ ਮਿਲਦਾ ਪੈਂਦਾ। ਵਿਜੇ ਸਾਹਿਬ ਬਿਲਕੁਲ। ਤੇ ਕਈ ਲੋਕ ਫਿਰ ਅੱਗੇ ਆ ਕੇ ਭੋਗਦੇ ਨੇ। ਕਈ ਜਿਹੜੇ ਕਰਮ ਨੇ ਇੱਥੇ ਭੋਗ ਲਈਦੇ ਆ, ਕਈ ਕਰਮ ਉਹਨਾਂ ਨੂੰ ਭੋਗਣ ਦੇ ਲਈ ਚੁੰਨੀਆਂ ਲੈਣੀਆਂ ਪੈਂਦੀਆਂ। ਪਾਣੀ ਚ ਕਹਿੰਦੇ ਨੇ ਕਈ ਜਨਮ ਹੈ ਕੀਟ ਪਤੰਗਾ, ਕਈ ਜਨਮ ਹੈ ਮਿਰਗ। ਉਹ ਸੱਚ ਹੈਗਾ ਹੈ। ਤੁਸੀਂ ਜਾਓ ਲੜੋ ਲੋਕਾਂ ਨਾਲ, ਤੁਹਾਨੂੰ ਪੁਲਿਸ ਨਹੀਂ ਖੜੂਗੀ ਖੜ ਕੇ। ਬਿਲਕੁਲ। ਤੁਸੀਂ ਜੋ ਕਰੋਗੇ ਉਹਦੀਆਂ ਸਜ਼ਾ ਨਿਰਧਾਰਿਤ ਕੀਤੀਆਂ ਇਨਸਾਨ ਨੇ। ਇਹ ਸਭ ਪ੍ਰਕਿਰਤੀ ਵੀ ਏਦਾਂ ਚੱਲਦੀ ਆ। ਜੇ ਨਾ ਸਜ਼ਾ ਦਊ ਤੇ ਫਿਰ ਤੇ ਗੰਦ ਮਾਜੂ ਧਰਤੀ, ਫਿਰ ਧਰਤੀ ਖਤਰਨਾਕ ਹੋ ਜੂ। ਅੱਜ ਤੇ ਲੋਕੀ ਕਹੀ ਜਾਂਦੇ ਜੀ ਪਹਿਲਾਂ ਬੜਾ ਵਧੀਆ ਸੀ, ਪਹਿਲਾਂ ਮਾਂ ਦਾ ਸਿਰ ਵਧੀਆ ਸੀ, ਹੁਣ ਵਧੀਆ। ਤੁਸੀਂ ਆਪਣੇ ਘਰਾਂ 'ਚ ਬੈਠੇ ਜੋ, ਉਦੋਂ ਤੇ ਨਹੀਂ ਪਤਾ ਕਿ ਕਿੰਨੇ ਅਟੈਕ ਕਰਦੇ ਨੇ ਰਾਤ ਨੂੰ। ਬੜਾ ਔਖਾ ਸੀ ਜੀਵਨ। ਕੋਈ ਪਾਣੀ ਪੀਣ ਨੂੰ ਨਹੀਂ ਮਿਲਣਾ, ਰਹਿਣ ਨੂੰ ਛੱਤ ਕੋਈ ਨਾ, ਕਿਲੋ ਪਾਣੀ ਚੋ ਕੇ। ਮੇਰੇ ਘਰ 'ਚ ਉੱਥੇ ਬਾਲੇ ਹੀ ਪੁਰਾਣੇ ਘਰ 'ਚ ਮੀਂਹ ਪੈਣਾ 2 ਦਿਨ ਤੇ ਮੁੜ ਕੇ ਚੋ ਸਾਡੇ ਸਿਰ 'ਚ ਪਾਣੀ ਪੈਣਾ, ਟਰੰਕ ਗਿੱਲੇ ਹੋ ਜਾਣੇ। ਹੁਣ ਤੇ ਸੌਖੀ ਬੜੇ ਵੱਧ ਗਏ। ਹੁਣ ਵੇਖੋ ਪੁਲਿਸਾਂ ਤੁਰੀਆਂ ਫਿਰਦੀਆਂ ਨੇ, ਸਾਡੀਆਂ ਕਿੱਡੀਆਂ ਵਧੀਆਂ ਗਲੀਆਂ। ਪਹਿਲਾਂ ਤੇ ਰਾਹ ਹੀ ਕੋਈ ਨਹੀਂ ਹੁੰਦਾ ਸੀ ਆਉਣ ਜਾਣ ਦੀ, ਬੜਾ ਬੁਰਾ। ਲੋਕੀ ਬੰਦੇ ਐਵੇਂ ਕਹਿੰਦੇ ਪਹਿਲਾਂ ਬੜਾ ਵਧੀਆ ਸੀ, ਮਾਂ ਦਾ ਸਿਰ ਹੀ ਵਧੀਆ, ਹੁਣ ਬਹੁਤ ਵਧੀਆ। ਹਰ ਦਿਨ ਪ੍ਰਕਿਰਤੀ ਆਪਣੇ ਆਪ ਨੂੰ ਸੁਧਾਰ ਰਹੀ ਹੈ, ਔਰ ਸਾਨੂੰ ਵੇਖਣਾ ਦੀ ਲੋੜ ਹੈ। ਬਹੁਤ ਕੁਝ ਚੰਗਾ ਹੈ। ਆਹ ਸਹੂਲਤਾਂ ਜਿਹੜੀਆਂ ਆਪਾਂ ਲੈਂਦੇ ਹਾਂ, ਇਹ ਲੋਕਾਂ ਲਈ ਸੁਪਨੇ ਸੀ। ਉਦੋਂ ਸੁਪਨਾ ਵੀ ਨਹੀਂ ਸੀ, ਇਹ ਸਵਰਗ ਦੀ ਕਲਪਨਾ ਹੀ ਮੇਰੇ ਸਾਹਮਣੇ। ਅੱਜ ਦੀ ਡੇਟ 'ਚ ਮੈਂ ਨਾ ਉੱਥੇ ਡੈਡੀ ਦੇ ਨਾਲ ਆੜਤ ਤੇ ਗਿਆ, ਤੇ ਡੈਡੀ ਕਹਿੰਦੇ ਪੁੱਤ ਆਪਣੇ ਪਿੰਡ ਦੇ ਨੇ ਸ਼ਾਹ ਹੈਗੇ ਆ। ਮੈਂ ਡੈਡੀ ਆੜਤ ਸਾਡੀ ਤੇ ਸ਼ਾਹ ਇਹ ਜਰਾ ਪੁੱਤਾਂ ਦੇ ਕੱਪੜੇ ਪਾਏ ਨਿਆਣਾ। ਮੈਂ ਆਪਣੀ ਜਜਮੈਂਟ ਜੀ ਲਈ। ਕਹਿੰਦਾ ਨਹੀਂ ਪੁੱਤ ਸ਼ਾਹ ਹੈਗੇ ਆ। ਮੈਂ ਕਹਿੰਦਾ ਪੁੱਤ ਸਾਡੇ ਕੋਲ ਨਾ ਦਾਣੇ ਮੁੱਕ ਜਾਣੇ, ਇਹ ਸ਼ਾਹਾਂ ਕੋ ਦਾਣੇ ਲਿਆਉਣੇ ਡੇੜੇ ਕਰਕੇ ਨਿੱਜੇ ਸਾਹਿਬ। ਬਿਲਕੁਲ। ਦੇਖੋ ਕਿੱਦਾਂ ਦਾ ਸਿਸਟਮ ਹੋਊਗਾ। ਕਣਕ ਹੀ ਮੁੱਕ ਜਾਣੀ, ਕਣਕ ਕਿੱਥੇ ਮੁੱਕਦੀ ਹੈ? ਔਰ ਪੈਦਾ ਵੀ ਆਪਾਂ ਹੀ ਕਰਨੀ, ਪੈਦਾ ਵੀ ਆਪਾਂ ਹੀ ਕਰਨੀ ਆ, ਪੈਦਾ ਵੀ ਆਪਾਂ ਕਰਨੀ। ਉਦੋਂ ਕਣਕ ਵੀ ਹੋਰ ਤਰ੍ਹਾਂ ਹੀ ਨਿੱਜੇ ਸਾਹਿਬ, ਚਿੱਟੀ ਜੀ ਕਣਕ, ਥੋੜੀ ਜਿਹੀ ਕਣਕ ਨਿਕਲਣੀਆਂ ਥੋੜੀਆਂ ਜਿਹੀਆਂ ਭਰੀਆਂ, ਹਵਾ ਆ ਜਾਣੀ, ਪਤਾ ਨੀ ਕਿੱਧਰੋਂ ਡੱਡ ਕੇ ਚੱਲ ਜਾਣੀ। ਨਿੱਕੀ ਜਿਹੀ ਮਸ਼ੀਨ ਹੋਣੀ, ਪਤਾ ਨੀ ਕਿੰਨੇ ਦਿਨਾਂ ਬਾਅਦ 1 ਕਿੱਲਾ ਹੋਣਾ। ਹੁਣ ਤੇ 5-7 ਦਿਨਾਂ 'ਚ ਸਾਰਾ ਸੀਜ਼ਨ ਲਵੇੜ ਕੇ ਕੰਪਾਈਨਾਂ ਉਹ ਮਾਰਦੀਆਂ, ਸ਼ਾਮ ਨੂੰ ਜੱਟ ਕੇ ਪਏ ਵੱਟ ਕੇ ਘਰ ਨੂੰ ਵੀ ਜਾਂਦਾ। ਬਿਲਕੁਲ। ਬਹੁਤ ਬਦਲਾਅ ਆ ਗਿਆ। ਸਾਡੇ ਟਾਈਮ ਤੇ ਕਣਕ ਉੱਥੇ ਗਿੱਲੀ ਹੋ ਜਾਂਦੀ ਸੀ। ਮੈਂ ਨਿੱਕਾ ਜਿਹਾ ਹੁੰਦਾ, ਡੈਡੀ ਨਾਲ ਜਾਂਦਾ ਹੁੰਦਾ, ਕਿਤੇ ਮੀਂਹ ਪੈ ਜਾਣਾ, ਕਿਤੇ ਰਾਹ ਖਰਾਬ, ਕਿਤੇ ਬੈਰਿੰਗ ਟੁੱਟ, ਆ ਕੋਈ ਦੁਕਾਨ ਨਹੀਂ, ਪਤਾ ਨੀ ਕਿੱਥੇ ਕਿੱਥੇ। ਹੁਣ ਵੇਖੋ ਥਾਂ ਥਾਂ ਤੇ ਪੈਟਰੋਲ ਪੰਪ, ਕਿੰਨੀ ਸਹੂਲਤ ਵੱਧ ਗਈ। ਥਾਂ ਥਾਂ ਤੇ ਪੈਂਚਰ ਲਾਉਣ ਵਾਲੇ, ਕਿੰਨੀਆਂ ਸਹੂਲਤਾਂ। ਹੁਣ ਪਿੰਡਾਂ 'ਚ ਵੀ ਵੇਖੋ ਸ਼ਹਿਰਾਂ ਵਰਗੇ ਮਾਹੌਲ ਬਣੇ ਆ, ਬਹੁਤ ਡਿਵੈਲਪਮੈਂਟ ਹੋ ਗਈ ਆ। ਪਰ ਆਪਾਂ ਆਪਣੇ ਆਪ ਨੂੰ ਧੋਖਾ ਹੀ ਦੇਈ ਜਾਂਦੇ। ਨਹੀਂ ਜੀ ਪਹਿਲਾਂ ਬੜੇ ਵਧੀਆ ਲੋਕ ਸਨ। ਲੋਕ ਨਹੀਂ ਖਰਾਬ ਹੋਏ, ਅਸੀਂ ਆਪਣੇ ਤੇ ਨਜ਼ਰ ਮਾਰੀਏ ਕਿ ਮੈਂ ਵੀ ਸੱਚੀ ਲੋਕਾਂ ਨੂੰ ਗਲਤ ਕਹਿੰਦਾ ਵਾਂ ਕਿ ਮੈਂ ਵੀ ਕੁਝ ਗਲਤ ਹੋ ਰਿਹਾ। ਮੇਰੇ ਤੋਂ ਤੇ ਗੱਲ ਸ਼ੁਰੂ ਹੋਣੀ ਹੈ ਤੇ ਮੇਰੇ ਤੇ ਖਤਮ ਹੋਣੀ ਹੈ। ਲੋਕੀ ਕੀ ਕਰਦੇ ਆ, ਇਹ ਇੰਪੋਰਟੈਂਟ ਨਹੀਂ ਹੈਗਾ। ਇੰਪੋਰਟੈਂਟ ਤੇ ਇਹ ਹੈਗਾ ਕਿ ਮੈਂ ਕੀ ਕਰ ਰਿਹਾ, ਮੇਰਾ ਕਿਰਦਾਰ ਕੀ ਹੈ। ਬਿਲਕੁਲ ਠੀਕ ਹੈ। ਤੇ ਉਹ ਕਹਿੰਦੇ ਆ ਕਿ ਜਦੋਂ ਤੇਰਾ ਕਿਰਦਾਰ ਤੇਰਾ ਆਪਣਾ ਸਹੀ ਹੋ ਗਿਆ ਤੇ ਬਸ ਗੱਲ ਖਤਮ ਹੋ ਗਈ। ਫਿਰ ਤੇਰੇ ਲਈ ਨਰਕ ਸਵਰਗ ਕੋਈ ਨਹੀਂ ਹੁੰਦਾ। ਹੁਣ ਜਿਹੜਾ ਪੜ੍ਹਾਈ ਕੀਤੀ ਆ, ਦੱਸੋ ਮੈਨੂੰ, ਉਹਨੂੰ ਡਰ ਹੈ ਪੇਪਰ ਆਉਂਦਾ? ਉਹ ਡਰੂਗਾ ਨਹੀਂ। ਬਿਲਕੁਲ। ਉਹਨੂੰ ਕੀ ਲੋੜ ਪਈ ਹੈ? ਉਹਨੇ ਪੂਰਾ ਸਾਲ ਮਿਹਨਤ ਕੀਤੀ ਹੈ। ਡਰਦਾ ਕਿਹੜਾ ਮੇਰੇ ਵਰਗਾ ਜਿਹਨੇ ਪੜ੍ਹਾਈ ਨਹੀਂ ਕੀਤੀ, ਤੇ ਜਿਹਨੇ ਜੀਵਨ ਨੂੰ ਇੱਕ ਤਰਤੀਬ ਨਾਲ ਬਤੀਤ ਨਹੀਂ ਕੀਤਾ, ਔਰ ਕਾਸ਼ੀ 'ਚ ਬੈਠਾ ਰਿਹਾ ਕਿ ਸੋਚਦਾ ਕਿ ਮੈਨੂੰ ਕਿਸੇ ਬਾਬੇ ਨੇ ਸ਼ਬਦ ਦੇ ਦਿੱਤੇ, ਕੰਨਾਂ 'ਚ ਫੂਕ ਮਾਰਦੀ ਆ। ਇਹ ਬੰਦੇ ਨੂੰ ਟੈਨਸ਼ਨ ਹੋਣੀ ਚਾਹੀਦੀ, ਕਿਉਂਕਿ ਇਹ ਗਲਤ ਕਿਸ਼ਤੀ ਤੇ ਬਹਿ ਗਿਆ। ਉਹ ਕਿਸ਼ਤੀ ਦੇ ਵਿੱਚ ਛੇਕ ਹੈ। ਮਾੜੀ ਜਿਹੀ ਕਿਸ਼ਤੀ ਨੂੰ ਤੁਸੀਂ ਮਾੜਾ ਜਿਹਾ ਧੱਕਾ ਮਾਰੇ ਨਾ ਪਾਣੀ ਦੇ ਵਿੱਚ, ਉਹ ਕੰਢੇ ਤੇ ਡੁੱਬ ਜਾਣੀ ਆ। ਇਹ ਕਬੀਰ ਜੀ ਉਹ ਗੱਲ ਸਮਝਾ ਰਹੇ ਨੇ, ਕਿਉਂਕਿ ਸੁਪੀਰੀਅਰ ਕੰਪਲੈਕਸ ਆ ਤੇਰੇ ਮਨ 'ਚ ਇਹ ਬਾਤ ਦਿੱਤਾ ਕਿ ਇਹ ਜਿਹੜੀ ਜਗ੍ਹਾ ਤੂੰ ਨਾ ਇੱਥੇ ਬਿਸਕੁਟ ਪੈਕ ਕਰ, ਬਰਫੀਆਂ ਬਣਾ, ਤੇ ਪਤਾ ਨੀ ਕੀ ਕੋਈ ਕਰੀ ਜਾ, ਤੇ
परमात्मा समझ ला कि तेरे लिए बैठा हुआ, तो तेरी तेरी जगह होगी परमात्मा दे लागे। ये सब सुपीरियर कंपलैक्स। जे तेरे मन च श्रद्धा हैगी सेवा, तो तेन बाहर किते जाने की लोड़ नहीं, तो अपने माँ बाप की सेवा कर ला, वो भी कबूल है। सरवण दी कहानी नहीं वेखी, सरवण ने अपने माँ पे नहीं उन्हें गुरु समझिया, उन्हां दी सेवा की थी और अपनी वहंगी चुकी फिरदा हुंदा। सो कहने गल्लां इतिहास दीयां गल्लां ने, लोकी पर पढ़दे नहीं। लोकी फिल्मां पढ़दे जिथे बकवास ते झूठ दस्सिया जांदा है, सच उत्थे कुछ हुंदा नहीं। वो 3-4 जनानियां हुंदियां, पता नहीं किलो मेकअप थप्पे हुंदा मूंह ते, किन्ने वड्डे हार पाए हुंदे आ, नाले तुसीं हार पा के रसोई च वड़ के रोटियां बना दो। सही ना जी साहब? बिल्कुल। पर वो लोकी झूठ वेख के खुश हुंदे ने, लोकी वो बड़े सीरियस हुंदे ने ते दसदे ने कि ਉਹਦੇ ਨਾਲ इदां हो रहा वा, ਉਹਨੂੰ पता नहीं लगन दिया। मैं तेनू पता लग गया, तू घरे सुधर जा। ਉਹਨੂੰ ਨਾਟਕ 'ਚ नहीं पता लगन दिया। ਉਹ ਕਹਿੰਦੇ ना बैठे लोग, ਉਹ ਵੀ ਉਹਦੀ ਨਾ ਚੀਟਿੰग ਕਰ ਰਿਹਾ, ਉਹਨੇ ਪੈਸੇ ਕੱਢ ਲਏ, ਉਹਨੇ ਉੱਤੇ ਉਹਦਾ ਨਾਂ ਲਾਤੇ, ਬਦਨਾਮ ਕਰ ਦੇਣੇ ਇਹਨੂੰ। ਬੰਦਾ ਪੁੱਛੇ ਤੂੰ ਸੁਧਰ ਜਾ, ਪਰ ਨਹੀਂ। ਇਹ ਚੀਜ਼ ਨੂੰ ਵਿਚਾਰ ਕਰਨ ਦੀ ਲੋੜ ਹੈ। ਨਰਕ ਸਵਰਗ ਉਹਦੇ ਲਈ ਆ ਜਿੰਨੇ ਜੀਵਨ ਦੀ ਆਧਾਰ ਜਿਹੜੀ ਆ ਉਹ ਗਲਤ ਬਣਾਈ ਆ, ਤੇ ਜਿੰਨੇ ਕੋਈ ਜੀਵਨ ਨੂੰ ਸਹੀ ਤਰੀਕੇ ਨਾਲ ਬਤੀਤ ਕੀਤਾ ਹੈ, ਉਹਦੇ ਲਈ ਕੋਈ ਨਾ ਨਰਕ ਹੈ ਤੇ ਨਾ ਕੋਈ ਸਵਰਗ ਹੈ, ਉਹ ਸਿੱਧਾ ਮੁਕਤ ਹੁੰਦਾ। ਹਾਂਜੀ ਜੀ ਸਾਹਿਬ, ਅੱਗੇ ਚਲੀ। हाँ, आखिरी तुक आ गई। आखिरी तुक ते रिजल्ट दे रहे भाई। मगहर दे विच कहंदे भगती कीती, अब तो जाए चढ़े सिंघासन, मिले है सारंग पानी। कहंदे ਉਹ ਸਾਰੰਗ ਪਾਣੀ ਪਰਮਾਤਮਾ ਮੈਨੂੰ ਮਿਲ ਗਿਆ, ਮੈਂ ਉਹਦੇ ਮਹਿਲ ਦੇ ਵਿੱਚ ਮੈਨੂੰ ਐਂਟਰੀ ਹੋ ਗਈ, ਸਿੰਘਾਸਨ ਦੇ ਉੱਤੇ ਚਲਾ ਗਿਆ, ਮੈਂ ਚੜ ਗਿਆ ਸਿੰਘਾਸਨ ਦੇ ਉੱਤੇ। अब तो जाए चढ़े सिंघासन, मिल है सारंग पानी, राम कबीरा एक पए हैं, कोई ना सके पछानी। ਕਹਿੰਦੇ ਹੁਣ ਨਹੀਂ ਉਹ ਕਬੀਰ ਲੱਭਦਾ, ਕਹਿੰਦੇ ਹੁਣ ਤਾਂ ਭਾਈ ਰਾਮ ਕਬੀਰ ਸੀਗਾ, ਰਾਮ ਹੋ ਕੇ ਨਿਕਲ ਆਇਆ ਭਾਈ। ਰਾਮ ਕਬੀਰਾ ਇੱਕ ਹੋ ਗਏ, ਹੁਣ ਕਬੀਰ ਇੱਕਮਿਕ ਹੋ ਗਿਆ ਪਰਮਾਤਮਾ ਦੇ ਵਿੱਚ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ, ਬਹੁਤ ਵਧੀਆ। ਤੇ ਬਸ ਜਦੋਂ ਅਸੀਂ ਉਸ ਆਖਰੀ ਬਿੰਦੂ ਤੇ ਪਹੁੰਚ ਜਾਂਦੇ ਹਾਂ, ਤੇ ਰਾਮ ਤੇ ਕਬੀਰ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਸਹੀ ਕਹਿ ਰਹੇ ਨੇ, ਕਿਉਂਕਿ ਫਰਕ ਸਾਡੀ ਸੋਚ ਆ। ਕਹਿੰਦੇ ਰੱਬ ਤੇ ਤੋਂ ਵੱਖ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ। ਇਹ ਕਬੀਰ ਸਾਹਿਬ ਦੀ ਬਾਣੀ ਪੜ੍ਹਦੇ ਨੇ ਬਾਬੇ ਜੀ ਸਾਰੇ, ਫਿਰ ਵੀ ਕਹਿੰਦੇ ਨੇ ਕਿ ਰੱਬ ਕਿੱਥੇ ਬੈਠਾ ਹੈ, ਉਹ ਸਤਵੇਂ ਅਸਮਾਨ 'ਚ ਬੈਠਾ। ਇਹ ਤੁਕ ਨੂੰ ਕਿਉਂ ਨਹੀਂ ਪੜ੍ਹਦੇ? ਰਾਮ ਕਬੀਰਾ ਇੱਕ ਬੈ ਤੇ ਕੋਈ ਨਾ ਸਕੇ। ਤੇ ਕਬੀਰ ਤੇ ਰਾਮ 'ਚ ਫਰਕ ਨਹੀਂ ਹੈਗਾ। ਪਰ ਕੌਣ ਪੜ੍ਹਦਾ? ਤੁਹਾਨੂੰ ਕਿਸੇ ਨੇ ਕਿਹਾ ਤੁਸੀਂ ਪਰਮਾਤਮਾ ਜੋ? ਬਾਣੀ ਕਹਿੰਦੀ, ਬ੍ਰਹਮ ਗਿਆਨੀ ਦੀ ਬਾਣੀ ਕਹਿੰਦੀ ਨਾ, ਤੈਨੂੰ ਲੋਕੀ ਕਹਿੰਦੇ ਤੂੰ ਮਲੀਨ ਹੈ, ਤੂੰ ਗੰਦਾ ਹੈ। ਤੂੰ ਨਹੀਂ, ਤੂੰ ਗੰਦਾ ਨਹੀਂ ਹੈ, ਤੂੰ ਪਵਿੱਤਰ ਹੈ। ਬਸ ਆਪਣੇ ਆਪ ਦੇ ਰੂਪ ਨੂੰ ਭੁੱਲ ਕੇ ਬੈਠਾ ਹੈ। ਉਹ ਐਨਕ ਲਾ ਦੇ ਬਸ। ਹਾਂ, ਮਤਲਬ ਕਹਿਣ ਤੋਂ ਭਾਵ ਕਿ ਮਰਸਡੀਜ਼ ਬੈਂਜ ਤੇਰੇ ਘਰ ਲੱਗੀ ਹੈ ਤੇ ਅੱਗੇ ਤੂੰ ਘੋੜਾ ਜੋਤਿਆ ਹੈ। ਉਹਦੇ ਵਿੱਚ ਸੁੱਖ ਹੈਗੇ, ਸਹੂਲਤਾਂ ਹੈਗੀਆਂ, ਤੈਨੂੰ ਨਹੀਂ ਪਤਾ। ਜਿੱਦਾਂ ਇੱਕ ਬੜਾ ਮਹਿੰਗਾ ਫੋਨ ਹੋਵੇ ਤੇ ਅਸੀਂ ਕੇਵਲ ਫੋਨ ਕਰਨ ਵਾਸਤੇ ਰੱਖਿਆ ਹੋਵੇ, ਉਹ 'ਚ ਇੰਟਰਨੈਟ ਹੋਵੇ, ਵੀਡੀਓ ਕਾਲਿੰਗ ਹੋਵੇ, ਸਾਨੂੰ ਨਹੀਂ ਪਤਾ। ਪਰ ਏਦਾਂ ਦੇ ਬੰਦੇ ਹੈਗੇ ਵੀ ਆ, ਤੁਹਾਨੂੰ ਵੇਖ ਲਓ, ਕਈਆਂ ਨੂੰ ਨਹੀਂ ਪਤਾ ਵਿਚਾਰੇ, ਪਰ ਫੋਨ ਉਹਨਾਂ ਨੂੰ ਮਹਿੰਗੇ ਪਰ ਉਹਨਾਂ ਨੂੰ ਚਲਾਉਣੀ ਨਹੀਂ ਆਉਂਦੀ। ਕੁਝ ਕਈ ਚੀਜ਼ਾਂ ਹੈਗੀਆਂ। ਸੋ ਕਹਿਣ ਤੋਂ ਭਾਵ ਹੈ ਕਿ ਇਹ ਜਿਹੜਾ ਜੀਵਨ ਹੈ, ਇਹ ਪਰਮਾਤਮਾ ਦਾ ਹੀ ਰੂਪ ਹੈ। ਆਪਾਂ ਸੱਚ ਚਿੱਤ ਆਨੰਦ ਹਾਂ, ਪਰਮਾਤਮਾ ਦੀ ਅੰਸ਼ ਹੈ ਆਪਾਂ। ਪਰ ਇਹ ਲੋਕ ਕਹਿੰਦੇ ਤੁਸੀਂ ਕੀੜੇ ਮਕੌੜੇ, ਤੁਸੀਂ ਗੰਦੇ ਜੋ, ਤੁਸੀਂ ਮਲੀਨ ਜੋ, ਆਓ ਸਾਡੇ ਕੋਲ। ਜਿੱਦਾਂ ਤੁਹਾਡੇ ਕੱਪੜੇ ਧੋਣਾ ਤੇ ਸਾਬਣ ਹੈਗਾ, ਉਸੇ ਤਰ੍ਹਾਂ ਤੁਹਾਡੇ ਪਾਪ ਧੋਣ ਵਾਸਤੇ ਸਾਡੇ ਕੋਲ ਸਾਧਨ ਹੈਗੇ, ਤੁਸੀਂ ਆਓ। ਜਿੱਦਾਂ ਲੋਕੀ ਕਹਿੰਦੇ ਨੇ ਕਿ ਤੁਹਾਡਾ ਮੇਕਅਪ ਕਰਕੇ ਮੂੰਹ ਚਮਕਾ ਦਈਏ, ਉਸੇ ਤਰ੍ਹਾਂ ਇਹ ਲੋਕ ਤੁਹਾਨੂੰ ਭਰਮ ਪਾਉਂਦੇ ਨੇ। ਕਾਸ਼ੀ ਵਿੱਚ ਆ ਜਾਓ, ਉੱਥੇ ਆਓਗੇ ਨਾ ਤੁਸੀਂ ਸਿੱਧਾ ਸਵਰਗ ਚ ਜਾਓਗੇ। ਹੋਰ ਕੀ ਕਰ ਰਹੇ ਆ? ਮੂੰਹ ਚਮਕਾਉਣ ਵਾਲੀ ਗੱਲ ਹੋ ਰਹੀ ਹੈ, ਹੋਰ ਤੇ ਕੁਛ ਵੀ ਨਹੀਂ। ਇਹ ਵੀ ਲੋਕ ਕੀ ਕਰ ਰਹੇ ਨੇ? ਇਹ ਨਹੀਂ ਕਹਿੰਦੇ, ਇਹਨਾਂ ਚ ਇੰਨੀ ਹਿੰਮਤ ਨਹੀਂ ਹੈਗੀ ਕਿ ਤੁਹਾਨੂੰ ਕਹਿ ਦੇਣ ਕਿ ਪਰਮਾਤਮਾ ਤੇ ਤੁਹਾਡੇ ਚ ਕੋਈ ਫਰਕ ਨਹੀਂ ਹੈਗਾ, ਤੁਹਾਨੂੰ ਕਿਧਰੇ ਵੀ ਜਾਣ ਦੀ ਲੋੜ ਨਹੀਂ। ਇੰਨੀ ਹਿੰਮਤ ਕਿੱਥੋਂ ਆਵੇ? ਉਹ ਕਹਿੰਦੇ ਨਹੀਂ, ਤੂੰ ਨਹੀਂ ਜਾ ਸਕਦਾ, ਤੈਨੂੰ ਸਤਿਗੁਰੂ ਚਾਹੀਦਾ, ਉਹ ਤੈਨੂੰ ਲੈ ਕੇ ਜਾਏਗਾ। ਨਿਜੇ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਵੀ ਸਾਡੇ ਡੇਰੇ ਤੇ ਆਓ, ਬਸ ਬਣੇ ਹੋਏ ਅੱਡੇ। ਇੱਥੇ ਆ ਜਾ ਤੇ ਸਾਡੀ ਇੱਥੇ ਕੋਲੂ ਤੇ ਘੁੰਮੀ ਜਾ, ਕਿਤੇ ਘਰ ਕਿਤੇ ਇੱਥੇ। ਲੋਕੀ 3-3 4-4 ਦਿਨ ਤੁਰੇ ਫਿਰਦੇ ਆ। ਉਹਨਾਂ ਦਾ ਜੀਵਨ ਵੇਖੋ, ਮੈਂ ਤੇ ਜੀਵਨ ਵੇਖ ਕੇ ਦੱਸ ਦੂੰਗਾ। ਮੈਂ ਤੇ ਉਹਦੀ ਬਾਹਰਲੀ ਵਹਿੰਦਾ ਹੀ ਨਹੀਂ ਫਾਰਮੈਲਿਟੀ। ਮੈਂ ਦੱਸੂਗਾ ਕਿ ਤੂੰ ਆਪਣੇ ਕਿਰਦਾਰ ਨੂੰ ਘਰੇ ਕਿੱਦਾਂ ਪਲੇ ਕਰ ਰਿਹਾ।
ਜੇ ਤੂੰ ਸੱਚਾ ਧਾਰਮਿਕ ਹੈ ਤੇ ਤੂੰ ਕੀ ਉੱਥੇ ਤੂੰ ਆਪਣੀ ਡਿਊਟੀ ਬਰਾਬਰ ਕਰ ਰਿਹਾ ਹੈ ਜਿੱਥੇ ਬਿਲਕੁਲ। ਨੌਕਰੀ ਕਰਦਾ ਬਹੁਤ ਨਹੀਂ ਵਧੀਆ, ਬਿਲਕੁਲ ਸਹੀ। ਤੂੰ ਬਸ ਤੁਸੀਂ ਪੀੜੇ ਸਾਹਿਬ ਨੂੰ ਹੱਥ ਲਾ ਰਿਹਾ ਬਸ ਭੱਜ ਭੱਜ ਕੇ ਚੜ ਕੇ ਸਭ ਤੋਂ ਅੱਗੇ ਪਤਾ ਨਹੀਂ ਕੀ ਲੱਭ ਜਾਣਾ ਕਿ ਸੱਚੀ ਪਰਮਾਤਮਾ ਖੁਸ਼ ਹੋਊਗਾ ਪੀੜੇ ਨੂੰ ਹੱਥ ਲਾਇਆ ਤੇ ਸਾਡਾ ਜੀਵਨ ਸਹੀ ਨਾ ਹੋ ਪਰ ਲੋਕੀ ਤਾਂ ਕਰੀ ਜਾਂਦੇ ਨੇ ਮੈਂ ਤੇ ਵੇਖਦਾ ਬਹੁਤ ਜ਼ਿਆਦਾ ਬਹੁਤ ਨਹੀਂ, ਆਸਾਨ ਹੈ ਬਾਣੀ ਗੁਰਪ੍ਰੀਤ ਮਨਾ ਸਾਹਿਬ, ਕਰ। ਬਹੁਤ ਆਸਾਨ ਹੈ ਇਹ ਗੱਲ। ਹਾਂ। ਬਿਲਕੁਲ ਆਸਾਨ ਹੈ, ਇਸ ਕਰਕੇ ਕਰਦੇ ਆ। ਔਰ ਔਰ ਭੇਡ ਚਾਲ ਮੈਂ ਲਾ ਹੈ। ਦਿੰਦਾ ਹਾਂ, ਭੇਡ ਚਾਲ ਹੈਗੀ, ਬਸ ਇੰਨੀ ਹੈ। ਬਾਣੀ ਤਾਂ ਮੰਨਦੀ ਨਹੀਂ ਉਹ ਕਹਿੰਦੇ ਖਾਣਿਓ ਤਿੱਖੀ ਵਾਲੋਂ ਨਹੀਂ ਕਿ ਤੂੰ ਜਿਹਨੂੰ ਧਰਮ ਸਮਝ ਕੇ ਬੈਠਾ ਉਹ ਧਰਮ ਨਹੀਂ ਆ ਬਿਲਕੁਲ। ਉਹ ਤੇ ਕਰਮ ਕਾਂਡ ਹੈਗੇ ਆ ਧਰਮ ਤੇ ਉਦੋਂ ਜਦੋਂ ਤੇਰਾ ਧਰਮ ਨਾਲ ਪੰਗਾ ਪਿਆ ਨਾ ਧਰਮ ਇਹਨੂੰ ਸੱਚ ਦਿਖਾਉਣਾ ਹੈ। ਸੱਚ ਜਿਹੜਾ ਹੈ ਉਹ ਬੜਾ ਪਾਵਰਫੁਲ ਚੀਜ਼ ਹੈ। तो ਅੱਜ ਦੀ ਵਿਚਾਰ ਸਾਹਿਬ ਵਿਚਾਰ ਇੱਥੇ ਸਮਾਪਤ ਕਰ ਦਈਏ। ਹਾਂਜੀ ਬਿਲਕੁਲ ਜੀ। ਸਤਵਿੰਦਰ ਨੇ ਕੁਝ ਕਹਿਣਾ? ਸਤਵਿੰਦਰ ਜੀ ਤੁਹਾਡਾ ਜਿਹੜਾ ਹੈਗਾ 5 ਨਿਸ਼ਾਨ ਆ ਰਿਹਾ ਕੁਝ ਸ਼ਾਇਦ ਵੈਸੇ ਹੀ ਹੋਏ ਗੋਰਖੀ ਸਾਹਿਬ। ਠੀਕ ਹੈ ਜੀ, ਠੀਕ ਹੈ ਸਾਧ ਸੰਗਤ ਜੀ, ਅੱਜ ਦੇ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਔਰ ਪਲੀਜ਼ ਕੋਸ਼ਿਸ਼ ਕਰਿਆ ਕਰੋ 2-4 ਅੱਖਰ ਹੀ ਫੜ ਲਓ। ਜੇ ਆਪਾਂ ਥੋੜੇ ਬਹੁਤੇ ਵੀ ਨਿਕਲ ਗਏ ਨਾ ਤਾਂ ਬਹੁਤ ਵੱਡੀ ਗੱਲ। ਇਹ ਸੰਸਾਰ ਹੀ ਹੈ। ਲੋਕੀ ਕੀ ਕਰਦੇ ਆ ਇਹ ਬਹੁਤਾ ਇੰਪੋਰਟੈਂਟ ਨਹੀਂ। ਇੰਪੋਰਟੈਂਟ ਇਹ ਆ ਕਿ ਆਪਾਂ ਕੀ ਕਰਦੇ, ਕਿ ਆਪਾਂ ਬਾਣੀ ਨੂੰ ਸਮਝਦੇ ਹਾਂ। ਤੇ ਜੇ ਆਪਾਂ ਸਮਝਦੇ ਨਹੀਂ ਆਪਾਂ ਵੀ ਉਹ ਕਾਸ਼ੀ ਵਾਲੇ ਵਹਿਮ 'ਚ ਬੈਠੇ ਆ, ਭਰਮ 'ਚ ਬੈਠੇ ਆ, ਤੇ ਫਿਰ ਸਮਝ ਲਓ ਕਿ ਉਹ ਅਸੀਂ ਵੀ ਉਸੇ ਕੈਟਾਗਰੀ ਦੇ ਵਿੱਚ ਬਿਲਕੁਲ ਉਸੇ ਜਿਹਦੇ ਅੰਦਰ ਚੇਤਨਾ ਪੈਦਾ ਹੋਈ ਹੈ। ਹਾਂ, ਉਸੇ ਕਿਸ਼ਤੀ 'ਚ ਚੜੇ ਹੋਏ ਆ ਆਪਾਂ ਵੀ। ਹਾਂ, ਜੇ ਸੁਪੀਰੀਅਰ ਬਣੇ ਫਿਰਦੇ ਆ ਆਪਾਂ, ਬਾਹਰੀ ਲੋਕ ਚੇਂਜ ਕਰ ਲਈ ਆ ਔਰ ਆਪਣੇ ਆਪ ਨੂੰ ਸਮਝਦੇ ਆ ਕਿ ਗੁਰੂ ਵਾਲੇ ਬਣੇ ਆ, ਪਰਮਾਤਮਾ ਦੇ ਬਸ ਲਾਗੇ ਬੈਠੇ ਆ ਆਪਾਂ। ਫਿਰ ਬਾਣੀ ਤੇ ਮਨਾ ਕਰਦੀ, ਉਹ ਕਹਿੰਦੀ ਆਪਣੀ ਤੁਕ ਤੇ ਮਨਾ ਕੀਤਾ ਨਾ। ਉਹ ਕਹਿੰਦੇ ਤੂੰ ਕਿਸੇ ਨੂੰ ਨਹੀਂ, ਆਪਣੇ ਆਪ ਨੂੰ ਧੋਖਾ ਦੇ ਰਿਹਾ। ਬਸ ਘੁੱਗੀ ਵਾਲੀ ਹੈ, ਫੀਲਿੰਗ ਹੈ ਘੁੱਗੀ ਵਾਲੀ ਹੈ, ਬਈ ਮੈਂ ਅੱਖਾਂ ਬੰਦ ਕਰ ਲਿਆ ਹੁਣ ਮੈਨੂੰ ਕਿਵੇਂ ਖਾ ਲੂਗੀ ਬਿੱਲੀ। ਬਸ ਫਿਰ ਬਿੱਲੀ ਨੇ ਛੱਡਣਾ ਨਹੀਂ ਭਾਈ। ਫਿਰ ਕਹਿੰਦੇ ਨਾ ਮਰਤੇ ਫੂਟ ਗੁਮਾਨੀ, ਮਰੇਗਾ ਤੇ ਫਿਰ ਤੂੰ ਬਿਲਕੁਲ ਤੇਰਾ ਸਾਰਾ ਹੀ ਜਿਹੜਾ ਨਕਲੀ ਚਿਹਰਾ ਨਾ, ਤੁਸੀਂ ਵੇਖਿਆ ਨੀ ਜਿਹੜੀਆਂ ਬੀਬੀਆਂ ਦਾ ਮੂੰਹ ਠੀਕ ਠਾਕ ਜਿਹਾ ਹੁੰਦਾ ਤੇ ਮੇਕਅਪ ਲਾਇਆ ਹੁੰਦਾ, ਜਦੋਂ ਬਾਲਟੀ ਮੂੰਹ ਦੇ ਪਾਣੀ ਦੀ ਮਾਰੀ ਨਾ ਜਦੋਂ, ਉਹ ਸਾਰਾ ਉੱਤੇ ਉਤਰ ਜਾਣਾ। ਇੱਥੇ ਕਹਿੰਦੇ ਮਰਦੇ ਤੇਰਾ ਉੱਤਰ ਜਾਣਾ ਮੇਕਅਪ, ਤੇ ਜਿਹੜਾ ਮੇਕਅਪ ਹੈ ਨਾ ਇੱਥੇ ਰਹਿ ਜਾਣਾ ਵਾ, ਨਾਲ ਨਹੀਂ ਜਾਣਾ ਤੇਰੇ। ਉਹ ਜਮਦੂਤ ਆਉਂਦੇ ਤੇਰੇ ਮੂੰਹ ਤੇ ਪਾਣੀ ਦੀ ਬਾਲਟੀ ਮਾਰਨੀ ਅਗਲੇ ਨੇ, ਤੇ ਤੇਰਾ ਸਰੀਰ ਕਿੱਥੇ ਰਹਿ ਜਾਣਾ ਹੈ। ਅਸਲੀ ਮੇਕਅਪ ਤੇਰੇ ਨਾਲ ਜਾਣਾ, ਤੇਰੀ ਅਸਲੀ ਚਿਹਰਾ। ਤੂੰ ਬਾਹਰਲੇ ਚਿਹਰੇ ਤੇ ਨਾ ਧਿਆਨ ਦੇਈ ਜਾ, ਪਰ ਉਹ ਕਬੀਰ ਜੀ ਕਹਿੰਦੇ ਆ ਤੂੰ ਕਾਸ਼ੀ ਨੂੰ ਸਮਝ ਕੇ ਬੈਠਾ ਹੈ, ਤੂੰ ਸਰੀਰ ਨੂੰ ਸਮਝ ਕੇ ਬੈਠਾ ਹੈ, ਤੂੰ ਬਾਹਰੀ ਮੇਕਅਪ ਨੂੰ ਸੋਚ ਰਿਹਾ ਹੈ, ਪਰ ਉਹ ਸੱਚ ਨਹੀਂ ਹੈਗਾ। ਕਿਉਂਕਿ ਸਰੀਰ ਤੇਰੇ ਇੱਥੇ ਰਹਿ ਜਾਣਾ, ਨਾਲ ਤੇਰੇ ਜਿਹੜਾ ਜਾਣਾ ਰਾਸ਼ਨ ਉਹ ਵੱਖਰਾ ਜਾਣਾ। ਜੇ ਤੈਨੂੰ ਚੰਗੀ ਤਰ੍ਹਾਂ ਪਤਾ ਹੈ, ਨਹੀਂ ਪਤਾ ਤੇ ਬਾਣੀ ਪੜ ਲਵਾ। ਬਾਣੀ ਤੇ ਹੋਗਾ ਕਿਤੇ ਕਾਸ਼ੀ ਤੇ ਮਗਰ ਦੇ ਚੱਕਰ 'ਚ ਨਾ ਬੈਠੀ ਤੂੰ ਮਰਗ ਬਣ ਗਈ। ਤੇ ਅੰਮ੍ਰਿਤਸਰ ਵੀ ਰਹਿੰਦੇ ਆ, ਕਹਿੰਦੇ ਜੀ ਅਸੀਂ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਹਾਂ, ਅਸੀਂ ਮੁਕਤ ਹਾਂ। ਮੈਂ ਠੀਕ ਹੈ ਮੁਕਤ ਹੋ ਜੋ ਫਿਰ, ਪਰ ਬਾਣੀ ਨਹੀਂ ਮੰਨਦੀ। ਬਿਲਕੁਲ ਨਹੀਂ ਮੰਨਦੀ ਜੀ, ਬਿਲਕੁਲ ਨਹੀਂ ਮੰਨਦੀ। ਇਹ ਚੀਜ਼ ਤੋਂ ਬਚੋ, ਆਪਣਾ ਜੀਵਨ ਵੇਖੋ। ਆਪਾਂ ਤੇ ਉਹ ਕੋਸ਼ਿਸ਼ ਕਰਦੇ ਹਾਂ। ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ ਵੀਰ ਜੀ, ਬਹੁਤ ਵਧੀਆ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਵਿਚਾਰ ਕਰਦੇ ਹਾਂ, ਬਾਣੀ ਸਰਵਣ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋਗੇ ਤਾਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰ। ਮੇਰੇ ਮਾਲਿਕ ਅਸੀਂ ਹਾਂ, ਸਾਰੇ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ, ਮਿਹਰ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆ ਸੰਗਤ ਜੀ ਚੁੱਪ ਹੋਏ ਤੁਸੀਂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।